मेरा मुर्शिद सोना, सोना सोना मेरा। कि रहमत कब और किस पर हो जाए, रहमत कब और किस पर हो जाए इसका कोई अंदाजा नहीं होता। क्योंकि कई चीज़ां ਹੁੰਦੀਆਂ ਜਿਨ੍ਹਾਂ ਦਾ ਬੰਦਾ ਅੰਦਾਜ਼ਾ ਲਗਾ ਸਕਦਾ ਹੈ, ਅਨੁਮਾਨ ਲਗਾ ਸਕਦਾ ਹੈ। ਜਿਸ ਤਰ੍ਹਾਂ ਕਿ ਬੰਦਾ ਪੇਪਰ ਤੇ ਪੜ੍ਹ ਲੈਂਦਾ ਕਿ ਅੱਜ ਸੂਰਜ ਇੰਨੇ ਵਜੇ ਨਿਕਲਣਾ ਹੈ ਤੇ ਇੰਨੇ ਵਜੇ ਸੂਰਜ ਨੇ ਛਿਪਣਾ ਹੈ। ਅਸੀਂ ਅੰਦਾਜ਼ਾ ਲਗਾ ਲੈਂਦੇ, ਅਨੁਮਾਨ ਲਗਾ ਲੈਂਦੇ ਕਿ ਹੁਣ 5 ਵੱਜ ਗਏ ਆ, ਹੁਣ ਬਸ ਅੱਧਾ ਘੰਟਾ ਰਹਿ ਗਿਆ ਸੂਰਜ ਛਿਪ ਜਾਣਾ ਹੈ। ਜਾਂ ਬੰਦੇ ਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਸਫ਼ਰ ਕਰ ਰਿਹਾ ਤਾਂ ਹੁਣ ਇੰਨੀ ਕੁ ਦੇਰ ਤੱਕ ਮੈਂ ਆਪਣੀ ਮੰਜ਼ਿਲ ਤੇ ਪਹੁੰਚ ਜਾਣਾ, ਇੱਕ ਅੰਦਾਜ਼ਾ ਹੋ ਜਾਂਦਾ ਹੈ ਬੰਦੇ ਨੂੰ। ਦੁਨੀਆ ਤੇ ਬਹੁਤ ਚੀਜ਼ਾਂ ਐਸੀਆਂ ਹੈ ਜਿਨ੍ਹਾਂ ਦਾ ਅੰਦਾਜ਼ਾ ਬੰਦੇ ਨੂੰ ਹੋ ਜਾਂਦਾ ਹੈ ਕਿ ਕਦੋਂ ਹੋਣੀ ਹੈ, ਕਿਸ ਤਰ੍ਹਾਂ ਹੋਣੀ ਹੈ। ਪਰ ਜੇ ਗੱਲ ਕਰੀਏ ਉਸ ਮਾਲਿਕ ਦੀ ਰਹਿਮਤ ਦੀ, ਉਹ ਮਾਲਿਕ ਦੀ ਕਿਰਪਾ ਦੀ, ਉਹ ਮਾਲਿਕ ਦੀ ਬਖਸ਼ਿਸ਼ ਦੀ, ਤਾਂ ਉੱਥੇ ਬੰਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਉੱਥੇ ਬੰਦਾ ਕੋਈ ਇਹ ਨਹੀਂ ਸੋਚ ਸਕਦਾ ਕਿ 2 ਦਿਨ ਬਾਅਦ ਹੋਣੀ ਹੈ, 2 ਸਾਲ ਬਾਅਦ ਹੋਣੀ ਹੈ, 10 ਸਾਲ ਬਾਅਦ ਹੋਣੀ ਹੈ। ਕਿਉਂਕਿ ਉਹਦੀ ਰਹਿਮਤ ਦਾ ਕੀ ਪਤਾ, ਜਦੋਂ ਮੌਤ ਚਾਵੇ ਤਾਂ ਕਿਸ ਵੇਲੇ ਹੋ ਜਾਵੇ, ਇਹ ਤਾਂ ਉਹੀ ਜਾਣਦਾ ਹੈ। ਔਰ ਕਿਸ ਦੀ ਝੋਲੀ 'ਚ ਕਿਹੜੀ ਰਹਿਮਤ ਮਾਲਿਕ ਨੇ ਪਾ ਦੇਣੀ ਹੈ, ਇਹਦਾ ਵੀ ਕੋਈ ਬੰਦਾ ਹਿਸਾਬ ਨਹੀਂ ਲਗਾ ਸਕਦਾ। ਕਿਉਂਕਿ ਜੇ ਬੰਦਾ ਕਵੇ ਕਿ ਇਹਨੂੰ ਹੀ ਮਿਲਣੀ ਹੈ, ਮੈਨੂੰ ਨਹੀਂ ਮਿਲਣੀ, ਜਾਂ ਮੈਨੂੰ ਮਿਲਣੀ ਹੈ, ਇਹਨੂੰ ਨਹੀਂ ਮਿਲਣੀ, ਤਾਂ ਉਹਦੀ ਰਹਿਮਤ ਦਾ ਕੋਈ ਪਤਾ ਨਹੀਂ ਹੈ। ਕਈ ਵਾਰਾਂ ਜਿਹੜੇ ਕਹਿੰਦੇ ਅਸੀਂ ਬੜੇ ਪਵਿੱਤਰ, ਉਹ ਖਾਲੀ ਰਹਿ ਜਾਂਦੇ ਹੈ ਤਾਂ ਪਾਪੀ ਤਰ ਜਾਂਦੇ ਹੈ। ਕਿਉਂਕਿ ਗੱਲ ਤਾਂ ਨਿਮਰਤਾ ਦੀ ਹੈ ਨਾ। ਇੱਕ ਪਾਪੀ ਅੰਦਰ ਨਿਮਰਤਾ ਹੈ ਕਿ ਹੇ ਮੇਰੇ ਮਾਲਿਕ, ਮੈਂ ਪਾਪੀ ਗੁਨਾਹਗਾਰ, ਮੈਨੂੰ ਬਖਸ਼ ਲੈ। ਉਹਨੇ ਬਖਸ਼ਿਸ਼ ਮੰਗੀ, ਬਖਸ਼ਿਆ ਗਿਆ। ਇੱਕ ਬੰਦਾ ਕਹਿੰਦਾ ਮੈਂ ਬੜਾ ਪਵਿੱਤਰ, ਮੇਰੇ ਵਰਗਾ ਪਵਿੱਤਰ, ਮੇਰੇ ਵਰਗਾ ਪੁਨੀਤ, ਮੇਰੇ ਵਰਗਾ ਨੇਕ ਹੋਰ ਕੋਈ ਦੁਨੀਆ ਤੇ ਹੈ ਹੀ ਨਹੀਂ। ਉਹਦਾ ਉਹੀ ਹੰਕਾਰ ਉਹਨੂੰ ਉਹ ਰਹਿਮਤ ਤੋਂ ਦੂਰ ਕਰ ਦਿੰਦਾ ਹੈ। इसलिए रहमत कब और किस पर हो जाए, रहमत कब और किस पर हो जाए इसका कोई अंदाजा नहीं होता। ये तो रहमत का घर है, इस घर का कोई दरवाजा नहीं होता। कई बार ऐसी देखिया है, कई जीव कहते हैं कि मालको रहमत का दरवाजा कदों खुलना है, कदों दी रहमत के द्वार खुलणगे। तो सानू उसले बड़ी हैरानी हुंदी है, क्योंकि इक्को ही तो घर ऐसा देखिया है असीं जिथे सानू दरवाजा नजर ही नहीं आया। ओदा तो रहमत का दर है, और रहमत के दर कदी बंद नहीं हुंदे। क्योंकि जिथे दरवाजा होएगा तो दरवाजे का मतलब ही यह है कि टाइम ते खोलना है। क्योंकि दरवाजे का मतलब यही है कि इन्ने टाइम ते खुलना है तो इन्ने टाइम ते बंद हो जाना। समझ लो जिस जगह दरवाजा लगा होवे ना, समझ लो ਇਹਦਾ ਇੱਕ टाइम है, पर वो मालिक दी रहमत दा। पर ਇੱਥੇ ਅਸੀਂ ਘਰਾਂ ਦੇ ਦਰਵਾਜ਼ੇ ਦੀ ਗੱਲ ਨਹੀਂ ਕਰਦੇ, ਕਿਉਂਕਿ ਘਰਾਂ ਦੇ ਦਰਵਾਜ਼ੇ ਤਾਂ ਬੰਦ ਕਰਨੇ ਹੀ ਪੈਂਦੇ ਹੈ। ਬੰਦੇ ਨੇ ਕਿਤੇ ਬਾਹਰ ਜਾਣਾ ਹੈ, ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਨੂੰ ਮਿਲਣ, ਇਹ ਬੰਦੇ ਦੇ ਘਰ ਦੀ ਗੱਲ ਨਹੀਂ ਹੋ ਰਹੀ, ਇਹ ਇਨਸਾਨ ਦੇ ਬਣਾਏ ਹੋਏ ਘਰਾਂ ਦੀ ਗੱਲ ਨਹੀਂ ਹੋ ਰਹੀ। ਇਹ ਗੱਲ ਹੋ ਰਹੀ ਹੈ ਮਾਲਿਕ ਦੇ ਰਹਿਮਤ ਦੇ ਦਰ ਦੀ, ਮਾਲਿਕ ਦੇ ਕਿਰਪਾ ਦੇ ਦਰ ਦੀ। ਇਹਨੂੰ ਇਸ ਤਰ੍ਹਾਂ ਸਮਝ ਲਓ ਕਿ ਬਹੁਤ ਸਮੇਂ ਪਹਿਲਾਂ ਜਦੋਂ ਰਹਿਮਤ ਦਾ ਦਰਬਾਰ ਬਣਿਆ, ਕਹਾਣੀ ਹੈ। ਕਿਉਂਕਿ ਕੁਝ ਕਹਾਣੀਆਂ ਅਸੀਂ ਹਮੇਸ਼ਾ ਦੱਸੀ ਦੀਆਂ, ਉਹ ਸੱਚੀਆਂ ਨਹੀਂ ਹੁੰਦੀਆਂ, ਬਸ ਸਿੱਖਿਆ ਦੇਣ ਵਾਲੀਆਂ ਹੁੰਦੀਆਂ ਕਿ ਇਨਸਾਨ ਨੂੰ ਉਹ ਤੋਂ ਸਿੱਖਿਆ ਮਿਲੇ। ਪਰ ਕਈ ਦੇਖਿਆ ਹੈ ਕਿ ਉਹ ਕਹਾਣੀ ਨੂੰ ਸੱਚ ਸਮਝ ਕੇ ਤੁਰ ਪੈਂਦੇ ਹੈ। ਸੋ ਜੇ ਕਹਾਣੀ ਹੈ ਉਹਦੇ ਚੋਂ ਸਿੱਖਿਆ ਗ੍ਰਹਿਣ ਕਰੀਏ, ਉਹਨੂੰ ਲੈ ਕੇ ਸਵਾਲ ਨਾ ਬੰਦਾ ਪੁੱਛੇ ਕਿਦਾਂ ਆ ਕਿਦਾਂ, ਉਹ ਤੇ ਕਹਾਣੀ ਹੈ। ਇਸ ਲਈ ਇਹ ਵੀ ਇੱਕ ਕਹਾਣੀ ਹੈ, ਸੱਚਾਈ ਨਹੀਂ ਹੈ, ਪਰ ਸਿਰਫ ਇਹ ਸਮਝਾਉਣ ਵਾਸਤੇ ਕਹਾਣੀ ਹੈ ਕਿ ਬਹੁਤ ਸਮੇਂ ਪਹਿਲਾਂ ਇੱਕ ਫਕੀਰ ਜਦੋਂ ਹਾਲੇ ਸ਼ੁਰੂਆਤ ਸੀ ਉਹਨਾਂ ਦੀ ਪਰਮਾਤਮਾ ਦੀ ਬੰਦਗੀ ਦੀ, ਤਾਂ ਉਹ ਆਪਣੇ ਗੁਰੂ ਦੇ ਕੋਲ ਜਾਂਦੇ ਸੀ ਕਿ ਸਤਿਗੁਰੂ ਕਿਰਪਾ ਕਰੋ, ਤਾਂ ਕਿ ਉਹ ਸਤਿਗੁਰ ਨੇ ਕਹਿ ਦੇਣਾ ਹਾਲੇ ਰੱਬ ਦਾ ਦਰਵਾਜ਼ਾ ਬੰਦ ਹੈ ਭਾਈ, ਹਾਲੇ ਉਹਦਾ ਦਰਵਾਜ਼ਾ ਨਹੀਂ ਖੁੱਲ੍ਹਾ, ਜਦੋਂ ਖੁੱਲੇਗਾ ਜ਼ਰੂਰ ਕਿਰਪਾ ਕਰਾਂਗੇ। ਫਕੀਰ ਨੇ ਕਹਿਣਾ ਚਲੋ ਵਕਤ ਆਏਗਾ ਕਦੀ ਤਾਂ ਦਰਵਾਜ਼ਾ ਖੁੱਲੇਗਾ। ਫਿਰ ਸਮਾਂ ਗੁਜ਼ਰਿਆ, ਫਿਰ 6 ਮਹੀਨੇ ਬਾਅਦ ਉਹਨਾਂ ਨੇ ਆਪਣੇ ਮੁਰਸ਼ਿਦ ਨੂੰ ਕਿਹਾ ਸਤਿਗੁਰੂ ਹੁਣ ਤਾਂ ਕਿਰਪਾ ਕਰੋ,
ਹੁਣ ਤਾਂ ਦਰਵਾਜ਼ਾ ਖੁੱਲੇ। ਤਾਂ ਉਹਨਾਂ ਨੇ ਫਿਰ ਕਿਹਾ ਨਹੀਂ ਬਈ ਹਾਲੇ ਦੁਆਰ ਨਹੀਂ ਖੁੱਲਿਆ, ਹਾਲੇ ਥੋੜਾ ਸਬਰ ਕਰ। ਫਕੀਰ ਨੂੰ ਇਦਾਂ ਹੀ ਕਰਦਿਆਂ 6 ਮਹੀਨੇ, ਫਿਰ ਹੋਰ 6 ਮਹੀਨੇ, ਸਾਲ ਗੁਜ਼ਰ ਗਿਆ, 2 ਸਾਲ ਗੁਜ਼ਰ ਗਏ, 3 ਸਾਲ ਗੁਜ਼ਰ ਗਏ, ਪਰ ਹਾਲੇ ਦਰਵਾਜ਼ਾ ਨਹੀਂ ਖੁੱਲਿਆ। ਫਕੀਰ ਦੇ ਮਨ 'ਚ ਬੜਾ ਹੋਇਆ ਕਿ ਹੁਣ ਤਾਂ ਕੁਝ ਵੀ ਹੋ ਜਾਵੇ, ਮਿਹਨਤ ਕਰਕੇ ਉੱਥੇ ਤੱਕ ਪਹੁੰਚਣਾ ਹੀ ਹੈ। ਕਹਿੰਦੇ ਬੜੀ ਮਿਹਨਤ ਕੀਤੀ, ਬੜੀ ਪ੍ਰਮਾਤਮਾ ਦੀ ਬੰਦਗੀ ਕੀਤੀ, ਦੁਨੀਆ ਵੱਲੋਂ ਸੁਰਤੀ ਹਟਾ ਕੇ, ਆਪਣੇ ਅੰਦਰਲੀਆਂ ਵਾਸਨਾਵਾਂ ਨੂੰ ਮਾਰ ਕੇ, ਆਪਣੇ ਅੰਦਰਲੀਆਂ ਖੁਆਇਸ਼ਾਵਾਂ ਨੂੰ ਖਤਮ ਕਰਕੇ, ਆਪਣੀਆਂ ਅੰਦਰਲੀਆਂ ਇੱਛਾਵਾਂ ਨੂੰ ਖਤਮ ਕਰਕੇ, ਦਿਨ ਰਾਤ ਬਸ ਇੱਕੋ ਹੀ ਇੱਛਾ ਰੱਖੀ ਆਪਣੇ ਮਾਲਿਕ ਦੀ ਪ੍ਰਾਪਤੀ ਦੀ। ਕਿਉਂਕਿ ਜਦੋਂ ਹਰ ਇੱਛਾ ਖਤਮ ਹੋ ਜਾਂਦੀ ਹੈ, ਹਰ ਮੰਗ ਮੁੱਕ ਜਾਂਦੀ ਹੈ, ਔਰ ਅੰਦਰ ਇੱਕੋ ਹੀ ਮੰਗ, ਇੱਕੋ ਹੀ ਡਿਮਾਂਡ, ਇੱਕੋ ਹੀ ਖੁਆਇਸ਼ ਰਹਿ ਜਾਂਦੀ ਹੈ ਉਹ ਮਾਲਿਕ ਦੀ, ਤਾਂ ਫਿਰ ਉਹ ਵਕਤ ਆਉਂਦਾ ਜਦੋਂ ਇਨਸਾਨ ਦੇ ਵਾਸਤੇ ਉਹ ਦੁਆਰ ਖੁੱਲਦਾ ਹੈ। ਕਹਿੰਦੇ ਉਸ ਫਕੀਰ ਨੇ ਵੀ ਬੜਾ ਤੰਗ ਆ ਗਿਆ ਕਿ ਜਦੋਂ ਜਾਣਾ ਗੁਰੂ ਕੋਲ, ਹਾਲੇ ਦਰਵਾਜ਼ਾ ਬੰਦ ਹੈ, ਜਦੋਂ ਖੁੱਲੇਗਾ ਰੱਬ ਦੀ ਰਹਿਮਤ ਦਾ ਦਰਵਾਜ਼ਾ ਹੋ ਜਾਏਗਾ, ਪਰ ਹਾਲੇ ਨਹੀਂ ਖੁੱਲਾ। ਸੋ ਇੰਨਾ ਮਨ ਦੇ ਵਿੱਚ ਆਇਆ, ਇੰਨਾ ਜੋਸ਼ ਆ ਗਿਆ, ਇੰਨਾ ਜਨੂਨ ਆ ਗਿਆ ਕਿ ਹੁਣ ਤਾਂ ਕੁਝ ਵੀ ਹੋ ਜਾਵੇ ਉੱਥੇ ਪਹੁੰਚਣਾ ਹੀ ਹੈ। ਸਾਰੀਆਂ ਖੁਆਇਸ਼ਾਂ ਖਤਮ ਕਰ ਦਿੱਤੀਆਂ, ਕੋਈ ਅੰਦਰ ਮੰਗ ਨਹੀਂ ਰਹਿ ਗਈ ਮੈਨੂੰ ਸੁੱਖ ਮਿਲੇ, ਦੁੱਖ ਮਿਲੇ, ਧੁੱਪ ਹੋਵੇ, ਛਾਂ ਹੋਵੇ, ਆ ਹੋਵੇ, ਉਹ ਹੋਵੇ, ਸਾਰੀਆਂ ਡਿਮਾਂਡਾਂ ਖਤਮ। ਬਸ ਅੰਦਰ ਇੱਕੋ ਹੀ ਮੰਗ, ਉੱਠਦੇ ਬੈਠਦੇ, ਸੌਂਦੇ ਜਾਗਦੇ, ਮੈਨੂੰ ਤੂੰ ਚਾਹੀਦਾ ਹੈ, ਮੈਨੂੰ ਤੇਰਾ ਦਰਸ਼ਨ ਚਾਹੀਦਾ ਹੈ। ਔਰ ਜਦੋਂ ਤਾਰ ਇੱਕੋ ਹੀ ਪਾਸੇ ਖੜਕਣ ਲੱਗ ਗਈ, ਜਦੋਂ ਤਾਰ ਇੱਕ ਪ੍ਰਭੂ 'ਚ ਵੱਜਣ ਲੱਗ ਗਈ, ਤਾਂ ਫਿਰ ਜੀਵਨ 'ਚੋਂ ਸੰਗੀਤ ਉੱਠਿਆ, ਉਹ ਪਰਮਾਤਮਾ ਰੂਪੀ ਸੰਗੀਤ। ਵਕਤ ਆ ਗਿਆ, ਉਹ ਦੁਆਰ ਤੇ ਫਕੀਰ ਪਹੁੰਚ ਗਏ। ਜਦੋਂ ਦਰਵਾਜ਼ੇ ਤੇ ਪਹੁੰਚੇ ਤਾਂ ਅੰਦਰ ਨਹੀਂ ਗਏ, ਜ਼ਰਾ ਧਿਆਨ ਦੇਣਾ, ਅੰਦਰ ਨਹੀਂ ਗਏ। ਕਹਿੰਦੇ ਹੈ ਦੁਆਰਪਾਲ ਖੜਾ ਸੀ ਸਵਾਗਤ ਕਰਨ ਵਾਸਤੇ, ਐ ਫਕੀਰ ਆ ਜਾ, ਤੂੰ ਬੜੀ ਮਿਹਨਤ ਕੀਤੀ, ਤੂੰ ਆਪਣੇ ਹਿਰਦੇ ਚੋਂ ਸੰਸਾਰ ਨੂੰ ਖਤਮ ਕਰ ਦਿੱਤਾ, ਦੁਨੀਆ ਦੀਆਂ ਖੁਆਇਸ਼ਾਂ ਨੂੰ ਖਤਮ ਕਰ ਦਿੱਤਾ, ਇੱਕ ਉਸ ਮਾਲਿਕ ਨੂੰ ਆਪਣੇ ਹਿਰਦੇ 'ਚ ਤੂੰ ਵਸਾ ਲਿਆ। ਆ ਅੱਜ ਤੇਰਾ ਸਵਾਗਤ ਹੈ ਇਸ ਦਰਵਾਜ਼ੇ ਤੇ, ਆ ਜਾ ਅੰਦਰ, ਦਾਖਿਲ ਹੋ ਜਾ ਅੰਦਰ, ਤਾਂ ਕਿ ਮੈਂ ਦੁਆਰ ਬੰਦ ਕਰ ਦੇਵਾਂ। ਕਿਉਂਕਿ ਇੱਥੇ ਹਰ ਕੋਈ ਨਹੀਂ ਆ ਸਕਦਾ, ਇੱਥੇ ਤਾਂ ਉਹੀ ਆ ਸਕਦਾ ਜਿਹੜਾ ਆਪਣੀਆਂ ਖੁਆਇਸ਼ਾਂ ਨੂੰ ਮਾਰ ਲੈਂਦਾ ਹੈ। ਆਪਣਾ ਆਪ ਗਵਾਈਏ ਤਾਂ ਸ਼ੋ ਪਾਈਏ। ਇਸ ਲਈ ਤੂੰ ਆ ਗਿਆ, ਜਲਦੀ ਅੰਦਰ ਆ ਜਾ। ਫਕੀਰ ਦਰਵਾਜ਼ੇ ਤੇ ਖੜੇ ਹੈ, ਦੁਆਰਪਾਲ ਅੰਦਰ ਬੁਲਾ ਰਿਹਾ ਹੈ। ਫਕੀਰ ਦੁਆਰ ਤੇ ਖੜੇ ਤਾਂ ਦੁਆਰਪਾਲ ਨੂੰ ਕਹਿੰਦੇ ਅੰਦਰ ਆਉਣ ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਇੱਕ ਵਾਰ ਤੂੰ ਜਾ ਕੇ ਖੁਦਾ ਨੂੰ, ਪਰਮਾਤਮਾ ਨੂੰ, ਭਗਵਾਨ ਨੂੰ, ਪ੍ਰਭੂ ਨੂੰ ਦੱਸ ਦੇ ਕਿ ਮੈਂ ਆਇਆ ਹਾਂ। ਇੱਕ ਵਾਰ ਉਹਦਾ ਸੰਦੇਸ਼, ਮੇਰਾ ਸੰਦੇਸ਼ ਉਹਦੇ ਤੱਕ ਪਹੁੰਚਾ ਦੇ, ਉਹਦੀ ਆਗਿਆ ਲਿਆ, ਉਹਦੀ ਆਗਿਆ ਤੋਂ ਬਿਨਾਂ ਮੈਂ ਅੰਦਰ ਨਹੀਂ ਆਣਾ। ਉਹ ਦੇਵਦੂਤ ਕਹਿੰਦਾ ਇਹ ਆਗਿਆ ਹੀ ਹੈ, ਤਾਂ ਹੀ ਤਾਂ ਦੁਆਰ ਖੁੱਲਾ ਹੈ। ਜੇ ਉਹਦਾ ਹੁਕਮ ਨਾ ਹੋਵੇ ਤਾਂ ਦਰਵਾਜ਼ਾ ਕਦੀ ਖੁੱਲਦਾ ਹੀ ਨਹੀਂ ਹੈ। ਤੂੰ ਬੰਦਗੀ ਇੰਨੀ ਕੀਤੀ, ਤੂੰ ਪ੍ਰੇਮ ਹੀ ਇੰਨਾ ਕੀਤਾ ਕਿ ਤੇਰੇ ਵਾਸਤੇ ਦੁਆਰ ਖੁੱਲ ਗਿਆ, ਹੁਣ ਆ ਜਾ, ਪੁੱਛਣ ਦੀ ਲੋੜ ਨਹੀਂ ਹੈ। ਫਕੀਰ ਕਹਿੰਦੇ ਮੇਰੀ ਤਸੱਲੀ ਵਾਸਤੇ ਜਾ ਕੇ ਇੱਕ ਵਾਰ ਪੁੱਛਿਆ, ਕਿਉਂਕਿ ਮੈਂ ਨਹੀਂ ਚਾਹੁੰਦਾ ਆਪਣੇ ਮਾਲਿਕ ਦੀ ਆਗਿਆ ਤੋਂ ਬਿਨਾਂ, ਇਜਾਜ਼ਤ ਤੋਂ ਬਿਨਾਂ ਉਹਦੇ ਘਰ 'ਚ ਕਦਮ ਰੱਖਾਂ। ਇਸ ਕਰਕੇ ਇੱਕ ਵਾਰ ਜਾ ਕੇ ਮੇਰੀ ਤਸੱਲੀ ਵਾਸਤੇ ਪੁੱਛਿਆ। ਕਹਾਣੀ ਕੀ ਕਹਿੰਦੀ ਹੈ, ਦੁਆਰਪਾਲ ਨੂੰ ਭੇਜਿਆ ਫਕੀਰਾਂ ਨੇ ਕਿ ਪੁੱਛ ਕੇ ਆ, ਜਦ ਤੱਕ ਤੂੰ ਪੁੱਛ ਕੇ ਨਹੀਂ ਆਏਗਾ ਮੈਂ ਨਹੀਂ ਅੰਦਰ ਆਣਾ, ਚਾਹੇ ਤੂੰ ਜਿੰਨੀਆਂ ਮਰਜ਼ੀ ਬੇਨਤੀਆਂ ਕਰੀ ਜਾ। ਦੁਆਰਪਾਲ ਨੇ ਕਿਹਾ ਵੀ ਕੰਮ ਖਰਾਬ ਹੋ ਗਿਆ, ਇਹਨੂੰ ਇੱਥੇ ਛੱਡ ਕੇ ਵੀ ਨਹੀਂ ਜਾ ਸਕਦਾ, ਔਰ ਜੇ ਮੈਂ ਇਹਨੂੰ ਕਹਿੰਦਾ ਅੰਦਰ ਆ ਜਾ, ਇਹ ਕਹਿੰਦਾ ਮੈਂ ਆਪਣੀ ਮਰਜ਼ੀ ਨਾਲ ਆਣਾ ਨਹੀਂ, ਉਹਦੀ ਆਗਿਆ ਲੈ ਕੇ ਆ। ਇਸ ਲਈ ਦੁਆਰਪਾਲ ਨੇ ਕਿਹਾ ਠੀਕ ਹੈ, ਫਿਰ ਤੂੰ ਇੱਥੇ ਖੜ, ਮੈਂ ਆਗਿਆ ਲੈ ਕੇ ਹੁਣੇ ਹੀ ਆਇਆ। ਦੁਆਰਪਾਲ ਚਲਾ ਗਿਆ। ਕਹਾਣੀ ਹੈ ਕਿ ਦੁਆਰਪਾਲ ਗਿਆ ਭਗਵਾਨ ਦੇ ਕੋਲ ਆਗਿਆ ਲੈਣ ਵਾਸਤੇ, ਪਰ ਜਦੋਂ ਆਗਿਆ ਲੈ ਕੇ ਵਾਪਸ ਆਇਆ ਤਾਂ ਦੇਖ ਕੇ ਹੈਰਾਨ ਰਹਿ ਗਿਆ। ਦੇਖ ਕੇ ਹੈਰਾਨ ਰਹਿ ਗਿਆ। ਕੀ ਹੈਰਾਨੀ ਹੋਈ ਕਿ ਨਾ ਤਾਂ ਉੱਥੇ ਫਕੀਰ ਹੈ ਤਾਂ ਨਾ ਹੀ ਉਸ ਘਰ 'ਚ ਦਰਵਾਜ਼ਾ ਹੈ। ਉਹ ਫਕੀਰ ਦਰਵਾਜ਼ਾ ਲੈ ਕੇ ਦੌੜ ਗਿਆ। ਫਕੀਰ ਨੇ ਉਹ ਦਰਵਾਜ਼ਾ ਹੀ ਜਿਹੜਾ ਖੁੱਲਦਾ ਸੀ, ਬੰਦ ਹੁੰਦਾ ਸੀ, ਖੁੱਲਦਾ ਸੀ, ਉਹ ਦਰਵਾਜ਼ਾ ਖੋਲਿਆ ਔਰ ਲੈ ਕੇ ਫਕੀਰ ਹੀ ਗਾਇਬ ਹੋ ਗਿਆ। ਉਹ ਦੁਆਰਪਾਲ ਦੇਖੇ ਫਕੀਰ ਕਿੱਥੇ ਗਿਆ ਤੇ ਘਰ ਦਾ ਦਰਵਾਜ਼ਾ ਕਿੱਥੇ ਗਿਆ। ਨਾ ਇੱਥੇ ਦੁਆਰ ਹੈ, ਨਾ ਹੀ ਫਕੀਰ ਹੈ। ਦੁਆਰਪਾਲ ਨੇ ਬੜੀ ਤਲਾਸ਼ ਕੀਤੀ, ਕਹਿੰਦੇ ਫਕੀਰ ਮਿਲਿਆ ਨਹੀਂ। ਦੁਆਰਪਾਲ ਗਿਆ ਭਗਵਾਨ ਦੇ ਕੋਲ ਕਿ ਭਗਵਾਨ ਇਹ ਤਾਂ ਗਜਬ ਹੋ ਗਿਆ, ਉਹ ਤੇਰੇ ਘਰ ਦਾ ਦਰਵਾਜ਼ਾ ਹੀ ਕੋਈ ਚੋਰੀ ਕਰਕੇ ਲੈ ਗਿਆ। ਉਹ ਫਕੀਰ ਆਇਆ ਸੀ, ਮੈਨੂੰ ਬਹਾਨੇ ਦੇ ਨਾਲ ਅੰਦਰ ਭੇਜ ਦਿੱਤਾ ਤੇ ਕੋ ਆਗਿਆ ਲੈਣ, ਮੈਂ ਵਾਪਸ ਗਿਆ, ਨਾ ਉੱਥੇ ਦਰਵਾਜ਼ਾ ਸੀ ਨਾ ਫਕੀਰ।
ਨਾ ਉਹ ਆਪ ਅੰਦਰ ਆਇਆ ਔਰ ਨਾ ਹੁਣ ਉੱਥੇ ਦਰਵਾਜ਼ਾ ਹੈ। ਹੁਣ ਭਗਵਾਨ ਕੀ ਹੋਏਗਾ? ਭਗਵਾਨ ਨੇ ਆਪਣੀ ਸ਼ਕਤੀ ਨਾਲ ਦੇਖਿਆ, ਉਹ ਫਕੀਰ ਦਰਵਾਜ਼ਾ ਲੈ ਕੇ ਜਾ ਰਿਹਾ ਹੈ। ਕਹਿੰਦੇ ਰਸਤੇ 'ਚ ਭਗਵਾਨ ਨੇ ਫੜ ਲਿਆ, ਕਿਉਂਕਿ ਭਗਵਾਨ ਤਾਂ ਹਰ ਜਗ੍ਹਾ ਹੀ ਹੈ। ਕਹਾਣੀ ਹੈ ਕਿ ਰਸਤੇ 'ਚ ਭਗਵਾਨ ਖੜ ਗਿਆ ਸਾਹਮਣੇ। ਐ ਫਕੀਰ, ਇਹ ਕੀ ਹੋ ਰਿਹਾ ਹੈ? ਓਏ ਤੂੰ ਮੇਰੇ ਘਰ ਦਾ ਦਰਵਾਜ਼ਾ ਲੈ ਕੇ ਕਿੱਥੇ ਜਾ ਰਿਹਾ ਹੈ? ਤੈਨੂੰ ਤਾਂ ਦਰਵਾਜ਼ਾ ਖੋਲਿਆ ਸੀ ਅੰਦਰ ਬੁਲਾਉਣ ਵਾਸਤੇ, ਔਰ ਤੂੰ ਦਰਵਾਜ਼ਾ ਲੈ ਕੇ ਜਾ ਰਿਹਾ ਹੈ। ਕਿ ਤੂੰ ਅੰਦਰ ਨਹੀਂ ਆਣਾ ਸੀ? ਫਕੀਰ ਨੇ ਕਿਹਾ, ਹੈ ਭਗਵਾਨ, ਜੇ ਮੈਂ ਅੰਦਰ ਆ ਜਾਂਦਾ ਤਾਂ ਤੇਰਾ ਦਰਵਾਜ਼ਾ ਫੇਰ ਬੰਦ ਹੋ ਜਾਣਾ ਸੀ। ਇਸ ਲਈ ਮੈਂ ਅੰਦਰ ਨਹੀਂ ਆਇਆ। ਇਸ ਲਈ ਨਹੀਂ ਅੰਦਰ ਆਇਆ ਕਿ ਮੈਂ ਦਰਵਾਜ਼ਾ ਹੀ ਚੋਰੀ ਕਰਕੇ ਲੈ ਜਾਵਾਂ, ਤਾਂ ਕਿ ਤੇਰੇ ਦਰ ਦਾ ਦਰਵਾਜ਼ਾ ਕਦੀ ਕਿਸੇ ਨੂੰ ਵੀ ਬੰਦ ਨਾ ਮਿਲੇ। ਜਿਹੜਾ ਵੀ ਆਵੇ ਉਹਦੇ ਵਾਸਤੇ ਦਰਵਾਜ਼ਾ ਸਦਾ ਖੁੱਲਾ ਰਵੇ। ਮੈਂ ਬੇਸ਼ੱਕ ਦੁੱਖਾਂ 'ਚ ਰਹਿ ਲਵਾਂ, ਕੋਈ ਗੱਲ ਨਹੀਂ, ਪਰ ਤੇਰੇ ਘਰ ਦਾ ਦਰਵਾਜ਼ਾ ਸਦਾ ਸਭ ਨੂੰ ਖੁੱਲਾ ਮਿਲੇ, ਤਾਂ ਕਿ ਕਿਸੇ ਨੂੰ ਇਹ ਸੁਣਨ ਦੀ ਗੱਲ ਨਾ ਮਿਲੇ ਕਿ ਹਾਲੇ ਦਰਵਾਜ਼ਾ ਖੁੱਲਾ ਹੀ ਨਹੀਂ ਹੈ। ਨਾ ਰਹੇਗਾ ਬਾਂਸ, ਨਾ ਵੱਜੇਗੀ ਬਾਂਸੁਰੀ, ਨਾ ਤੇਰੇ ਦਰ ਤੇ ਰਹੇਗਾ ਦਰਵਾਜ਼ਾ, ਤਾਂ ਨਾ ਹੋਏਗਾ ਕਦੀ ਬੰਦ। ਕਹਿੰਦੇ ਭਗਵਾਨ ਖੁਸ਼ ਹੋ ਗਿਆ, ਔਰ ਉਸ ਦਿਨ ਤੋਂ ਭਗਵਾਨ ਨੇ ਕਿਹਾ, ਜਾ ਫਿਰ ਅੱਜ ਤੋਂ ਮੇਰੇ ਘਰ 'ਚ ਦਰਵਾਜ਼ਾ ਹੀ ਕੋਈ ਨਹੀਂ। ਉਸ ਦਿਨ ਤੋਂ ਰਹਿਮਤਾਂ ਦਾ ਦੁਆਰ ਖੁੱਲਾ ਹੀ ਹੈ। ਬਸ ਜ਼ਰੂਰਤ ਹੈ ਤੁਹਾਨੂੰ ਉਹ ਦਰਵਾਜ਼ੇ ਤੱਕ ਪਹੁੰਚਣ ਦੀ। ਜੇ ਤੁਸੀਂ ਦੁਆਰ ਤੱਕ ਨਾ ਪਹੁੰਚੋ ਤਾਂ ਇਹ ਦੋਸ਼ ਦਰਵਾਜ਼ੇ ਦਾ ਨਹੀਂ ਹੈ, ਇਹ ਦੋਸ਼ ਪਰਮਾਤਮਾ ਦਾ ਨਹੀਂ ਹੈ। ਇਹ ਦੋਸ਼ ਤੁਹਾਡਾ ਹੈ ਕਿ ਹਾਲੇ ਤੱਕ ਤੁਸੀਂ ਉਸ ਉਚਾਈ ਤੇ, ਤੁਹਾਡੀ ਸੋਚ, ਤੁਹਾਡੀ ਸਮਝ, ਤੁਹਾਡੀ ਸੁਰਤੀ ਹਾਲੇ ਤੱਕ ਉਸ ਉਚਾਈ ਤੇ ਪਹੁੰਚੀ ਨਹੀਂ ਹੈ ਜਿੱਥੇ ਪਰਮਾਤਮਾ ਦਾ ਦੁਆਰ ਸ਼ੁਰੂ ਹੁੰਦਾ ਹੈ। ਔਰ ਅਸੀਂ ਥੱਲੇ ਬੈਠੇ ਕਹੀ ਜਾਂਦੇ ਹਾਂ ਦਰਵਾਜ਼ਾ ਬੰਦ, ਦਰਵਾਜ਼ਾ ਬੰਦ। ਪਹੁੰਚ ਕੇ ਦੇਖੋ ਤਾਂ ਸਹੀ, ਉੱਥੇ ਦਰਵਾਜ਼ਾ ਹੈ ਵੀ। ਉਹ ਤਾਂ ਫਕੀਰ ਕਦੋਂ ਦੇ ਲੈ ਗਏ। ਇਸ ਲਈ ਇਹ ਪਰਮਾਤਮਾ ਦੇ ਘਰ ਦੀ ਰਹਿਮਤ ਦਾ ਕੋਈ ਪਤਾ ਨਹੀਂ ਹੁੰਦਾ। ਇਸ ਲਈ ਜਦੋਂ ਵੀ ਜੀਵਨ 'ਚ ਮੌਕਾ ਮਿਲੋ, ਸਿਮਰਨ ਨਾ ਛੱਡੋ, ਸਤ ਸੰਗਤ ਨਾ ਛੱਡੋ, ਗੁਰੂਆਂ ਰਹਿਬਰਾਂ ਸੰਤਾਂ ਦੇ ਕੋਲ ਬੈਠਣਾ ਇਹ ਛੱਡੋ ਨਾ, ਕਿਉਂਕਿ ਰਹਿਮਤ ਦਾ ਕੋਈ ਅੰਦਾਜ਼ਾ ਨਹੀਂ ਕਿ ਕਦੋਂ ਕਿਸ ਤੇ ਹੋ ਜਾਵੇ। ਹੁਣ ਤੁਸੀਂ ਕਿੰਨੇ ਜੀ ਬੈਠੇ ਹੋ, ਕੋਈ ਪਤਾ ਕਿ ਕਿਸ ਦੀ ਝੋਲੀ 'ਚ ਕੀ ਪੈ ਜਾਣਾ ਹੈ, ਕਿਤੇ ਕਿਹੜੀ ਰਹਿਮਤ ਹੋ ਜਾਣੀ ਹੈ, ਇਹਦਾ ਅੰਦਾਜ਼ਾ ਨਹੀਂ ਹੈ ਕਿਸੇ ਨੂੰ ਵੀ। ਬਹੁਤ ਵਾਰ ਦੇਖਿਆ ਹੈ ਕਿ ਇਨਸਾਨ ਆਂਦਾ ਕੁਝ ਹੋਰ ਹੈ, ਤਾਂ ਜਦੋਂ ਮਾਲਕ ਦੇ ਘਰ 'ਚੋਂ ਜਾਂਦਾ ਹੈ ਤਾਂ ਉਹਦੀ ਜ਼ਿੰਦਗੀ ਕੁਝ ਹੋਰ ਹੋ ਜਾਂਦੀ ਹੈ। ਆਂਦੇ ਦਾ ਰੰਗ ਕੁਝ ਹੋਰ ਹੁੰਦਾ ਹੈ ਤਾਂ ਜਾਂਦੇ ਦਾ ਰੰਗ ਕੁਝ ਹੋਰ ਹੋ ਜਾਂਦਾ ਹੈ। ਇਹ ਰੰਗ ਚਮੜੀ ਦੀ ਗੱਲ ਨਹੀਂ ਕਰਦੇ, ਕੱਪੜੇ ਦੀ ਗੱਲ ਨਹੀਂ ਕਰਦੇ। ਇਹ ਬੰਦਾ ਕਹੇ ਆਇਆ ਸੀ ਤਾਂ ਕਾਲਾ, ਤਾਂ ਹੁਣ ਮੈਂ ਗੋਰਾ ਹੋ ਕੇ ਜਾ ਰਿਹਾ ਹਾਂ, ਜਾਂ ਕੱਪੜਾ ਮੇਰਾ ਆਹ ਰੰਗ ਦਾ ਸੀ ਤਾਂ ਹੁਣ ਮੇਰਾ ਕੱਪੜੇ ਦਾ ਰੰਗ ਬਦਲ ਗਿਆ। ਇਹ ਬਦਲਦਾ ਹੈ ਸਾਡੀ ਆਤਮਾ ਦਾ, ਸਾਡੇ ਮਨ ਦਾ। ਸਾਡੀ ਸੁਰਤੀ ਬਦਲਦੀ ਹੈ, ਸਾਡੀ ਸੋਚ ਬਦਲਦੀ ਹੈ, ਸਾਡੀ ਰੂਹ ਜਿਹੜੀ ਕਿ ਮਨ ਦੇ ਮਗਰ ਲੱਗੀ ਹੋਈ ਹੈ, ਮਨ ਦਾ ਰੰਗ ਜਿਸ ਤੇ ਚੜਿਆ ਹੈ ਉੱਤੇ ਪ੍ਰਮਾਤਮਾ ਦਾ ਰੰਗ ਚੜਨਾ ਸ਼ੁਰੂ ਹੋ ਜਾਂਦਾ ਹੈ। ਇਹ ਮਨ ਰੰਗ ਜਾਂਦਾ ਹੈ ਪ੍ਰਭੂ ਦੇ ਰੰਗ 'ਚ। ਇਸ ਲਈ रहमत कब और किस पर हो जाए इसका कोई अंदाजा नहीं होता। ये तो रहमत का घर है, इस घर का कोई दरवाजा नहीं होता। ये तो मालिक दी रहमत दा घर है, ਉਹਦੇ ਦਰਵਾਜ਼ੇ ਤਾਂ 24 ਘੰਟੇ ਖੁੱਲੇ ਹੈ। ਬਸ ਤੁਸੀਂ ਐਸੇ ਬਣ ਜਾਓ, ਤੁਹਾਡੀ ਜ਼ਿੰਦਗੀ ਐਸੀ ਬਣ ਜਾਵੇ, ਤੁਹਾਡੇ ਕਰਮ ਐਸੇ ਬਣ ਜਾਣ ਕਿ ਤੁਸੀਂ ਦੇਖ ਸਕੋ ਕਿ ਵਾਕਈ ਉਹਦੇ ਘਰ 'ਚ ਤਾਂ ਹਰ ਵੇਲੇ ਦੁਆਰ ਖੁੱਲੇ ਹੋਏ ਆ, ਰਹਿਮਤਾਂ ਦੇ, ਬਰਕਤਾਂ ਦੇ, ਬਖਸ਼ਿਸ਼ਾਂ ਦੇ। ਬਸ ਮੈਨੂੰ ਹੀ ਲੈਣਾ ਨਹੀਂ ਆਇਆ। ਪਤਾ ਲੱਗ ਜਾਂਦਾ ਹੈ ਇਨਸਾਨ ਨੂੰ। ਜਿੱਦਾਂ ਅਸੀਂ ਮਹਾਤਮਾ ਬੁੱਧ ਦਾ ਜ਼ਿਕਰ ਕੀਤਾ ਹੈ ਕਈ ਵਾਰ ਕਿ ਮਹਾਤਮਾ ਬੁੱਧ ਜਦੋਂ ਉਸ ਮੰਜ਼ਿਲ ਤੇ ਪਹੁੰਚੇ, ਤਾਂ ਉਹਨਾਂ ਨੂੰ ਕਿਸੇ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ ਤੁਸੀਂ ਕਿਸ ਤਰ੍ਹਾਂ ਪ੍ਰਮਾਤਮਾ ਨੂੰ ਪਾਇਆ, ਕਿਸ ਤਰ੍ਹਾਂ ਉਸ ਪ੍ਰਭੂ ਨੂੰ ਪਾਇਆ, ਉਹਦੇ ਬਾਰੇ ਦੱਸੋ। ਤਾਂ ਮਹਾਤਮਾ ਬੁੱਧ ਨੇ ਮੁਸਕਰਾ ਕੇ ਬੜਾ ਪਿਆਰਾ ਉੱਤਰ ਦਿੱਤਾ। ਮਹਾਤਮਾ ਬੁੱਧ ਕਹਿੰਦੇ ਤੂੰ ਪੁੱਛ ਰਿਹਾ ਕਿੱਦਾਂ ਪ੍ਰਭੂ ਨੂੰ ਪਾਇਆ, ਉਹਦੇ ਬਾਰੇ ਦੱਸੋ। ਕਿ ਉਹ ਤਾਂ ਪਾਇਆ ਹੀ ਹੋਇਆ ਸੀ, ਉਹਨੂੰ ਤਾਂ ਪਾਇਆ ਹੀ ਹੋਇਆ ਸੀ, ਉਹ ਤਾਂ ਮੇਰੇ ਕੋਲ ਹੀ ਸੀ। ਕਿਉਂਕਿ ਪਾਇਆ ਉਸ ਚੀਜ਼ ਨੂੰ ਤੂੰ ਕਿਹਾ ਜਾਂਦਾ ਜਿਹੜੀ ਕਿਤੇ ਦੂਰ ਹੋਵੇ ਤਾਂ ਬਾਅਦ ਚੋਂ ਬੰਦਾ ਪਾ ਲੈਂਦਾ ਹੈ। ਉਹ ਪ੍ਰਭੂ ਤਾਂ ਮੇਰੇ ਕੋਲ ਹੀ ਸੀ। ਇਹ ਪੁੱਛ ਮੈਂ ਕਿਸ ਤਰ੍ਹਾਂ ਉਹਦੇ ਤੱਕ ਪਹੁੰਚਿਆ, ਕਿਸ ਤਰ੍ਹਾਂ ਉਹਨੂੰ ਦੇਖਿਆ। ਕਿਉਂਕਿ ਪਾਣਾ ਗੱਲ ਹੋਰ ਹੈ ਤਾਂ ਉੱਥੇ ਪਹੁੰਚ ਕੇ ਜਾਣਨਾ ਗੱਲ ਹੋਰ ਹੈ। ਇਹ ਗੱਲ ਅੱਛੀ ਤਰ੍ਹਾਂ ਸਮਝ ਲੈਣਾ। ਪਾਣ ਵਾਸਤੇ ਚੀਜ਼ ਕਿਤੇ ਦੂਰ ਚਾਹੀਦੀ ਹੈ ਕਿ ਉਹ ਦੂਰ ਸੀ ਮੈਂ ਉਹਨੂੰ ਪਾ ਲਿਆ, ਉਹ ਦੂਰ ਸੀ ਮੈਂ ਉਹਨੂੰ ਮਿਲਿਆ, ਉਹ ਦੂਰ ਸੀ ਮੈਂ ਉਹਦੇ ਕੋਲ ਚੱਲ ਕੇ ਗਿਆ। ਨਹੀਂ, ਪਰਮਾਤਮਾ ਤਾਂ ਸਾਡੇ ਨੇੜੇ ਤੋਂ ਵੀ ਨੇੜੇ। ਨੇੜਾ ਲਫ਼ਜ਼ ਵੀ ਕਹਿੰਦੇ ਨਾ ਨੇੜੇ, ਇਹ ਨੇੜੇ ਵੀ ਲਫ਼ਜ਼ ਉਹ ਗੱਲ ਨਹੀਂ ਬਣਾਉਂਦਾ।
ਜਿਹਦਾ ਬੰਦਾ ਕਹਿੰਦਾ ਮੇਰਾ ਬੱਚਾ ਮੇਰੇ ਨੇੜੇ ਬੈਠਾ ਹੈ, ਨਜ਼ਦੀਕ ਬੈਠਾ ਹੈ, ਮੇਰੀ ਪਤਨੀ ਮੇਰੇ ਨਜ਼ਦੀਕ ਬੈਠੀ, ਮੇਰਾ ਪਤੀ, ਮੇਰੀ ਮਾਂ, ਮੇਰਾ ਬਾਪ ਮੇਰੇ ਨਜ਼ਦੀਕ ਬੈਠਾ ਹੈ, ਤਾਂ ਕਿੰਨਾ ਕੁ ਨਜ਼ਦੀਕ ਹੈ? ਜਿੰਨਾ ਮਰਜ਼ੀ ਨੇੜੇ ਹੋ ਕੇ ਬਹਿ ਲਓ, ਫਿਰ ਵੀ ਇੱਕ ਦੂਰੀ ਰਹਿਣੀ ਹੈ। ਹੁਣ ਤੁਸੀਂ ਜੀਵ ਇੱਕ ਦੂਜੇ ਦੇ ਨਜ਼ਦੀਕ ਬੈਠੇ ਹੋ, ਪਰ ਫਿਰ ਵੀ ਇੱਕ ਦੂਜੇ ਤੋਂ ਦੂਰ ਹੋ, ਕਿਉਂਕਿ ਤੁਹਾਡੀ ਸੋਚ ਹੋਰ ਹੈ, ਨਾਲ ਬੈਠੇ ਦੀ ਸੋਚ ਹੋਰ ਹੈ, ਤੁਹਾਡੇ ਕਰਮ ਹੋਰ ਹੈ, ਨਾਲ ਬੈਠੇ ਦੇ ਕਰਮ ਹੋਰ ਹੈ। ਸੋ ਨਜ਼ਦੀਕ ਹੋ ਕੇ ਵੀ, ਇਸੇ ਲਈ ਤਾਂ ਕਈ ਵਾਰ ਬਾਪ ਬੇਟਾ ਨਜ਼ਦੀਕ ਹੋ ਕੇ ਵੀ ਇੱਕ ਦੂਜੇ ਤੋਂ ਬੜੇ ਦੂਰ ਹੁੰਦੇ ਆ, ਮਨ ਨੂੰ ਲੈ ਕੇ, ਸੋਚ ਨੂੰ ਲੈ ਕੇ, ਸਮਝ ਨੂੰ ਲੈ ਕੇ। ਜਾਂ ਇਹਨੂੰ ਇਦਾਂ ਸਮਝ ਲਓ ਕਿ ਇੱਕ 80 ਸਾਲ ਦਾ ਬਜ਼ੁਰਗ ਹੈ ਔਰ ਇੱਕ 6 ਮਹੀਨੇ ਦਾ ਬੱਚਾ ਹੈ। ਉਹ ਬਜ਼ੁਰਗ ਨੇ ਬੱਚੇ ਨੂੰ ਗੋਦ 'ਚ ਚੱਕਿਆ ਹੈ। ਹੁਣ ਕਹਿਣ ਨੂੰ ਤਾਂ ਬੜੇ ਨੇੜੇ ਹੈ, ਪਰ ਸਮਝ ਦੇ ਮਾਮਲੇ 'ਚ 80 ਸਾਲ ਦਾ ਫਰਕ ਹੈ, ਕਿਉਂਕਿ ਉਹਦਾ 80 ਸਾਲ ਦਾ ਆਪਣਾ ਤਜਰਬਾ, ਤਾਂ ਬੱਚਾ ਹਾਲੇ 6 ਮਹੀਨੇ ਦਾ। ਕਹਿਣ ਨੂੰ ਨੇੜੇ, ਪਰ ਅੰਦਰੂਨੀ ਤੌਰ ਤੇ ਦੇਖਿਆ ਜਾਵੇ ਬੜਾ ਫਰਕ। ਇਸੇ ਤਰ੍ਹਾਂ ਜਦੋਂ ਅਸੀਂ ਕਹਿੰਦੇ ਪ੍ਰਮਾਤਮਾ ਨਜ਼ਦੀਕ, ਤਾਂ ਨਜ਼ਦੀਕ ਨਾਲ ਵੀ ਉਹ ਗੱਲ ਨਹੀਂ ਬਣਦੀ। ਪ੍ਰਮਾਤਮਾ ਤਾਂ ਨੇੜੇ ਤੋਂ ਵੀ ਨਜ਼ਦੀਕ ਤੋਂ ਵੀ ਨਜ਼ਦੀਕ ਹੈ। ਕਿਉਂ? ਕਿਉਂਕਿ ਤੁਹਾਡੇ ਸਰੀਰ ਨੂੰ ਤੁਹਾਡੇ ਤੋਂ ਦੂਰ ਕੀਤਾ ਜਾ ਸਕਦਾ ਹੈ। ਫਰਜ਼ ਕਰੋ ਤੁਸੀਂ ਕਹਿੰਦੇ ਮੇਰਾ ਹੱਥ, ਤੁਹਾਡੇ ਹੱਥ ਨੂੰ ਕੱਟ ਕੇ ਤੁਹਾਡੇ ਤੋਂ ਦੂਰ ਕੀਤਾ ਜਾ ਸਕਦਾ ਹੈ। ਤੁਹਾਡੀ ਅੱਖ ਨਿਕਾਲ ਕੇ ਤੁਹਾਡੇ ਤੋਂ ਦੂਰ ਕੀਤੀ ਜਾ ਸਕਦੀ ਹੈ। ਤੁਹਾਡੇ ਸਰੀਰ ਦੇ ਅੰਗ ਕੱਟ ਕੇ ਤੁਹਾਡੇ ਤੋਂ ਦੂਰ ਕੀਤੇ ਜਾ ਸਕਦੇ ਆ, ਪਰ ਪ੍ਰਮਾਤਮਾ ਤਾਂ ਇੰਨਾ ਨਜ਼ਦੀਕ ਹੈ ਕਿ ਚਾਹ ਕੇ ਵੀ ਉਹਨੂੰ ਕੋਈ ਤੁਹਾਡੇ ਤੋਂ ਦੂਰ ਨਹੀਂ ਕਰ ਸਕਦਾ। ਕੋਈ ਇਦਾਂ ਦਾ ਉਪਾਅ ਨਹੀਂ ਕਿ ਪ੍ਰਭੂ ਨੂੰ ਕੱਟ ਕੇ ਤੁਹਾਡੇ ਤੋਂ ਦੂਰ ਕੀਤਾ ਜਾਵੇ। ਉਹ ਤਾਂ ਇੰਨਾ ਨਜ਼ਦੀਕ ਹੈ, ਸਰੀਰ ਤੋਂ ਵੀ ਨਜ਼ਦੀਕ ਹੈ ਪ੍ਰਮਾਤਮਾ। ਇਸ ਲਈ ਪਾਣ ਦੀ ਗੱਲ ਨਹੀਂ, ਉਹਨੂੰ ਜਾਣਨ ਦੀ ਗੱਲ ਹੈ। ਜਿਹੜਾ ਬੰਦਾ ਕਹੇ ਨਾ ਪਾਣਾ, ਤਾਂ ਜ਼ਰਾ ਇੱਥੇ ਇੱਕ ਗੱਲ ਅਸੀਂ ਦੱਸਣਾ ਚਾਹੁੰਦੇ ਹਾਂ ਤੁਹਾਨੂੰ ਕਿ ਪਾਣ ਦੀ ਜਿਹੜਾ ਗੱਲ ਕਰੇ ਮੈਂ ਪ੍ਰਭੂ ਨੂੰ ਪਾਣਾ, ਇਹਦਾ ਮਤਲਬ ਇਹਨਾਂ ਸਮਝਿਆ ਹੀ ਪ੍ਰਮਾਤਮਾ ਨੂੰ ਦੂਰ ਹੈ। ਅੱਜ ਕਈ ਵਾਰ ਸਾਨੂੰ ਬੜੀ ਹੈਰਾਨੀ ਹੋ ਜਾਂਦੀ ਹੈ ਜਦੋਂ ਇਨਸਾਨ ਕਹਿੰਦਾ ਪ੍ਰਮਾਤਮਾ ਦੂਰ ਹੈ, ਪ੍ਰਭੂ ਦੂਰ ਹੈ, ਪਰ ਅਸੀਂ ਤਾਂ ਜਾਣਿਆ ਹੈ ਕਿ ਪ੍ਰਮਾਤਮਾ ਤੋਂ ਜ਼ਿਆਦਾ ਨੇੜੇ ਹੋਰ ਕੁਝ ਹੈ ਹੀ ਨਹੀਂ। ਬੰਦਾ ਕਹਿੰਦਾ ਰੱਬ ਬੜਾ ਦੂਰ ਹੈ, ਅੱਲਾ ਦੂਰ ਬੈਠਾ ਹੈ, ਮੌਲਾ ਦੂਰ ਬੈਠਾ ਹੈ, ਭਗਵਾਨ ਰਾਮ ਈਸ਼ਵਰ ਦੂਰ ਹੈ। ਬੜੀ ਹੈਰਾਨੀ ਹੋ ਜਾਂਦੀ ਹੈ। ਇਹ ਦੂਰ ਉਹੀ ਕਹਿ ਸਕਦਾ ਜਿਹਨੂੰ ਨਜ਼ਰ ਨਹੀਂ ਆ ਰਿਹਾ, ਜਾਂ ਜਿਹਦੇ ਕੋਲ ਦੇਖਣ ਵਾਲੀ ਅੱਖ ਨਹੀਂ। ਜਿਸਨੇ ਉਹਨੂੰ ਸਮਝ ਲਿਆ, ਉਹਨੂੰ ਤਾਂ ਹਰ ਸ਼ੈ ਅੰਦਰ ਉਹੀ ਨਜ਼ਰ ਆ ਜਾਂਦਾ ਹੈ। ਇਸ ਲਈ ਸਮਝਣਾ, ਬੰਦੇ ਨੂੰ ਦੂਰ ਕਿਉਂ ਨਜ਼ਰ ਆਉਂਦਾ ਹੈ? ਕਾਰਨ ਹੈ। ਇੱਕ ਬੰਦਾ ਕਹਿੰਦਾ ਕ੍ਰਿਸ਼ਨ ਅੰਦਰ ਭਗਵਾਨ, ਕ੍ਰਿਸ਼ਨ ਬਹੁਤ ਦੂਰ ਹੈ। ਇੱਕ ਬੰਦਾ ਕਹਿੰਦਾ ਰਾਮ ਅੰਦਰ ਭਗਵਾਨ, ਰਾਮ ਬਹੁਤ ਦੂਰ ਹੈ। ਜਰਾ ਧਿਆਨ ਦੇਣਾ, ਕੋਈ ਕਹਿੰਦਾ ਮੁਹੰਮਦ ਅੰਦਰ ਭਗਵਾਨ, ਖੁਦਾ ਬਹੁਤ ਦੂਰ ਹੈ। ਔਰ ਇੱਕ ਗੱਲ ਯਾਦ ਰੱਖੋ, ਅਸੀਂ ਪ੍ਰਮਾਤਮਾ ਨੂੰ ਇੰਨਾ ਦੂਰ ਹੀ ਕਿਉਂ ਦੇਖਦੇ ਹਾਂ? ਸਾਡੇ ਚਾਰੋਂ ਤਰਫ ਬੱਚਾ ਘੁੰਮ ਰਿਹਾ ਸਾਡਾ, ਉਹਦੇ ਅੰਦਰ ਵੀ ਤਾਂ ਭਗਵਾਨ ਹੈ, ਉਹਦੇ ਅੰਦਰ ਹੀ ਦੇਖ ਲਓ। ਜਰਾ ਸਮਝਣਾ, ਲਾਗੇ ਤੁਹਾਡੇ ਫੁੱਲ ਖਿਲੇ ਹੋਏ ਆ, ਉਹਦੇ ਅੰਦਰ ਵੀ ਤਾਂ ਭਗਵਾਨ ਹੈ। ਜੇ ਉਹਦੇ ਅੰਦਰ ਜਿਹੜਾ ਕਿ ਫੁੱਲ ਸਾਖਸ਼ਾਤ ਤੁਹਾਡੇ ਸਾਹਮਣੇ ਹੈ, ਉਹਦੇ ਅੰਦਰ ਤੁਹਾਨੂੰ ਭਗਵਾਨ ਨਾ ਮਿਲਿਆ, ਤਾਂ ਜਿਹੜੇ ਕ੍ਰਿਸ਼ਨ 2500 2600 3000 ਸਾਲ ਪਹਿਲਾਂ ਹੋ ਚੁੱਕੇ ਆ, ਉਹਦੇ ਅੰਦਰ ਦੇਖ ਰਹੇ ਹਾਂ ਅਸੀਂ। ਕਦੀ ਤੁਹਾਡਾ ਬੱਚਾ ਬੋਲਦਾ ਹੈ, ਉਹਦੇ ਬੋਲਾਂ 'ਚ ਤੁਹਾਨੂੰ ਭਗਵਾਨ ਨਜ਼ਰ ਨਹੀਂ ਆਉਂਦਾ, ਉਹਨੂੰ ਕਿਤੇ ਚੁੱਪ ਕਰਕੇ ਬੈਠ, ਤਾਂ ਹੋਰ ਮੰਤਰ ਬੜੇ ਉੱਚੀ ਉੱਚੀ ਪੜ੍ਹਦੇ ਹੋ ਜਿਹਨਾਂ ਤੁਹਾਨੂੰ ਅਰਥ ਹੀ ਨਹੀਂ ਪਤਾ। ਜਰਾ ਗੌਰ ਕਰਨਾ, ਹੋਰ ਮੰਤਰ ਹੀ ਨਹੀਂ ਉੱਚੀ ਉੱਚੀ ਪੜ੍ਹਦੇ ਆ, ਉਹਦਾ ਅਰਥ ਹੀ ਨਹੀਂ ਪਤਾ। ਕੋਈ ਸੰਸਕ੍ਰਿਤ ਦੇ ਬੋਲ ਰਿਹਾ, ਕੋਈ ਅਰਬੀ ਦੇ ਬੋਲ ਰਿਹਾ ਹੈ, ਬੰਦੇ ਨੂੰ ਅਰਥ ਹੀ ਨਹੀਂ ਪਤਾ। ਤਾਂ ਜਿਹੜਾ ਬੱਚੇ ਦੀ ਤੋਤਲੀ ਜ਼ੁਬਾਨ ਹੈ, ਉਹ ਜਿਹੜਾ ਮੁਸਕਰਾ ਕੇ ਬੋਲ ਰਿਹਾ ਹੈ, ਕਾਸ਼ ਅਸੀਂ ਉਹਦੇ ਬੋਲਾਂ 'ਚ ਪ੍ਰਭੂ ਨੂੰ ਮਹਿਸੂਸ ਕੀਤਾ ਹੁੰਦਾ ਕਿ ਇਹਦੇ ਅੰਦਰ ਬੈਠਾ ਉਹ ਭਗਵਾਨ ਹੀ ਤਾਂ ਬੋਲ ਰਿਹਾ ਹੈ, ਉਹ ਪ੍ਰਭੂ ਹੀ ਤਾਂ ਬੋਲ ਰਿਹਾ ਹੈ। ਇਹ ਗੱਲ ਬੜੀ ਸਮਝਣ ਵਾਲੀ ਹੈ। ਪਰਮਾਤਮਾ ਨੂੰ ਨੇੜੇ ਮਹਿਸੂਸ ਕਰੋਗੇ ਤਾਂ ਫਿਰ ਉਹ ਜਲਦੀ ਮਿਲੇਗਾ, ਤਾਂ ਜਦੋਂ ਪਰਮਾਤਮਾ ਨੂੰ ਦੂਰ ਹੀ ਦੇਖਦੇ ਰਵਾਂਗੇ। ਉਹ ਫਕੀਰਾਂ ਅੰਦਰ ਸੀ, ਉਹ ਗੁਰੂਆਂ ਅੰਦਰ ਸੀ, ਉਹ ਅਵਤਾਰਾਂ ਅੰਦਰ ਸੀ, ਪੈਗੰਬਰਾਂ ਅੰਦਰ ਸੀ। ਜਦੋਂ ਦੂਰ ਹੀ, ਕਿਉਂਕਿ ਜੋ ਦੂਰ, ਤਾਂ ਉਹਨੂੰ ਅਸੀਂ ਦੂਰ ਮਹਿਸੂਸ ਕਰ ਲਿਆ, ਤਾਂ ਪਰਮਾਤਮਾ ਸਾਡੇ ਤੋਂ ਦੂਰ ਹੁੰਦਾ ਚਲਾ ਗਿਆ। ਤਾਂ ਜਦੋਂ ਅਸੀਂ ਮਹਿਸੂਸ ਕਰ ਲਿਆ ਹਵਾ ਦੇ ਅੰਦਰ ਉਹੀ, ਹਰ ਸ਼ੈ ਅੰਦਰ ਉਹੀ, ਮੈਂ ਜਿੱਥੇ ਬੈਠਾ ਉੱਥੇ ਉਹ ਹੈ, ਮੈਂ ਹਵਾ ਲੈ ਰਿਹਾ ਹਾਂ, ਇਹ ਸਵਾਸ ਦੇ ਨਾਲ ਉਹ ਆ ਰਿਹਾ ਹੈ, ਸਵਾਸ ਨਾਲ ਉਹ ਜਾ ਰਿਹਾ ਹੈ, ਮੈਂ ਭੋਜਨ ਕਰ ਰਿਹਾ, ਭੋਜਨ ਅੰਦਰ ਵੀ ਉਹੀ ਹੈ, ਹਰ ਸ਼ੈ ਅੰਦਰ ਉਹੀ ਹੈ। ਜਦੋਂ ਇਦਾਂ ਨਜ਼ਦੀਕ ਸਮਝਣਾ ਸ਼ੁਰੂ ਕਰ ਲਿਆ, ਤਾਂ ਫਿਰ ਤੁਸੀਂ ਹੌਲੀ ਹੌਲੀ ਉਸ ਮੁਕਾਮ ਤੇ ਪਹੁੰਚ ਜਾਓਗੇ ਜਿੱਥੋਂ ਸਾਰੇ ਪਰਦੇ ਹਟ ਜਾਣਗੇ। ਕਿਉਂਕਿ ਗੱਲ ਸਾਡੇ ਸਮਝਣ ਦੀ ਹੈ। ਜਿੱਦਾਂ ਕਈ ਵਾਰ ਬੰਦਾ ਕਹਿੰਦਾ ਨਾ, ਭਾਈ ਮੈਂ ਦੂਰ ਹੋ ਕੇ ਵੀ ਤੇਰੇ ਨੇੜੇ ਆ। ਤੁਸੀਂ ਕਈ ਵਾਰ ਆਪਣੇ ਔਲਾਦ ਨੂੰ ਕਹਿ ਦਿੰਦੇ ਹੋ, ਇੱਕ ਬਾਪ ਬੇਟੀ ਨੂੰ ਡੋਲੀ ਬਿਠਾਉਂਦਾ, ਕਹਿੰਦਾ ਬੇਟੀ ਫਿਕਰ ਨਾ ਕਰ, ਇਹ ਨਾ ਸੋਚੀ ਮੈਂ ਦੂਰ ਹਾਂ, ਮੈਂ ਤੇਰੇ ਨੇੜੇ ਹੀ ਹਾਂ। ਇੱਕ ਬਾਪ ਬੇਟੇ ਨੂੰ ਵਿਦੇਸ਼ ਭੇਜਦਾ ਹੈ, ਇੱਕ ਮਾਂ ਬੇਟੇ ਨੂੰ ਬਾਹਰ ਭੇਜਦੀ ਹੈ, ਆਊਟ ਆਫ ਕੰਟਰੀ, ਦੂਸਰੇ ਦੇਸ਼, ਪੁੱਤ ਮੈਂ ਨਾਲ ਹੀ ਹਾਂ ਤੇਰੇ, ਫਿਕਰ ਨਾ ਕਰ, ਮੇਰੀਆਂ ਦੁਆਵਾਂ ਨਾਲ ਹੀ। ਇਹ ਮਤਲਬ ਕੀ ਹੈ? ਇਹ
ਅਸੀਂ ਇਹੀ ਕਹਿੰਦੇ ਕਿ ਇਹ ਉਦਾਸ ਨਾ ਹੋਵੇ, ਇਹ ਨਾ ਸਮਝੇ ਕਿ ਹੁਣ ਚਲੇ ਗਏ ਤਾਂ ਰਿਸ਼ਤਾ ਖਤਮ ਹੋ ਗਿਆ, ਇਹ ਸਮਝੇ ਕਿ ਦੂਰ ਹੋ ਕੇ ਵੀ ਅਸੀਂ ਤੇਰੇ ਨਾਲ ਹੈ। ਜੇ ਅਸੀਂ ਆਪਣੇ ਧੀਆਂ ਪੁੱਤਰਾਂ ਨੂੰ, ਆਪਣੇ ਸੱਜਣਾ ਮਿੱਤਰਾਂ ਨੂੰ ਕਹਿ ਸਕਦੇ ਹਾਂ ਮੈਂ ਤੇਰੇ ਨਾਲ ਹਾਂ, ਹਾਲਾਂਕਿ ਅਸੀਂ ਨਾਲ ਨਹੀਂ ਹਾਂ, ਅਸੀਂ ਦੂਰ ਹਾਂ, ਪਰ ਫਿਰ ਵੀ ਅਸੀਂ ਉਹਨੂੰ ਹੌਸਲਾ ਦਿੰਦੇ ਨਾਲ ਆ, ਤਾਂ ਫਿਰ ਸਾਡਾ ਮਾਲਿਕ ਤਾਂ ਹੈ ਹੀ ਸੱਚਮੁੱਚ ਸਾਡੇ ਨਾਲ, ਉਹਨੂੰ ਅਸੀਂ ਕਿਉਂ ਦੂਰ ਮਹਿਸੂਸ ਕਰਦੇ ਹਾਂ? ਉਹਨੂੰ ਅਸੀਂ ਕਿਉਂ ਨਹੀਂ ਆਪਣੇ ਨਾਲ ਹਰ ਵੇਲੇ ਮਹਿਸੂਸ ਕਰਦੇ? ਇਸ ਲਈ ਜਦੋਂ ਕਿਤੇ ਖਿਲਦਾ ਹੋਇਆ ਫੁੱਲ ਦੇਖੋ ਤਾਂ ਰੁਕੋ, ਪਿਆਰ ਨਾਲ ਦੇਖੋ, ਇਹ ਉਹੀ ਤਾਂ ਖਿਲ ਰਿਹਾ ਹੈ। ਨਹੀਂ ਤਾਂ ਫੁੱਲ ਮਿੱਟੀ ਜੋ ਪੈਦਾ ਹੋ ਰਿਹਾ, ਮਿੱਟੀ ਦੀ ਕੀ ਹਿੰਮਤ ਕਿ ਖੁਸ਼ਬੂ ਦੇ ਦੇਵੇ, ਮਿੱਟੀ ਦੀ ਕੀ ਤਾਕਤ ਕਿ ਰੰਗ ਦੇ ਦੇਵੇ। ਇਹ ਫੁੱਲ ਕਿੰਨਾ ਸੁੰਦਰ ਹੈ, ਇਹਦੇ ਅੰਦਰ ਖੁਸ਼ਬੂ ਹੈ, ਮਹਿਕ ਹੈ, ਰੰਗ ਹੈ, ਤਾਂ ਇਹ ਦੇਣ ਵਾਲਾ ਪ੍ਰਭੂ ਹੀ ਹੈ, ਉਹੀ ਇਹਦੇ ਅੰਦਰ ਖਿਲ ਰਿਹਾ ਹੈ। ਚਿੜੀਆਂ ਦੀ ਆਵਾਜ਼ ਸੁਣੋ, ਇਹ ਉਹੀ ਬੋਲ ਰਿਹਾ ਹੈ। ਹਵਾ ਦੇ ਝੋਂਕੇ ਮਹਿਸੂਸ ਕਰੋ, ਉਹੀ ਹੈ। ਦਿਲ ਦੀ ਧੜਕਣ ਮਹਿਸੂਸ ਕਰੋ, ਉਹੀ ਤੁਹਾਡੇ ਅੰਦਰ ਧੜਕ ਰਿਹਾ ਹੈ। ਯਾਨੀ ਜਦੋਂ ਤੁਸੀਂ ਉਹਨੂੰ ਹਰ ਪਲ ਆਪਣੇ ਨੇੜੇ ਸਮਝਣਾ ਮਹਿਸੂਸ ਕਰ ਦਿੱਤਾ ਤਾਂ ਤੁਹਾਡਾ ਜੀਵਨ ਹੀ ਕੁਛ ਹੋਰ ਹੋ ਜਾਏਗਾ, ਤੁਹਾਡੀ ਜ਼ਿੰਦਗੀ ਕੁਛ ਹੋਰ ਹੋ ਜਾਏਗੀ। ਅੱਜ ਤੁਸੀਂ ਸਿਰਫ ਮੰਦਿਰਾਂ 'ਚ ਜਾ ਕੇ ਯਾਦ ਕਰਦੇ ਹੋ, ਮਸਜਿਦਾਂ 'ਚ ਜਾ ਕੇ ਯਾਦ ਕਰਦੇ ਹੋ, ਤਾਂ ਜਦੋਂ ਤੁਸੀਂ ਹਰ ਪਲ ਉਹਨੂੰ ਆਪਣੇ ਨੇੜੇ ਸਮਝਣਾ ਸ਼ੁਰੂ ਕਰਤਾ ਤਾਂ ਹਰ ਪਲ ਹੀ ਉਹਨੂੰ ਤੁਸੀਂ ਯਾਦ ਕਰੋਗੇ। ਕਿਉਂਕਿ ਮੰਦਿਰ 'ਚ ਜਾ ਕੇ ਯਾਦ ਕਿਉਂ ਕਰਦੇ ਆ? ਕਿ ਭਗਵਾਨ ਦਾ ਘਰ ਹੈ, ਇਹ ਖੁਦਾ ਦਾ ਘਰ ਹੈ ਮਸਜਿਦ, ਤਾਂ ਇੱਥੇ ਯਾਦ ਕਰਨ ਆਉਂਦੇ, ਨਮਾਜ਼ ਪੜ੍ਹਨ ਆਉਂਦੇ, ਪੂਜਾ ਕਰਨ ਆਉਂਦੇ ਆ। ਪਰ ਅਸੀਂ ਤਾਂ ਇਹ ਕਹਾਂਗੇ ਜੇ ਮੰਦਿਰ ਖੁਦਾ ਦਾ ਘਰ ਹੈ, ਮੰਦਿਰ ਭਗਵਾਨ ਦਾ ਘਰ ਹੈ, ਤਾਂ ਤੁਹਾਡਾ ਘਰ ਸ਼ੈਤਾਨ ਦਾ ਘਰ ਹੈ। ਉਹ ਸ਼ੈਤਾਨ ਦਾ ਘਰ ਹੈ, ਫਿਰ ਉਹ ਵੀ ਤਾਂ ਭਗਵਾਨ ਦਾ ਹੀ ਘਰ ਹੈ। ਬਸ ਮਹਿਸੂਸ ਕਰੋ ਕਿ ਉਹ ਪ੍ਰਮਾਤਮਾ ਇੱਥੇ ਵੀ ਮੌਜੂਦ ਹੈ। ਔਰ ਜਦੋਂ ਇਹ ਚੀਜ਼ ਅਸੀਂ ਮਹਿਸੂਸ ਕਰ ਲਈ ਤਾਂ ਫਿਰ ਯਾਦ ਰੱਖੋ ਤੁਸੀਂ ਘਰਾਂ 'ਚ ਵੀ ਪਾਪ ਕਰਨ ਤੋਂ ਬਚ ਜਾਓਗੇ। ਇਸ ਲਈ ਉਹਨੂੰ ਨੇੜੇ ਸਮਝਣਾ ਹੈ, ਉਹਨੂੰ ਦੂਰ ਸਮਝਣ ਦੀ, ਜਿਹੜਾ ਗਲਤੀ ਕਰਦਾ ਹੈ ਉਹ ਸਦਾ ਪ੍ਰਭੂ ਤੋਂ ਦੂਰ ਰਹਿ ਜਾਂਦਾ ਹੈ। ਤਾਂ ਜਿਹੜਾ ਉਹਨੂੰ ਹਰ ਸ਼ੈ ਅੰਦਰ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਹੈ ਕਿ ਹਰ ਸ਼ੈ 'ਚ ਮੇਰਾ ਮਾਲਿਕ ਹੈ, ਮੇਰਾ ਪ੍ਰਭੂ ਹੈ, ਹਰ ਪਲ ਮੇਰੇ ਨਾਲ ਹੈ, ਮੇਰੇ ਰੋਮ ਰੋਮ ਵਿੱਚ ਉਹ ਹੈ, ਅੰਦਰ ਤੂੰ ਤੇ ਬਾਹਰ ਤੂੰ, ਰੋਮ ਰੋਮ ਵਿੱਚ ਤੂੰ, ਕਹੇ ਹੁਸੈਨ ਫਕੀਰ ਸਾਈਂ ਦਾ ਮੈਂ ਨਹੀਂ ਬਸ ਤੂੰ। ਜਦੋਂ ਇਹ ਆ ਗਿਆ ਕਿ ਹੁਣ ਮੈਂ ਨਹੀਂ ਹੈ, ਇਹ ਉਹੀ ਹੈ, ਤਾਂ ਫਿਰ ਤੁਹਾਨੂੰ ਉਹ ਮੰਜ਼ਿਲ ਮਿਲ ਜਾਏਗੀ। ਫਿਰ ਤੁਸੀਂ ਵੀ ਉਹ ਮੁਕਾਮ ਤੇ ਪਹੁੰਚ ਜਾਓਗੇ ਜਿੱਥੇ ਪਤਾ ਲੱਗੇਗਾ ਉਹਦੇ ਘਰ ਦਾ ਦਰਵਾਜ਼ਾ ਹੈ ਹੀ ਨਹੀਂ। ਇਸ ਲਈ ਮਹਾਤਮਾ ਬੁੱਧ ਦੀ ਇਹ ਗੱਲ ਯਾਦ ਰੱਖਣਾ। ਮਹਾਤਮਾ ਬੁੱਧ ਕਹਿੰਦੇ, ਤੂੰ ਕਹਿੰਦਾ ਕਿੱਦਾਂ ਪਾਇਆ? ਪਾਇਆ ਨਹੀਂ, ਉਹ ਤਾਂ ਪਾਇਆ ਹੀ ਹੋਇਆ ਸੀ, ਉਹ ਤਾਂ ਮਿਲਿਆ ਹੀ ਹੋਇਆ ਸੀ, ਬਸ ਉੱਥੇ ਤੱਕ ਪਹੁੰਚੇ ਆ। ਕਿਉਂਕਿ ਜਿੱਦਾਂ ਘਰ ਦੇ ਵਿੱਚ ਕੋਈ ਚੀਜ਼ ਅਸੀਂ ਉੱਚੀ ਰੱਖ ਦਿੰਦੇ ਹਾਂ, ਉੱਚੀ ਜਗ੍ਹਾ ਰੱਖ ਦਿੰਦੇ ਹਾਂ, ਉਹ ਚੀਜ਼ ਜਿਹੜੀ ਬੱਚਿਆਂ ਵਾਸਤੇ ਨੁਕਸਾਨਦਾਇਕ ਹੁੰਦੀ ਹੈ, ਬੱਚੇ ਛਾਲਾ ਮਾਰਦੇ ਪਰ ਹੱਥ ਨਹੀਂ ਪਹੁੰਚਦਾ, ਹੱਥ ਨਹੀਂ ਪਹੁੰਚਦਾ। ਫਿਰ ਮਾਂ-ਬਾਪ ਨੂੰ ਕਹਿੰਦੇ ਉਹ ਚੀਜ਼ ਲੈਣੀ, ਫਿਰ ਮਾਂ-ਬਾਪ ਲਾ ਕੇ ਦਿੰਦੇ ਆ। ਪਰ ਇੱਕ ਵਕਤ ਆਉਂਦਾ ਹੈ, ਸਮਾਂ ਗੁਜ਼ਰਦਾ ਹੈ, ਬੱਚਾ ਬੜਾ ਹੁੰਦਾ ਉਹਦੀ ਹਾਈਟ ਇੰਨੀ ਉੱਚੀ ਹੋ ਜਾਂਦੀ, ਫਿਰ ਮਾਵਾਂ ਨੂੰ ਆਵਾਜ਼ ਮਾਰਨ ਦੀ, ਪਿਤਾ ਨੂੰ ਆਵਾਜ਼ ਮਾਰਨ ਦੀ ਲੋੜ ਨਹੀਂ, ਫਿਰ ਉਹਦੀ ਆਪਣੀ ਪਹੁੰਚ ਉੱਥੇ ਤੱਕ ਹੋ ਜਾਂਦੀ ਔਰ ਉਸ ਚੀਜ਼ ਨੂੰ ਪਾ ਲੈਂਦਾ ਹੈ। ਇਸੇ ਤਰ੍ਹਾਂ ਪਰਮਾਤਮਾ ਤੁਹਾਡੇ ਅੰਦਰ ਹੀ ਹੈ, ਪਰ ਇੰਨਾ ਕੀਮਤੀ ਹੈ ਕਿ ਉਸ ਜਗ੍ਹਾ ਬੈਠਾ ਹੈ ਕਿ ਤੁਸੀਂ ਉਹਨੂੰ ਪਾਣ ਦੇ ਲਾਇਕ ਹੋ ਜਾਓ, ਉੱਥੇ ਤੱਕ ਪਹੁੰਚ ਜਾਵੋ। ਕਿਉਂਕਿ ਜਿਹੜੀ ਚੀਜ਼ ਬੱਚੇ ਨੂੰ ਹਾਲੇ ਸਮਝ ਨਹੀਂ ਹੈ, ਜੇ ਤਾਂ ਫਰਜ਼ ਕਰੋ ਕੋਈ ਮੈਡੀਸਨ ਹੈ, ਤੁਸੀਂ ਬੱਚੇ ਦੀ ਪਹੁੰਚ ਵਿੱਚ ਰੱਖ ਦਿੱਤੀ, ਬੱਚਾ ਖਾਏਗਾ ਨੁਕਸਾਨ ਕਰੇਗਾ, ਇਸ ਲਈ ਉਹਨੂੰ ਉੱਚਾ ਰੱਖ ਦਿੰਦੇ ਕਿ ਥੋੜਾ ਬੱਚਾ ਪਹਿਲਾਂ ਸਮਝਦਾਰ ਹੋ ਜਾ, ਬੜਾ ਹੋ ਜਾਵੇ ਫਿਰ। ਇਸੇ ਤਰ੍ਹਾਂ ਜੇ ਪ੍ਰਮਾਤਮਾ ਨੂੰ ਵੀ ਇਦਾਂ ਹੀ ਕਿਤੇ ਇਦਾਂ ਮਿਲ ਜਾਵੇ ਨਾ, ਤਾਂ ਫਿਰ ਆ ਜਿੰਨੇ ਪਾਪੀ ਮਾੜੇ ਕਰਮ ਕਰਨ ਵਾਲੇ ਕਹਿਣਾ ਲੈ ਇੱਧਰ ਅਸੀਂ ਪਾਪ ਕਰ ਰਹੇ, ਉਧਰ ਦੇਖ ਲੈ ਬਗਲ 'ਚ ਪ੍ਰਮਾਤਮਾ ਵੀ ਹੈ ਸਾਡੇ, ਪਾ ਲਿਆ, ਇਦਾਂ ਝੱਕ ਲਿਆ, ਅਸੀਂ ਇਦਾਂ ਮਿਲ ਗਿਆ ਆਸਾਨੀ ਨਾਲ। ਇਸ ਲਈ ਪ੍ਰਭੂ ਨੇ ਥੋੜੀਆਂ ਸ਼ਰਤਾਂ ਰੱਖੀਆਂ ਹੈ ਕਿ ਜੇ ਮੇਰੇ ਤੱਕ ਪਹੁੰਚਣਾ ਹੈ ਤਾਂ ਤੈਨੂੰ ਆਪਣੇ ਜੀਵਨ 'ਚ ਸੁਧਾਰ ਲਿਆਣਾ ਪਏਗਾ, ਤੈਨੂੰ ਆਪਣੀਆਂ ਕਮੀਆਂ ਦੂਰ ਕਰਨੀਆਂ ਪੈਣਗੀਆਂ, ਤੈਨੂੰ ਆਪਣੇ ਆਪ ਨੂੰ ਉਸ ਉਚਾਈ ਤੱਕ ਲੈ ਕੇ ਆਣਾ ਪਏਗਾ ਜਿੱਥੇ ਮੈਂ ਬੈਠਾ ਹਾਂ। ਜਦੋਂ ਉੱਥੇ ਪਹੁੰਚ ਗਿਆ ਤਾਂ ਫਿਰ ਤੂੰ ਮੈਨੂੰ ਪਾ ਲਏਗਾ। ਇਸ ਲਈ ਆਪਣੀ ਪਹੁੰਚ ਉੱਥੇ ਤੱਕ ਬਣਾਈਏ, ਔਰ ਇਹੀ ਪਹੁੰਚ ਉੱਥੇ ਤੱਕ ਬਣਾਉਣ ਵਾਸਤੇ ਤਾਂ ਸਾਨੂੰ ਗੁਰੂ ਰਹਿਬਰ ਸੰਤ ਸਮਝਾਉਂਦੇ ਹੈ। ਇਸ ਲਈ ਸਮਝਣਾ ਜ਼ਰਾ ਸਾਰੇ ਜੀ ਕਿ ਅਸੀਂ ਕੋਸ਼ਿਸ਼ ਕਰੀਏ, ਆਪਣੇ ਕਰਮਾਂ ਨੂੰ ਦਰੁਸਤ ਕਰੀਏ, ਕਰਮ ਐਸੇ ਕਰੀਏ ਕਿ ਆਪਣੇ ਮਾਲਿਕ ਤੱਕ ਪਹੁੰਚੀਏ। ਔਰ ਉਹਨਾਂ ਕਰਮਾਂ 'ਚੋਂ ਸਭ ਤੋਂ ਪਹਿਲਾਂ ਤਾਂ ਸ਼ੁਕਰਾਨਾ ਆਉਂਦਾ ਹੈ ਕਿ ਆਪਣੇ ਰੱਬ ਦਾ ਅਸੀਂ ਸ਼ੁਕਰਾਨਾ ਕਰਨਾ ਸਿੱਖੀਏ। ਕਿਉਂਕਿ ਆਪਣਾ ਪੇਟ ਭਰਨ ਦੀ ਖਾਤਰ, ਆਪਣਾ ਪੇਟ ਭਰਨ ਦੀ ਖਾਤਰ ਪੰਛੀ 100 ਵਾਰ ਸ਼ੀਸ਼ ਝੁਕਾਵੇ। ਆਪਣਾ ਪੇਟ ਭਰਨ ਦੀ ਖਾਤਰ ਪੰਛੀ 100 ਵਾਰੀ ਸ਼ੀਸ਼ ਝੁਕਾਵੇ, ਤੂੰ ਬੰਦਿਆਂ ਲੱਖ ਦਾਤਾਂ ਲੈ ਕੇ ਇੱਕ ਵਾਰ ਨਾ ਸ਼ੁਕਰ ਮਨਾਵੇ।
ਕਦੀ ਪੰਛੀ ਨੂੰ ਦਾਣਾ ਚੁਗਦਿਆਂ ਦੇਖੋ, ਚੁਗਦਾ ਕਿ ਨਹੀਂ? ਚੁੰਝ ਥੱਲੇ ਦਾਣਾ ਚੁੱਕ ਕੇ ਫਿਰ ਚੁਗਦਾ। ਉਹ ਇੱਕ ਆਪਣਾ ਪੇਟ ਭਰਨ ਦੀ ਗੱਲ ਕਿੰਨੀ 100 ਵਾਰ ਬੰਦੇ ਨਹੀਂ ਸਿਰ ਝੁਕਾਉਂਦਾ ਹੈ, 100 ਵਾਰ। ਤਾਂ ਬੰਦੇ ਕੋਲ ਇੰਨਾ ਟਾਈਮ ਨਹੀਂ ਮਿਲਦਾ ਕਿ ਇੱਕ ਵਾਰ ਹੀ ਆਪਣੇ ਮਾਲਿਕ ਅੱਗੇ ਸਿਰ ਝੁਕਾ ਕੇ ਉਹਦਾ ਸ਼ੁਕਰ ਕਰ ਲਵੇ। ਪੰਛੀ ਇੱਕ ਵਾਰ ਪੇਟ ਭਰਨ ਨੂੰ 100 ਵਾਰ ਸਿਰ ਝੁਕਾਉਂਦਾ ਹੈ, ਤਾਂ ਅਸੀਂ 100 ਵਾਰ ਪੇਟ ਭਰਦੇ ਆ, 100 ਪਦਾਰਥ ਹਾਸਲ ਕਰਦੇ ਆ, ਤੇ ਇੱਕ ਵਾਰ ਵੀ ਸਾਡਾ ਸਿਰ ਆਪਣੇ ਮਾਲਿਕ ਅੱਗੇ ਝੁਕਦਾ ਨਹੀਂ ਹੈ। ਇਸ ਲਈ ਤਾਂ ਝੁਕਣ ਦੀ ਕਲਾ ਬੰਦਾ ਭੁੱਲ ਗਿਆ, ਸ਼ੁਕਰਾਨੇ ਦੀ ਕਲਾ ਬੰਦਾ ਭੁੱਲ ਗਿਆ। ਫਿਰ ਬੰਦੇ ਨਾਲੋਂ ਤਾਂ ਪੰਛੀ ਚੰਗੇ ਹੈ, ਜਿਹੜੇ ਰੱਬ ਨੂੰ ਯਾਦ ਵੀ ਕਰਦੇ ਆ, ਖਾਂਦੇ ਵੀ ਹੈ, ਤਾਂ ਰੱਬ ਅੱਗੇ ਸਿਰ ਵੀ ਸ਼ੁਕਰਾਨੇ ਝੁਕਾਉਂਦੇ ਹੈ। ਕਮ ਸੇ ਕਮ ਜੇ ਰੱਬ ਉਹ ਮਾਲਿਕ ਉਹ ਪਰਮਾਤਮਾ ਇੰਨੀਆਂ ਸਾਨੂੰ ਦਾਤਾਂ ਦੇ ਰਿਹਾ ਹੈ, ਤਾਂ ਕਮ ਸੇ ਕਮ ਅਸੀਂ ਇੱਕੋ ਹੀ ਤਾਂ ਨਿਯਮ ਬਣਾਈਏ ਕਿ ਸਵੇਰੇ ਸ਼ਾਮ ਹੀ ਉਹਦੇ ਅੱਗੇ ਸਿਰ ਝੁਕਾ ਲਈਏ, ਉਹਦਾ ਸ਼ੁਕਰ ਮਨਾ ਲਈਏ। ਹਰ ਵੇਲੇ ਨਹੀਂ ਕਰ ਸਕਦੇ ਤਾਂ ਸਵੇਰ ਸ਼ਾਮ ਹੀ ਕਰ ਲਈਏ। ਸਵੇਰ ਹੁੰਦੀ ਹੈ ਸ਼ੁਕਰਾਨਾ ਕਰ ਲਈਏ, ਸ਼ੀਸ਼ ਝੁਕਾ ਲਈਏ ਉਹਦੇ ਕਦਮਾਂ 'ਚ, ਕਿਉਂਕਿ ਗੱਲ ਤਾਂ ਝੁਕਣ ਦੀ ਹੈ। ਇਹ ਗੱਲ ਹਮੇਸ਼ਾ ਯਾਦ ਰੱਖਣਾ, ਗੱਲ ਝੁਕਣ ਦੀ ਹੈ। ਇਹ ਫਰਕ ਨਹੀਂ ਪੈਂਦਾ ਕਿ ਤੁਸੀਂ ਮੈਦਾਨ 'ਚ ਝੁਕਦੇ ਹੋ, ਗੱਲ ਝੁਕਣ ਦੀ ਹੈ ਕਿ ਮੇਰਾ ਮਾਲਿਕ ਹਰ ਜਗ੍ਹਾ ਹੈ, ਮੈਂ ਉਹਦੇ ਅੱਗੇ ਝੁਕ ਰਿਹਾ। ਕਿਉਂਕਿ ਝੁਕਣ ਨਾਲ ਨਿਮਰਤਾ ਆਉਂਦੀ ਹੈ, ਔਰ ਇਹ ਝੁਕਣਾ ਵੀ ਕਿਸੇ ਮੰਗ ਕਰਕੇ ਨਹੀਂ ਹੈ, ਇਹ ਝੁਕਣਾ ਹੈ ਸ਼ੁਕਰਾਨੇ ਕਰਕੇ ਕਿ ਸ਼ੁਕਰ ਹੈ ਮੇਰੇ ਮਾਲਿਕ, ਤੂੰ ਪਹਿਲਾਂ ਹੀ ਬਹੁਤ ਕੁਝ ਦਿੱਤਾ, ਹੋਰ ਕੀ ਮੰਗਣਾ। ਇਸ ਲਈ ਸਭ ਤੋਂ ਪਹਿਲਾਂ ਆਪਣੇ ਜੀਵਨ ਦਾ ਇਹ ਨਿਯਮ ਹੋਣਾ ਚਾਹੀਦਾ ਕਿ ਅਸੀਂ ਸ਼ੁਕਰਾਨੇ ਵਾਸਤੇ ਝੁਕੀਏ। ਮੰਗਣ ਵਾਸਤੇ ਤਾਂ ਬਹੁਤ ਵਾਰ ਝੁਕ ਲਿਆ, ਫਰਿਆਦਾਂ ਤਾਂ ਬਹੁਤ ਕਰ ਲਈਆਂ, ਅਰਦਾਸਾਂ ਤਾਂ ਬਹੁਤ ਕਰ ਲਈਆਂ, ਅਰਦਾਸਾਂ ਕਰਕੇ ਤਾਂ ਬਹੁਤ ਝੁਕ ਗਏ, ਪਰ ਹੁਣ ਝੁਕਣਾ ਹੈ ਪਰਮਾਤਮਾ ਦੇ ਸ਼ੁਕਰਾਨੇ ਵਾਸਤੇ। ਇੱਥੇ ਅਰਦਾਸ ਤੋਂ ਸਾਨੂੰ ਇੱਕ ਗੱਲ ਬੜੀ ਪਿਆਰੀ ਯਾਦ ਆ ਗਈ ਨੱਥੂ ਲਾਲ ਦੀ। ਨੱਥੂ ਲਾਲ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਹੁਣ ਇੱਕ ਆਦਮੀ ਨੇ ਕਿਹਾ, ਨੱਥੂ ਲਾਲ ਜੀ ਮੇਰੇ ਘਰ ਕੋਠੀ ਬਣਾਉਣੀ ਹੈ, ਪਲਾਟ ਲੈ ਲਿਆ, ਬਸ ਤੁਸੀਂ ਆ ਕੇ ਕੰਮ ਸ਼ੁਰੂ ਕਰੋ। ਨੱਥੂ ਲਾਲ ਚਲਾ ਗਿਆ ਆਪਣੇ ਮਜ਼ਦੂਰਾਂ ਨੂੰ ਨਾਲ ਲੈ ਕੇ, ਔਰ ਜਾ ਕੇ ਨੀਂਹ ਪੱਟੀ। ਜਦੋਂ ਇੱਟ ਰੱਖਣ ਲੱਗੇ ਤਾਂ ਜ਼ਮੀਨ ਦੇ ਮਾਲਿਕ ਨੇ ਕਿਹਾ, ਮਿਸਤਰੀ ਸਾਹਿਬ ਨੱਥੂ ਲਾਲ ਜੀ ਅਰਦਾਸ ਤਾਂ ਕਰੋ, ਕਿਉਂਕਿ ਕੋਈ ਵੀ ਨੇਕ ਕੰਮ ਕਰਨ ਤੋਂ ਪਹਿਲਾਂ, ਇੱਟ ਰੱਖਣ ਤੋਂ ਪਹਿਲਾਂ ਅਰਦਾਸ ਹੁੰਦੀ ਹੈ, ਅਰਦਾਸ ਤਾਂ ਕਰ ਲਈਏ। ਨੱਥੂ ਲਾਲ ਕਹਿੰਦਾ ਜੀ ਹੁਣੇ ਕਰ ਲੈਂਦੇ, ਠੀਕ ਹੈ ਵਧੀਆ ਗੱਲ ਹੋ ਗਈ, ਅਰਦਾਸ ਕਰ ਲੈਂਦੇ ਆ। ਕਹਿ ਕੇ ਨੱਥੂ ਲਾਲ ਵੀ ਖੜ ਗਿਆ, ਘਰ ਦਾ ਮਾਲਿਕ ਵੀ ਖੜ ਗਿਆ, ਮਜ਼ਦੂਰ ਵੀ ਖੜ ਗਏ, 2-4 ਹੋਰ ਰਿਸ਼ਤੇਦਾਰ ਪਰਿਵਾਰ ਦੇ ਮੈਂਬਰ ਸੀ ਉਹ ਵੀ ਖੜ ਗਏ। 5 ਮਿੰਟ ਹੋਏ, 10 ਮਿੰਟ ਹੋਏ, 15 ਮਿੰਟ ਹੋਏ। ਨੱਥੂ ਲਾਲ ਅੱਖ ਖੋਲ ਕੇ ਦੇਖ ਲਿਆ ਕਰੇ, ਉਹ ਅੱਖ ਖੋਲ ਕੇ ਦੇਖ ਲਿਆ ਕਰੇ। ਜਦੋਂ ਅੱਧਾ ਘੰਟਾ ਬੀਤ ਗਿਆ ਤਾਂ ਘਰ ਦੇ ਮਾਲਕ ਨੇ ਕਿਹਾ, ਮਿਸਤਰੀ ਸਾਹਿਬ ਇੰਨੀ ਲੰਬੀ ਅਰਦਾਸ, ਇੰਨੀ ਲੰਬੀ ਪ੍ਰਾਰਥਨਾ, ਇੰਨੀ ਲੰਬੀ ਫਰਿਆਦ, ਹੁਣ ਬਸ ਕਰੋ, ਅਰਦਾਸ ਖਤਮ ਨਹੀਂ ਹੋਈ। ਉਹ ਨੱਥੂ ਲਾਲ ਕਹਿੰਦਾ ਮੈਂ ਤਾਂ ਸੋਚਿਆ ਤੁਸੀਂ ਕਰ ਰਹੇ ਹੋ। ਕਹਿੰਦਾ ਮੈਂ ਤਾਂ ਆਪ ਦੇਖ ਰਿਹਾ ਖਤਮ ਨਹੀਂ ਕਰ ਰਹੇ। ਉਹ ਕਹਿੰਦਾ ਮੈਂ ਸੋਚਿਆ ਤੁਸੀਂ ਕਰ ਰਹੇ ਹੋ। ਉਹ ਕਹਿੰਦਾ ਲੈ ਮੈਨੂੰ ਤਾਂ ਕਰਨੀ ਨਹੀਂ ਆਉਂਦੀ, ਮੈਂ ਤਾਂ ਜਿੱਥੇ ਜਾਂਦਾ ਇੱਟ ਰੱਖ ਕੇ ਬਸ ਸ਼ੁਰੂ ਕਰ ਦਿੰਦਾ। ਤੁਸੀਂ ਕਹਿੰਦੇ ਅਰਦਾਸ ਕਰਨੀ, ਮੈਂ ਕਿਹਾ ਕਰੋ, ਮੈਂ ਸੋਚਿਆ ਤੁਸੀਂ ਕਰ ਰਹੇ ਹੋ। ਹੁਣ ਇਸੇ ਤਰ੍ਹਾਂ ਇੱਕ ਦੂਜੇ ਨੂੰ ਦੇਖਦੇ ਦੇਖਦੇ ਅੱਧਾ ਘੰਟਾ ਕੰਮ ਲੇਟ ਕਰ ਲਿਆ। ਕਹਿਣ ਦਾ ਮਤਲਬ ਕੀ, ਇਹ ਤਾਂ ਇੱਕ ਗੱਲ ਹੈ ਕਿ ਪ੍ਰਮਾਤਮਾ ਪ੍ਰਭੂ, ਜਿਸ ਤਰ੍ਹਾਂ ਇੱਥੇ ਇੱਕ ਹੋਰ ਛੋਟੀ ਜਿਹੀ ਗੱਲ ਯਾਦ ਆ ਗਈ ਸਾਨੂੰ ਕਿ ਇੱਕ ਆਦਮੀ ਆਪਣੇ ਛੋਟੇ ਜਿਹੇ ਬੱਚੇ ਦੇ ਨਾਲ ਮੰਦਰ ਚਲਾ ਗਿਆ। ਜਦੋਂ ਮੰਦਰ ਗਿਆ ਤਾਂ ਉਹਨਾਂ ਬੜੀ ਲੰਬੀ ਪ੍ਰਾਰਥਨਾ ਕੀਤੀ ਔਰ ਦੇਖਿਆ ਉਹਦਾ ਬੇਟਾ ਵੀ ਕੁਝ ਬੋਲ ਰਿਹਾ ਹੈ। ਬਾਪ ਨੇ ਆਪਣੀ ਪ੍ਰਾਰਥਨਾ ਖਤਮ ਕੀਤੀ ਔਰ ਬੇਟੇ ਨੂੰ ਪੁੱਛਿਆ, ਬੇਟਾ ਤੂੰ ਵੀ ਪ੍ਰਾਰਥਨਾ ਕੀਤੀ, ਤੂੰ ਕੀ ਮੰਗਿਆ? ਬੇਟਾ ਕਹਿੰਦਾ ਮੈਂ ਕੁਝ ਨਹੀਂ ਮੰਗਿਆ, ਪਰ ਕਹਿੰਦਾ ਤੂੰ ਬੋਲ ਰਿਹਾ ਸੀ, ਮੈਂ ਦੇਖਿਆ ਤੂੰ, ਤੇਰੇ ਹੋਂਠ ਹਿੱਲ ਰਹੇ ਸੀ, ਤੂੰ ਕੁਝ ਬੋਲ ਰਿਹਾ ਸੀ। ਬੱਚਾ ਕਹਿੰਦਾ ਹਾਂ, ਦਰਅਸਲ ਮੈਂ ਪ੍ਰਮਾਤਮਾ ਨੂੰ ਕਾ ਖਾ ਗਾ ਸਾਰਾ ਸੁਣਾ ਦਿੱਤਾ ਔਰ ਮੈਂ ਕਹਿਤਾ ਜਿਹੜੀ ਚੀਜ਼ ਦੀ ਮੈਨੂੰ ਲੋੜ ਹੈ ਇਹਨਾਂ ਅੱਖਰਾਂ ਨੂੰ ਜੋੜ ਕੇ ਆਪੀ ਅਰਦਾਸ ਬਣਾ ਲੈ। ਜਰਾ ਗੌਰ ਕਰਨਾ, ਕਿਉਂਕਿ ਤੂੰ ਜਾਣੀ ਜਾਣ ਹੈ, ਤੈਨੂੰ ਜ਼ਿਆਦਾ ਪਤਾ ਹੈ ਕਿ ਮੈਨੂੰ ਕਿਹੜੀ ਚੀਜ਼ ਦੀ ਲੋੜ ਹੈ। ਮੈਂ ਪੂਰੀ ਵਰਨਮਾਲਾ ਅੱਖਰਾਂ ਦੀ ਬੋਲ ਦਿੱਤੀ, ਕਾ ਤੋਂ ਲੈ ਕੇ ਐਂਡ ਤੱਕ, ਕਾ ਤੋਂ ਲੈ ਕੇ ਗਿਆ ਤੱਕ ਪੂਰਾ ਬੋਲ ਦਿੱਤਾ ਮੈਂ। ਜਿੱਦਾਂ ਬੰਦਾ ਕਹਿੰਦਾ ਏ ਤੋਂ ਲੈ ਕੇ ਜ਼ੈਡ ਤੱਕ ਮੈਂ ਸਾਰੇ ਅਕਸ਼ਰ ਬੋਲ ਦਿੱਤੇ। ਹੁਣ ਜਿਹੜੀ ਚੀਜ਼ ਦੀ ਮੈਨੂੰ ਲੋੜ ਹੈ ਤੂੰ ਜੋੜ ਕੇ ਆਪੇ ਹੀ ਬਣਾ ਕੇ ਮੈਨੂੰ ਦੇ ਦੇ। ਅਸੀਂ ਕਹਿੰਦੇ ਹਾਲੇ ਬੱਚਾ ਜ਼ਿਆਦਾ ਸਮਝਦਾਰ ਹੈ ਕਿ ਤੁਹਾਡੇ ਨਾਲੋਂ ਜ਼ਿਆਦਾ ਇਹ ਪ੍ਰਮਾਤਮਾ ਨੂੰ ਪਤਾ ਹੈ ਕਿ ਤੁਹਾਡੇ ਜੀਵਨ 'ਚ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਹੈ। ਤੁਸੀਂ ਵੀ ਬੱਚੇ ਵਾਂਗੂ ਜਾਓ, ਹੱਥ ਜੋੜ ਕੇ ਖੜ ਜਾਓ ਕਿ ਸ਼ੁਕਰ ਹੈ ਪ੍ਰਮਾਤਮਾ, ਬਾਕੀ ਮੈਂ ਆ ਗਿਆ ਔਰ ਜੋ ਮੇਰੇ ਵਾਸਤੇ ਚੰਗਾ ਤੂੰ ਆਪੇ ਹੀ ਦੇ ਦੇਣਾ, ਮੈਨੂੰ ਮੰਗਣ ਦੀ ਕੀ ਲੋੜ, ਕਿਉਂਕਿ ਮੈਂ ਤਾਂ ਉਨਾ ਕੀ ਮੰਗਣਾ ਜਿੰਨੀ ਕਿ ਮੇਰੀ ਸਮਝ ਹੈ। ਇਸ ਲਈ ਗੁਰਬਾਣੀ ਚਾਹੁੰਦਾ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ, ਕਿ ਤੂੰ ਤਾਂ ਸਮਰੱਥ ਹੈ ਦਾਤਾ, ਮੇਰੀ ਮਤ ਤਾਂ ਥੋੜੀ ਹੈ, ਮੇਰੀ ਅਕਲ ਤਾਂ ਬੜੀ ਥੋੜੀ ਹੈ, ਮੈਂ ਤਾਂ ਉਨਾ ਕੀ ਮੰਗਣਾ ਹੈ, ਪਰ ਤੂੰ ਸਮਰੱਥ ਹੈ, ਤੂੰ ਸਭ ਜਾਣਦਾ ਹੈ।
क्योंकि अज आने वाला कल, आने वाला परसों, आने वाला साल तू तो सब जानता है, इसलिए जो तेनू ठीक लगे वो दे। ऐसी बड़ियां लंबियां अरदासां, बड़ियां लंबियां दुआवां, बड़ियां लंबियां फरियादां दे चक्करां च पे रहंदे आ और इस तरह पै रहंदे आ कि जिद्दां रब नूं कल्ली कल्ली गल दसनी आ, कुछ रह ना जावे, जिद्दां कि रब नूं पता ही कुछ नहीं हुंदा। कदी गौर कीता तुसीं? हथ जोड़ के तस्वीर मोरे भी खड़ जाते हो या किते भी चले जाते हो तो माड़ी माड़ी इत्थों लैके पूरी गल नूं पूरा दसोगे, आ इदां कहानी हो गई, आ उदां हो गई, जिद्दां कि परमात्मा अनजान, जिद्दां परमात्मा नहीं है, कोई जज है, कोई वकील है जिन्होंने पूरा केस सुना दईए ताकि फैसला मेरे हक च हो जाए। उत्थे तुहाडियां आवाज़ां नहीं, उत्थे तुहाडी भावना पहुंचती है, उत्थे तुहाडी शरधा पहुंचती है, उत्थे तुहाडा प्रेम पहुंचता है। इसलिए प्रेम अंदर पैदा करो, विश्वास अंदर पैदा करो, शरधा अंदर पैदा करो। शब्दां नालों ज्यादा जोर, बोलण नालों ज्यादा जोर अपने प्रेम ते दिओ, अपनी शरधा ते दिओ, अपने विश्वास ते दिओ। क्या प्रभु मैनू तेते यकीन है, बस जो बेहतर है तू आप ही अच्छा ही करना, मैं की मंगा, मैं की जाना कि की अच्छा की नहीं। इसलिए ये चीज नूं समझो, सब तो पहला शुकराने की भावना नाल सिमरन करना शुरू करिए, शुकराने की भावना नाल प्रभु अगे झुकना शुरू करिए। ये पहला जीवन का सानू नियम बनाना चाहिए, कोई मंग लैके नहीं, कोई डिमांड लैके नहीं, बस शुकराना। क्योंकि ओहदे घर दा जिद्दां दसे ही है कि जे तो रहमत का घर है, ये मालिक दियां रहमतां दा घर है, ये मालिक दियां बख्शिशां दा घर है और ओहदियां बख्शिशां कदी बंद नहीं हुंदियां, ओहदी रहमत दे दरवाजे कदी बंद नहीं हुंदे। जिस तरह समझ लो बरसात 24 घंटे हो रही है, बस तुसी बर्तन सीधा कर दिओ भर जाएगा, तो जे तुसी बर्तन उल्टे रखे तो कहो बरसात कदों होएगी, वो तो हो ही रही है। तुसी कहो जी बर्तन कदों भरेगा, तो बरसात 24 घंटे हुंदी रहे, तुसी बर्तन पुट्ठा रखो तो कदी भरना ही नहीं है। पर बरसात हो रही है, बर्तन सीधा कर दिओ। इसी तरह अपने हिरदे रूपी बर्तन तो असीं पुट्ठे कीते हुए हैं, परमात्मा साडा किधर बैठा है तो असीं तुरे किसे पासे हैं। परमात्मा नूं मंगण दी बजाए मंगदे संसार हाँ, मंगदे दुनिया हाँ, मंगदे पदार्थ हैं, ये बर्तन ही साडे उल्टे पासे है, तो ओहदी रहमत नाल भरनगे किदां? नहीं तो ओहदी रहमत दा दरवाजा तो सदा ही खुला है। क्योंकि ये तो रहमत का घर है, इस घर का कोई दरवाजा नहीं होता। ये तो प्रभु का घर है और ਉਹਦੇ घर ਦੇ कोई दरवाजे नहीं होंगे, वो तो हर वेले खुले है। और इत्थे ये भी दसना चाहांगे कि प्रभु का घर ही एक ऐसा घर है, कैसा, इत्थे थोड़ा जा समझना कि जमाने में हजारों अक्लमंद मिलते हैं, जमाने में हजारों अक्लमंद मिलते हैं, लाखों जरूरतमंद मिलते हैं। कि दुनिया चल जाओ तो हज़ारों ही अकल देने वाले होंगे, हज़ारों ही अकलमंद मिलते, इदा कर लै उदा कर लै, बस बंदा माड़ा बीमार हो तो हज़ारों ही सलाह देने लग पाते, तू इस तरह कर लै, तू उस तरह कर लै। बंदे नूं कोई मुसीबत आवे हज़ारों ही सलाह देने वाले होंगे, पर जिद्दां ही वो मुसीबत अपने ते आती है तो बंदा कभी वो सलाह अपने ते नहीं अजमांदा, फिर उन्होंने दूजे सलाह देण आ जाते हैं। इसलिए इन्होंने कहते अकलमंद, जिहड़े बिना मतलब तो सलाह दे जाते, इसलिए कहते कि जमाने में हज़ारों अकलमंद मिलते हैं, सलाह देने वाले कि सानू बड़ी अकल है, हज़ारों ही मिल जाते हैं, लाखों जरूरतमंद मिलते हैं और लखां ही इदां दे मिलते जिन्होंने साडे तो जरूरत है, मेरी आ जरूरत इत्थों पूरी हो जाए, मेरी वो जरूरत है पूरी कर देवे, वो लखां ही मिल जाते हैं। पर इत्थे एक गल दसनी चाहांगे, तेरा विचार करना, इस गल नूं समझना कि जमाने में हजारों अकलमंद मिलते हैं, लाखों जरूरतमंद मिलते हैं, मगर जब खुद पे मुसीबत आती है यारो, मेरे मालिक के सिवा सबके दरवाजे बंद मिलते हैं। ये याद रखना कि जदों भी इंसान ते खुद मुसीबत आती है तो फिर एक मालिक का द्वार ही ऐसा है जिहड़ा खुला है, बाकी सारे दरवाजे बंद ही मिलणगे, जिथे मर्जी चले जाओ। जरा गौर करना, जिस तरह इटली का एक विचारक है, उन्हें अपना एक विचार लिखा है, वो कहता अगर तुसी अजमाना है ना दुनिया ते मेरा कौन है पराया कौन है, बस दुनिया च अफवाह उड़ा दो कि मेरे को पैसा खत्म हो गया तो मैं बड़ा दुखी हाँ, कहते उस वेले असलीयत सामने आनी शुरू हो जानी, केड़ा तुहाडा अपना है तो केड़ा तुहाडा दिखावे नाल साथ देने वाला सी। कहते इन्नी गल दुनिया नूं पता लग जाए तुसी दुखी है, ये दुख कहण नूं तां बंदा कहता दुख बड़ा माड़ा, पर उन्हें लिखा है कि कहण नूं तां दुख बड़ा माड़ा है,
पर जदों जीवन च दुख आंदा है तो सही मायने च दुख सानू अपने पराए दी पहचान करा जाता है कि केड़ा साडा अपना सी तो केड़ा पराया सी। जदों मुसीबत आंदी है फिर बंदे नू पता लगता है कि जिस दुनिया नू जिन्हां नू मैं अपना समझदा सी अज उन्हां दे दरवाजे बंद हो गए, एक मेरे मालिक दा दरवाजा ही ऐसा है जिहड़ा कदी बंद नहीं हुंदा, क्योंकि उत्थे दारी है नहीं। जरा समझना, इसलिए फिर कहांगे कि दुनिया में जमाने में हजारों अक्लमंद मिलते हैं, लाखों जरूरतमंद मिलते हैं, मगर जब तकलीफ आती है खुद पे यारो तो मालिक के सिवा सबके दरवाजे बंद मिलते हैं। तो फिर बंदे नू पता लगता है कि सच्चा साथी तो मेरा एक मालिक ही है, क्योंकि ओदा दरवाजा ही ऐसा है कि जेड़ा कदी बंद नहीं होया। चाहे मैं राजा सी तां भी ओदा द्वार खुला सी, जे अज मैं फकीर हो गया दर दर दा मंगता हो गया तो तां भी ओदा ही दरवाजा खुला है। उदों मैं हस रहा सी तां भी मेरे वास्ते द्वार खोल के रखिया। अज जे मेरे जीवन च रोना है तो कोदा ही दरवाजा है कि वह हर वेले खुला है। वह मैनू हसदे नू भी गल ना लांदा, रोंदे नू भी गल ना लांदा है। इनू इदां समझ लो कि एक छोटा बच्चा हस रहा है तो सारे कहणगे ਉਹ ਦੇਖੋ ਬੱਚਾ ਕਿੰਨਾ ਸੋਹਣਾ, ਇਹਨੂੰ ਚੱਕ ਲਈਏ, ਇਹਨੂੰ ਫੜ ਲਈਏ। ਪਰ ਜਿੱਦਾਂ ਹੀ ਬੱਚਾ ਰੋਣਾ ਸ਼ੁਰੂ ਕਰੇ ਇਹਦੀ ਮਾਂ ਕਿੱਥੇ ਹੈ, ਇਹਦਾ ਪੇ ਕਿੱਥੇ, ਫੜਾਓ ਇਹਨੂੰ। ਫਿਰ ਬੰਦਾ ਲੱਭਦਾ ਹੈ, ਫਿਰ ਕਹਿੰਦਾ ਮੇਰੇ ਤੋਂ ਨਹੀਂ ਸੰਭਾਲਿਆ ਜਾਂਦਾ, ਇਹਦੀ ਮਾਂ ਕਿੱਥੇ ਹੈ, ਲੱਭੋ। ਰੋਂਦੇ ਹੋਏ ਬੱਚੇ ਨੂੰ ਬੰਦਾ ਗਲੋਂ ਲਾਂਦਾ ਹੈ ਕਿ ਫੜਾਓ ਇਹਦੀ ਮਾਂ ਕੋ। ਪਰ ਮਾਂ ਨਹੀਂ ਕਹਿੰਦੀ ਕਿ ਮੇਰਾ ਬੱਚਾ ਰੋਂਦਾ ਤਾਂ ਮੈਂ ਇਹਨੂੰ ਗੱਲ ਨਾਲ ਨਹੀਂ ਲਾਣਾ, ਬਲਕਿ ਮਾਂ ਹੀ ਹੈ ਜਿਹੜੀ ਰੋਂਦੇ ਬੱਚੇ ਨੂੰ ਗੱਲ ਨਾਲ ਲਾ ਕੇ ਚੁੱਪ ਕਰਾਂਦੀ ਹੈ। ਦੁਨੀਆ ਤਾਂ ਰੋਂਦਾ ਬੱਚਾ ਦੇਖ ਕੇ ਮਾਂ ਬਾਪ ਨੂੰ ਲੱਭਦੀ ਹੈ ਕਿ ਕਿੱਥੇ ਮੁਸੀਬਤ ਹੈ, ਰੋ ਰੋ ਕੇ ਕੰਨ ਖਾ ਲੈ, ਭੇਜੋ ਇਹਨੂੰ, दवो मां दे हथ, दवो बाप दे हथ। पर मां जे मां भी कहे रोंदे नू मैं क्यों पकड़ा, तो उन्हें चुप के ना कराना है। इसी तरह मालिक भी तुहाडे नाल इन्ना प्रेम करदे हैं कि हसदियां नू तां सारी दुनिया तुहाडे लागे खड़ी हो जाती है, पर जे तुसी हसोगे तुहाडे अंदर तुहाडा मालिक हसेगा, तो जे तुसी रोओगे तो मालिक ही तुहानू गल नाल ला के तुहानू रोंदियां नू हसाएगा। तुहाडे आंसू ओही पहुंचेगा, आंसुओं को वही साफ करेगा। दुनिया ने नहीं, दुनिया ने तो तमाशा देखना है, क्योंकि दुनिया तो तमाशा देखती है। जिदा कहते हैं नत्थू लाल जा रहा सी बाजार च, एक आदमी अगे स्कूटर ते आ रहा सी, एक इधरों जा रहे, दोनों की किते टक्कर हो गई, दोनों मोटरसाइकिल तो स्कूटर तो गिरे, उठ के एक दूसरे का गल फड़ लिया। तो नत्थू लाल की पत्नी नत्थू लाल को कहती, वो जाके छुड़ाओ, वो देखो लड़ रहे हैं, छुड़ाओ जाके, लड़ाई शुरू होने लगी है, छुड़ाओ जाके। ਉਹ ਨੱਥੂ ਲਾਲ ਕਹਿੰਦਾ ਠਹਿਰ ਲੈ, ਪਹਿਲਾਂ ਥੋੜਾ ਜਿਹਾ ਮਜ਼ਾ ਤਾਂ ਲੈ ਲੈਂਦੇ। ਲੜਾਈ 'ਚ ਇੰਟਰਸਟ ਉਹੀ ਲੈਂਦੇ ਐ, ਗੁੱਸੇ 'ਚ ਇੰਟਰਸਟ ਉਹੀ ਲੈਂਦੇ ਜਿਨ੍ਹਾਂ ਦੀ ਆਪਣੀ ਅੰਦਰ ਗੁੱਸਾ ਦਬਿਆ ਹੋਵੇ। ਇਸ ਲਈ ਦੂਜੇ ਨੂੰ ਲੜ ਕੇ ਉਹ ਇੱਕ ਕਿਸਮ ਨਾਲ ਆਪਣੀ ਭਾਵਨਾ ਹੀ ਕੱਢ ਰਹੇ ਹੈਗੇ, ਫੜ ਲੈ ਇਹਨੂੰ, ਮਾਰ ਇਹਨੂੰ, ਮਾਰ। ਇਹ ਦੁਨੀਆ ਇਹ ਇਸੇ ਤਰ੍ਹਾਂ ਹੈ ਕਿ ਹੱਸਦਿਆਂ ਦੇ ਸੁੱਖ ਦੇ ਵਿੱਚ ਨਾਲ ਤਾਂ ਦੁੱਖ ਦੇ ਵਿੱਚ ਦੂਰ। ਜਿੱਦਾਂ ਆਪਾਂ ਉਹ ਇੱਕ ਇਸ਼ਾਰਾ ਕੀਤਾ ਸੀ ਨਾ, ਇੱਥੇ ਵੀ ਕਰਨਾ ਚਾਹਾਂਗੇ कि अगर जमाने नू देखिए तो साफ पता लग जाता है। कभी तुसी गौर करना, इत्थे फिर दसना क्यों चाहांगे ताकि समझ आ जाए कि जदों दुनिया शादी का वक्त हुंदा है, चलती है, जदों बरात चलती है तो दुल्हा मगर मगर तो बराती मोरे मोरे भंगड़ा पाते जाते हैं। पर जदों उसी आदमी की मैयत जाती है, उसी आदमी की अर्थी जाती है, तो अर्थी अगे अगे तो दुनिया पिछे पिछे जाती है। इत्थों पता लगता है कि सुख वेले तो सारे साडे अगे हुंदे हैं, तो दुख वेले सारे साडे पिछे हो जाते हैं। सुख विच हर कोई साडे अगे हो जाता, मैं तेरे नाल हां, मैं तेरे नाल हां, मैं तेरा सज्जन, मैं तेरा मित्र, मैं तेनू बचाऊं। पर जिद्दे दुख आंदा सारे पिछे हो जाते हैं, उस वेले तो फिर मालिक ही अगे आंदे। इसलिए जब मुसीबत आती है खुद पे यारो तो मेरे मालिक के सिवा सबके दरवाजे बंद मिलते हैं। उस वेले वो मालिक का दरवाजा ही खुला मिलता है। फिर जदों ओदा ही दरवाजा 24 घंटे खुला है तो फिर असीं गैरां दे दर ते जाके क्यों भटक रहे हैं? फिर क्यों ना अपने मालिक दे दर ते ही सिर झुकाइए, अपने मालिक दे दर ते ही हो जाइए जिहदा दर 24 घंटे खुला है। क्योंकि जरा गौर करना, क्यों? क्योंकि कि जेड़ा उस मालिक दा हो गया, तेरा हो गया जहां में, जेड़ा उस मालिक दा हो गया, फिर ओनू इत्थे भी और उथे भी कोई डर नहीं रह जाता। यह गल का खास ख्याल रखना, क्योंकि एक शायर ने बड़ा प्यारा लिखा है कि तेरा हाथ जिसने पकड़ा
जिसने भी वो मालिक का हाथ पकड़ लिया, जिसने भी वो मालिक की बाह फड़ ली, जिहड़ा भी ਉਹਦੇ शब्द नाल ਉਹਦੇ नाम नाल जुड़ गया, तेरा हाथ जिसने पकड़ा वो रहा ना बेसहारा। तेरा हाथ जिसने पकड़ा वो रहा ना बेसहारा, दरिया में डूब कर भी उसे मिल गया किनारा। तेरा गौर करना, कहते ना 12 साल डुबिया रहा सी बेड़ा माई दा, तो माई नूं जिद्दां ही हजूर दी याद आई, हजूर नूं याद कीता तो ओदे बरात नूं डुबे हुए बेड़े नूं किनारा मिल गया। जदों असीं ओदी बाह पकड़ ली, अपने मालिक दी बाह पकड़ ली, अपने मुर्शद दे नाल जुड़ गए, तो फिर बंदा हुण इह ना कहे मैं बेसहारा है, मेरा कोई सहारा नहीं है, मैनूं कोई संभालण वाला नहीं है, मेरी कोई फिक्र करने वाला नहीं है। क्योंकि एक गल याद रखो, जिन्हें मालिक दी बाह पकड़ ली जां जिहड़ा मालिक नाल जुड़ गया, ਉਹਦੇ शब्द नाल जुड़ गया, वाकई ही हुण ਉਹਨੂੰ ਇੱਥੇ भी सहारा मिल गया, ਉੱਥੇ भी सहारा मिल गया। तो जिहड़ा इंसान अपने मालिक का सहारा ही ना नहीं लैंदा, ਉਹਦੇ सहारे तक ही नहीं पहुंचा, ਉਹਦੀ बाह नहीं फड़दा, तो फिर वो बेशक कहे मेरे हज़ारां दोस्त, हज़ारां मित्र, हज़ारां रिश्तेदार, वो तो बेसहारा ही है। क्योंकि जदों दुनिया तो जाना तो किसी रिश्तेदार ने बाह नहीं फड़नी, वो तो फिर भटकदा है। इसीलिए तो कहते उही रूहां भटकदियां है जिहदी बाह वो मुर्शद नहीं फड़दा, जिहदी बाह वो मालिक नहीं फड़दा, वो रूहां भटकदियां है। तो जिस रूह नूं ਉਹਨੇ अपना बना लिया, ਜਿਹੜੀ हो गई ਉਹਦੇ नाम ਦੇ रंग च रंगी गई, हो गई अपने मालिक दी, फिर ਉਹਨੂੰ ਇੱਥੇ भी बचांदा है, ਉੱਥੇ भी बचांदा है। इसलिए तेरा हाथ जिसने पकड़ा वो रहा ना बेसहारा, दरिया में डूब कर भी उसे मिल गया किनारा। जे वो डुब भी जाता तो दरिया भी ਉਹਨੂੰ किनारे ते ले आंदा है कि भाई तेरी बाह ਉਹਨੇ फड़ी है, तेनू मैं डुबो भी नहीं सकता, क्योंकि मुर्शद दे प्यारियां नूं डुबो सकां, मालिक दे आशिकां नूं डुबो सकां, इन्नी ताकत तां मेरे अंदर भी है नहीं। वो दरिया ही उछाल के किनारे तक ले जाता है। इसलिए बाह पकड़ो अपने मालिक दी, बाह पकड़ो अपने मुर्शद दी, ताकि तुहानूं भी किनारा मिल सके। इसलिए ये गल हमेशा अपने दिलो दिमाग 'च बिठा लैनी, कदी अपने आप नूं कल्ले नहीं समझना, कदी अपने आप नूं बेसहारा नहीं समझना। तुसीं किते भी होवो, ये याद रखो कि सब तो बड़ा मेरा सहारा मेरे नाल मेरा मालिक है। मैं क्यों फिक्र करा, मैं क्यों चिंता करा। बेशक दुनिया साथ छड़ देवे, बंदा कहे कोई मेरे नाल नहीं है, रिश्तेदार सज्जन मित्र कोई मेरे नाल नहीं, मैं कल्ला आ, नहीं कोई नाल नहीं है, पर एक ऐसा है जिहड़ा हर पल तेरे नाल है। बस ओनू समझ लै, ओदे नाल प्रेम पा लै, ओदे नाल अपने दिल दी तार जोड़ लै, तां फिर तू कल्ला ही पूरी दुनिया दे बराबर है। फिर तैनू कल्ला समझण दी लोड़ नहीं, फिर तेनू बेसहारा समझण दी लोड़ नहीं, क्योंकि सब तो बड़ा सहारा जिन्हों मिल गया उन्होंने सब कुछ ही मिल गया। इसलिए आओ अपने मालिक नू अपने जीवन का सहारा बनाइए। और हुण समा काफ़ी हो गया, थोड़ा आखिरले वचन की तरफ चलिए कि जिस तरह दसिया कि पहला नियम यह बनाना कि अपने आप नू ऐसा बनाइए कि मालिक का शुकराना करिए, शुकराने वजों सिर झुकाइए। और दूसरा की करना है, दूसरी आदत अपनी यह बनानी है कि जिहड़ी सानू एक माड़ी आदत है ना दूजे अंदर बुराई देखण दी, दूजे अंदर कमियां देखण दी, वो आदत नू भी खत्म कर दईए। क्योंकि इत्थे एक सानू छोटा जिहा शेर याद आ गया, वो दसना चाहांगे कि झांक रहे हैं इधर उधर सब, झांक रहे हैं इधर उधर सब, अपने अंदर झांके कौन। इधर उधर तो झांक रहे हैं, आ की कर रहा है, झांकण का मतलब समझते हो ना, देखना। कोई इधर झांक रहा, इधर की हो रहा, कोई इधर देख रहा की हो रहा है, आ की कर रहा, वो की कर रहा है। कि झांक रहे हैं इधर उधर सब, पर अपने अंदर झांके कौन। दूजे अंदर तो कमियां देख रहे हैं, पर अपने अंदर झांकते हैं कि दूसरा की कर रहा, वो तो मैं देख रहा, पर मैं की कर रहा हाँ, यदा कदी विचार किया। और याद रखो, दूसरा जो कर रहा ਉਹਦਾ फल ਤੁਹਾਨੂੰ नहीं मिलना, ਤੁਸੀਂ जो कर रहे हैं ਉਹਦਾ फल ਤੁਹਾਨੂੰ मिलना, ਉਹਦਾ असर ਤੁਹਾਡੇ जीवन ते होना है। इसलिए दूसरे की चिंता छੱਡ के पहला अपनी चिंता करिए कि मैं की कर रहा, क्योंकि जो मैं करना ਉਹਦਾ फल मैनू मिलना है। इसलिए झांक रहे हैं इधर उधर सब, अपने अंदर झांके कौन। देख रहे हैं सब में कमियां, पर अपने अंदर ताके कौन। दूजे अंदर तो कमियां देख रहे हैं, अपने अंदर कौन तकदा है। तकदा मतलब ताकण का मतलब समझते हो ना, तकना देखना।
ਆਪਣੇ ਆਪ ਨੂੰ ਕੌਣ ਤੱਕਦਾ ਹੈ? ਦੂਜੇ ਅੰਦਰ ਤਾਂ ਕਮੀ ਕਹਿ ਦਿੰਦੇ ਆ, ਤੇਰੇ ਅੰਦਰ ਆਹ ਕਮੀ ਹੈ। ਇੱਕ ਬਾਪ ਬੇਟੇ ਨੂੰ ਕਹਿੰਦਾ ਤੇਰੇ ਅੰਦਰ ਕਮੀ ਹੈ, ਤੂੰ ਮੈਨੂੰ ਸਵੇਰੇ ਉੱਠ ਕੇ ਬੁਲਾਉਂਦਾ ਨਹੀਂ। ਬੇਟੇ ਤੇਰੇ ਅੰਦਰ ਕਮੀ, ਤੂੰ ਕਦੀ ਮਾਂ-ਬਾਪ ਦੇ ਪੈਰੀ ਹੱਥ ਨਹੀਂ ਲਾਇਆ। ਤਾਂ ਜੇ ਬੇਟਾ ਅੱਗੇ ਉਹ ਕਹਿ ਦੇਵੇ ਕਿ ਤੁਸੀਂ ਆਪਣੇ ਮਾਲਿਕ ਨੂੰ ਸਵੇਰੇ ਸ਼ਾਮ ਯਾਦ ਕਰਦੇ ਹੋ, ਜੇ ਤੁਸੀਂ ਆਪਣੇ ਮਾਲਿਕ ਅੱਗੇ ਨਹੀਂ ਝੁਕਦੇ ਤਾਂ ਮੈਂ ਤੁਹਾਡੇ ਅੱਗੇ ਕਿੱਦਾਂ ਝੁਕਾਂ? ਜੇ ਤੁਸੀਂ ਆਪਣੇ ਮਾਲਿਕ ਨੂੰ ਭੁੱਲ ਗਏ, ਉਹ ਜਿਹੜਾ ਤੁਹਾਡਾ ਜਨਮਦਾਤਾ, ਤਾਂ ਤੁਸੀਂ ਮੇਰੇ ਜਨਮਦਾਤਾ, ਮੈਂ ਤੁਹਾਨੂੰ ਭੁੱਲ ਗਿਆ, ਤੇ ਇਹ 'ਚ ਦੋਸ਼ ਕੀ ਹੈ? ਸੋ ਕਹਿਣ ਦਾ ਮਤਲਬ ਕੀ ਹੈ ਕਿ ਜਦੋਂ ਵੀ ਅਸੀਂ ਦੂਸਰੇ ਨੂੰ ਕੋਈ ਗੱਲ ਕਹਿੰਦੇ ਆ ਤਾਂ ਪਹਿਲਾਂ ਆਪਣੇ ਅੰਦਰ ਤਾਂਕੋ, ਆਪਣੇ ਅੰਦਰ ਦੇਖੋ ਕਿ ਕਮੀ ਮੇਰੇ ਅੰਦਰ ਤਾਂ ਨਹੀਂ। ਇੱਕ ਬੰਦਾ ਕਹਿੰਦਾ ਦੂਸਰਾ ਮੈਨੂੰ ਬੜੀ ਉੱਚੀ ਆਵਾਜ਼ 'ਚ ਬੋਲਿਆ, ਆਪ ਦੇਖੋ ਤੂੰ ਤਾਂ ਨਹੀਂ ਕਿਸੇ ਨੂੰ ਉੱਚੀ ਆਵਾਜ਼ 'ਚ ਬੋਲਣਾ। ਦੂਸਰੇ ਨੇ ਮੇਰੀ ਨਿੰਦਿਆ ਕੀਤੀ, ਦੂਸਰੇ ਨੇ ਕੀਤੀ, ਤੂੰ ਤਾਂ ਨਹੀਂ ਕਰਦਾ ਕਿਸੇ ਦੀ। ਸੋ ਦੂਸਰੇ ਦੀ ਤਰਫ ਉਂਗਲੀ ਉਠਾਣਾ ਆਸਾਨ ਹੈ, ਪਰ ਆਪਣੀ ਤਰਫ ਦੇਖਣਾ ਮੁਸ਼ਕਿਲ ਹੈ। ਪਰ ਜੇ ਮਾਲਿਕ ਦੇ ਘਰ ਦੀਆਂ ਰਹਿਮਤਾਂ ਪਾਣੀਆਂ, ਉਸ ਮੰਜ਼ਿਲ ਤੇ ਪਹੁੰਚਣਾ, ਉਸ ਉਚਾਈ ਤੇ ਪਹੁੰਚਣਾ ਜਿੱਥੇ ਉਹ ਦਰਵਾਜ਼ਾ ਨਹੀਂ ਹੈ, ਉਸ ਘਰ ਤੱਕ ਪਹੁੰਚਣਾ ਹੈ, ਤਾਂ ਪਹਿਲਾਂ ਇਹ ਵੀ ਕਮੀ ਆਪਣੀ ਦੂਰ ਕਰਨੀ ਪੈਣੀ ਹੈ ਕਿ ਦੂਜੇ ਦੀਆਂ ਬੁਰਾਈਆਂ ਦੇਖਣ ਨਾਲੋਂ ਪਹਿਲਾਂ ਆਪਣੀਆਂ ਬੁਰਾਈਆਂ ਦੇਖੀਏ। ਦੂਜੇ ਨੂੰ ਤਾਂਕਣ ਤੋਂ ਪਹਿਲਾਂ ਆਪਣੇ ਆਪ ਨੂੰ ਅੰਦਰ ਤਾਂਕੀਏ ਕਿ ਮੇਰੇ ਅੰਦਰ ਜਿਹੜੀਆਂ ਕਮੀਆਂ ਇਹਨੂੰ ਦੂਰ ਕਰਾਂ। ਇਸ ਲਈ ਦੇਖ ਰਹੇ हैं सब में कमियां, पर अपने अंदर तांके कौन? सबके भीतर प्रभु छुपा है, उसको आज निहारे कौन? कि सारे दे अंदर प्रभु बैठा है, वो परमात्मा बैठा है, पर ओनू कौन निहारदा है? निहारन दा मतलब है देखना। बंदा कहता की निहारदा है, की देख रहा है? तुहाडे सब दे अंदर प्रभु बैठा है। ਜਿਹਦੇ ਅੰਦਰ ਤੁਸੀਂ ਬੁਰਾਈ ਦੇਖ ਰਹੇ ਹੋ, ਜਿਹਦੀ ਤੁਸੀਂ ਨਿੰਦਿਆ ਕਰ ਰਹੇ ਹੋ, ਜਿਹਨੂੰ ਤੁਸੀਂ ਬੁਰਾ ਬੋਲ ਰਹੇ ਹੋ, ਜਿਹਦੀ ਤੁਸੀਂ ਬੁਰਾਈ ਕਰ ਰਹੇ ਹੋ, ਜਿਹਨੂੰ ਤੁਸੀਂ ਗਾਲੀ ਦੇ ਰਹੇ ਹੋ, ਯਾਦ ਰੱਖੋ ਪ੍ਰਭੂ ਉਹਦੇ ਅੰਦਰ ਵੀ ਬੈਠਾ ਹੋਇਆ ਹੈ। ਕਿਉਂ ਨਹੀਂ ਨਿਹਾਰਦੇ? ਕਿਉਂ ਨਹੀਂ ਉਹਨੂੰ ਦੇਖਦੇ ਕਿ ਜਿਹਨੂੰ ਮੈਂ ਬੁਰਾ ਬੋਲ ਰਿਹਾ ਇਹਦੇ ਅੰਦਰ ਮੇਰਾ ਮਾਲਿਕ ਬੈਠਾ ਹੈ, ਮੇਰਾ ਪ੍ਰਭੂ ਬੈਠਾ ਹੈ। ਸਭ ਕੇ ਭੀतर ਪ੍ਰਭੂ ਛੁਪਾ ਹੈ, ਉਸਕੋ ਮਗਰ ਨਿਹਾਰੇ ਕੌਣ? ਦੁਨੀਆ ਸੁਧਰੇ ਸਭ चिल्लाते, खुद को मगर सुधारे कौन? जरा गौर करना, ये सारे रौला पाई जाते हैं दुनिया बड़ी खराब है, दुनिया बड़ी खराब है, दुनिया कदों सुधरेगी, ये दुनिया कदों सुधरेगी, सारे रौला पाई जाते हैं। जरा गौर करना, पर खुद को आज सुधारे कौन? कि दूजियां की फिक्र करते दुनिया कदों सुधरेगी, वो दुनिया की चिंता छड्ड अपनी फिक्र कर, क्योंकि दुनिया तुहाडे नाल ही बनती है। जरा गौर करना सारे जी, ये दुनिया जिदा बंदा कहता हिंदुस्तान या बंदा कहता पंजाब, तो कित्थे है पंजाब? जे उदा लभण जाइए इदा पंजाब नहीं किते मिलना। ये तुहाडे जोड़ दा नाम ही पंजाब है, तुहाडा नाम ही पंजाब है, क्योंकि तुसी पंजाब च बैठे हो, तो यही पंजाब है। नहीं तो उदा नहीं किते मिलना कि हाँ भी आ पंजाब। इदा दा बंदा कहे आ पंजाब है, नहीं, ये तो किहड़ा कांटियां है। जरा गौर करना, ये तो कांटियां भी नहीं है, ये तो दरबार है। अगर बरीकी ना जाइए तो फिर तो वो चीज है। सो कहने का मतलब जब भी कोई चीज बनती है वो जोड़ का नाम है। इसी तरह ये संसार परमात्मा है, परमात्मा का रूप है, हर पासे परमात्मा है, पर नजर उदों आएगा जब एक दूजे नाल असीं जुड़ते चले जावांगे। इसलिए दूजे नूं असीं कहंदे सुधर, दुनिया कदों सुधरेगी? तो इत्थे असीं ये दसना चाहते कि जदों तुसीं अपना सुधार कर लिया तो दुनिया आपे ही सुधरती चली जाएगी। पर जे बंदा कहे लै वो तो इदा करते पहला वो सुधरे फिर मैं सुधरूं, तो फिर तो दुनिया का सुधार कभी हो ही नहीं सकता, क्योंकि दुनिया सुधरे सब चिल्लाते। ये तो सारे रौला पा रहे हैं, मंत्री मिनिस्टर रौला पा रहे हैं दुनिया का सुधार करो, दुनिया सुधार करो। पर दुनिया का सुधार छड्डो, पहला अपना तो सुधार कर लीए, पहला अपने आप को तो सुधार लीए, पहला अपन कमियां तो दूर कर लीए। पहला साडे अंदर जो नफरतां है, बैर विरोध है, ऊंच नीच जात पात दे भेदभाव है, पहले इन्हां तो खत्म कर लीए। जदों ये भावना, प्रेम की भावना साडे अंदर आ गई, असीं सुधर गए तो दुनिया आपे सुधर जाएगी, क्योंकि कड़ी दे नाल ही कड़ी बनती है। तुसीं मकान बनाना तो कट्ठा मकान नहीं बनता, इट एक रख दो, फिर दूजी रख दो, तीजी रख दो, फिर जाके मकान बनता है। पहला एक इट तो रखो सुधार दी, अज तुसीं सुधरे, कल दूजा, तीजा, चौथा, फिर एक बहुत बड़ा ऐसा घर बन जाएगा जिथे सुधार ही सुधार होएगा। इसलिए समझो सारे जी कि सबके भीतर प्रभु छुपा है, उसको मगर निहारे कौन? दुनिया सुधरे सब चिल्लाते, खुद को मगर सुधारे कौन? पर उपदेश बहुत हितकारी, खुद पे मगर विचारे कौन? तुम सुधरोगे तब जग सुधरेगा, हृदय बात
ਉਤਾਰੇ ਕੌਣ। ਇਹ ਆਖਰਲੀਆਂ ਲਾਈਨਾਂ ਕਿ ਦੂਜਿਆਂ ਨੂੰ ਤਾਂ ਬੰਦਾ ਉਪਦੇਸ਼ ਕਰਦਾ ਹੈ, ਦੂਜਿਆਂ ਨੂੰ ਤਾਂ ਬੰਦਾ ਕਹਿੰਦਾ ਹੈ ਇਸ ਤਰ੍ਹਾਂ ਕਰੋ ਉਸ ਤਰ੍ਹਾਂ ਕਰੋ, ਪਰ ਖੁਦ पे आज ਵਿਚਾਰੇ ਕੌਣ। ਜ਼ਰਾ ਗੌਰ ਕਰਨਾ, ਉਪਦੇਸ਼ ਕਰ ਹੀ ਰਹੇ ਹੈ। ਕੋਈ ਗੀਤਾ ਨੂੰ ਪੜ੍ਹ ਕੇ ਉਪਦੇਸ਼ ਕਰ ਰਿਹਾ ਹੈ, ਕੋਈ ਕੁਰਾਨ ਨੂੰ ਪੜ੍ਹ ਕੇ ਉਪਦੇਸ਼ ਕਰ ਰਿਹਾ ਹੈ, ਕੋਈ ਕਿਸੇ ਸ਼ਾਸਤਰ ਨੂੰ, ਕੋਈ ਕਿਸੇ ਧਾਰਮਿਕ ਪੋਥੀ ਨੂੰ ਪੜ੍ਹ ਕੇ ਉਪਦੇਸ਼ ਕਰ ਰਿਹਾ, ਪਰ ਉਪਦੇਸ਼ ਹੀ ਕਰ ਰਿਹਾ ਏਕਤਾ ਦਾ, ਪ੍ਰੇਮ ਦਾ। ਪਰ ਏਕਤਾ ਪ੍ਰੇਮ ਕਿਤੇ ਦੇਖਣ ਨੂੰ ਮਿਲਦੀ ਹੈ? ਜਿੰਨੇ ਵੀ ਦੁਨੀਆ ਤੇ ਗੁਰੂ ਰਹਿਬਰ ਸੰਤ ਆਏ, ਜੀਸਸ ਕ੍ਰਾइस्ट ਆਏ, ਉਹਨਾਂ ਨੇ ਇੱਕ ਗॉड ਦੀ ਗੱਲ ਕੀਤੀ, गॉड इज वन। और क्या? लव इज गॉड, कि प्रेम ही परमात्मा है। पर जीसस ਨੂੰ ਮੰਨਣ ਵਾਲੇ ਅੱਜ ਦੂਜਿਆਂ ਨਾਲੋਂ ਤੋੜੀ ਜਾਂਦੇ ਹੈ। ਜਰਾ ਗੌਰ ਕਰਨਾ, ਸ਼੍ਰੀ ਕ੍ਰਿਸ਼ਨ ਨੇ ਪ੍ਰੇਮ ਦੀ ਗੱਲ ਕੀਤੀ, ਪਰ ਕ੍ਰਿਸ਼ਨ ਦੇ ਮਗਰ ਚੱਲਣ ਵਾਲੇ ਹੀ ਦੂਜਿਆਂ ਨਾਲ ਨਫ਼ਰਤ ਕਰੀ ਜਾਂਦੇ ਹੈ। ਮੁਹੰਮਦ ਸਾਹਿਬ ਨੇ ਪ੍ਰੇਮ ਦੀ ਗੱਲ ਕੀਤੀ, ਪਰ ਮੁਹੰਮਦ ਸਾਹਿਬ ਨੂੰ ਮੰਨਣ ਵਾਲੇ ਦੂਜਿਆਂ ਨੂੰ ਬੁਰਾ ਸਮਝਦੇ ਹੈ। ਪ੍ਰੇਮ ਕਿੱਥੇ ਗਿਆ? ਕਿਉਂਕਿ ਜਿੱਥੇ ਪ੍ਰੇਮ ਆ ਗਿਆ ਉੱਥੇ ਤਾਂ ਕੋਈ ਬੁਰਾ, ਕੋਈ ਮਾੜਾ ਰਹਿ ਹੀ ਨਹੀਂ ਗਿਆ, ਕਿਉਂਕਿ ਪ੍ਰੇਮ ਦੇ ਕੋਲ ਅੱਖ ਹੀ ਨਹੀਂ ਹੈ। ਇਸੇ ਲਈ ਤਾਂ ਪ੍ਰੇਮ ਨੂੰ ਅੰਨਾ ਕਿਹਾ ਜਾਂਦਾ ਹੈ ਕਿ ਜਿੱਥੇ ਪ੍ਰੇਮ ਆ ਗਿਆ ਉੱਥੇ ਕੌਣ ਚੰਗਾ ਕੌਣ ਮਾੜਾ, ਇਹ ਸਵਾਲ ਹੀ ਖਤਮ ਹੋ ਜਾਂਦਾ ਹੈ। ਕਿਉਂਕਿ ਚੰਗਾ ਮਾੜਾ ਅਕਲ ਦੀ ਅੱਖ ਦੇਖਦੀ ਹੈ, ਪ੍ਰੇਮ ਤਾਂ ਅੰਨਾ। ਤਾਂ ਹੀ ਕਹਿੰਦੇ ਲਵ ਇਜ਼ ਬਲਾਈਂਡ, ਕਿਉਂਕਿ ਪ੍ਰੇਮ ਨੂੰ ਫਰਕ ਹੀ ਨਹੀਂ ਹੈ ਜਾਤ ਦਾ, ਤੇ ਪ੍ਰੇਮ ਨੂੰ ਫਰਕ ਹੀ ਨਹੀਂ ਹੈ ਅਮੀਰੀ ਦਾ ਗਰੀਬੀ ਦਾ, ਜਾਤ ਪਾਤ ਦਾ, ਧਰਮਾਂ ਦਾ। ਪ੍ਰੇਮ ਨੂੰ ਪਤਾ ਹੀ ਨਹੀਂ ਹੈ, ਉਹ ਤਾਂ ਬਸ ਜਿਹੜੇ ਰਾਹ ਚੱਲ ਪਿਆ ਉਹ ਚੱਲਦਾ ਹੀ ਚਲਾ ਜਾਂਦਾ ਹੈ। ਇਸੇ ਲਈ ਤਾਂ ਪ੍ਰੇਮ ਹੀ ਪ੍ਰਮਾਤਮਾ ਤੱਕ ਲੈ ਜਾਂਦਾ ਹੈ। ਇਸ ਲਈ ਪਰ ਉਪਦੇਸ਼ ਕਰਨ ਨੂੰ ਤਾਂ ਬਹੁਤ ਹੈ, ਪਰ ਖੁਦ ਪੇ ਆਜ ਵਿਚਾਰੇ ਕੌਣ। ਪਰ ਖੁਦ ਤੇ ਵਿਚਾਰ ਕੀਤਾ ਕਿ ਦੂਜਿਆਂ ਨੂੰ ਸਮਝਾ ਰਹੇ ਆ ਨਫ਼ਰਤ ਨਾ ਕਰੋ, ਤੂੰ ਕਿਸੇ ਨਾਲ ਨਫ਼ਰਤ ਕਰਦਾ ਹੈ। ਦੂਜਿਆਂ ਨੂੰ ਸਮਝਾ ਰਹੇ ਹੋ ਪ੍ਰੇਮ ਕਰ, ਤੂੰ ਸਭ ਨਾਲ ਪ੍ਰੇਮ ਕਰਦਾ ਹੈ। ਇਸ ਲਈ ਜ਼ਰੂਰਤ ਹੈ ਕਿ ਦੂਜੇ ਨੂੰ ਸਮਝਾਉਣ ਦੇ ਨਾਲ ਨਾਲ ਖੁਦ ਵੀ ਸਮਝਣਾ। ਇਸ ਲਈ ਤੁਮ ਸੁਧਰੋਗੇ ਤਬ ਜਗ ਸੁਧਰੇਗਾ, ਪਰ ਹਿਰਦੇ ਬਾਤ ਉਤਾਰੇ ਕੌਣ। ਪਰ ਇੰਨੀ ਗੱਲ ਕਿਹੜਾ ਹਿਰਦੇ 'ਚ ਉਤਾਰਦਾ ਹੈ? ਕਿਹੜਾ ਇੰਨੀ ਗੱਲ ਮੰਨਦਾ ਹੈ ਕਿ ਅੱਜ ਤੋਂ ਮੈਂ ਸੁਧਾਰ ਕਰਾਂ? ਪਰ ਅਸੀਂ ਚਾਹਾਂਗੇ ਸ਼ੁਰੂਆਤ ਤੁਸੀਂ ਕਰੋ, ਤੁਹਾਡੇ ਤੋਂ ਸ਼ੁਰੂਆਤ ਹੋਵੇ ਕਿ ਅਸੀਂ ਸੁਧਰੀਏ, ਤਾਂ ਫਿਰ ਦੁਨੀਆ ਵੀ ਇੱਕ ਦਿਨ ਸੁਧਰ ਜਾਏਗੀ। ਪਹਿਲ ਤਾਂ ਐਸੀ ਕਰ ਲਈਏ ਸ਼ੁਕਰਾਨੇ ਦੀ, ਪਹਿਲ ਤਾਂ ਐਸੀ ਕਰ ਲਈਏ ਨਫ਼ਰਤ ਵੈਰ ਵਿਰੋਧਤਾ ਨੂੰ ਖਤਮ ਕਰਨ ਦੀ, ਪਹਿਲ ਤਾਂ ਐਸੀ ਕਰ ਲਈਏ ਜਾਤਾਂ ਪਾਤਾਂ ਦੇ ਬੰਧਨ ਚੋਂ ਨਿਕਲਣ ਦੀ, ਪਹਿਲ ਤਾਂ ਐਸੀ ਕਰ ਲਈਏ ਆਪਣੇ ਮਾਲਿਕ ਦੇ ਪ੍ਰੇਮ ਦੀ। ਕਿਉਂਕਿ ਪਹਿਲਾ ਕਦਮ ਹੀ ਸਾਨੂੰ ਮੰਜ਼ਿਲ ਦੀ ਤਰਫ ਲਿਜਾਣ ਵਾਸਤੇ ਬਹੁਤ ਹੁੰਦਾ ਹੈ। ਕਿਉਂਕਿ ਪਹਿਲਾ ਕਦਮ ਉਠਾ ਕੇ ਹੀ ਸਮਝ ਲਓ ਇਨਸਾਨ ਨੇ ਸਫ਼ਰ ਦੀ ਸ਼ੁਰੂਆਤ ਕਰਤੀ, ਤਾਂ ਜਿਹੜਾ ਪਹਿਲਾ ਹੀ ਕਦਮ ਨਾ ਉਠਾਵੇ ਉਹ ਤਾਂ ਕਦੀ ਮੰਜ਼ਿਲ ਤੱਕ ਜਾ ਹੀ ਨਹੀਂ ਸਕਦਾ। ਇਸ ਲਈ ਜੇ ਵਾਕਈ ਤੁਸੀਂ ਉਸ ਦੁਆਰ ਨੂੰ ਪਾਣਾ ਹੈ ਤਾਂ ਫਿਰ ਦੂਸਰੇ ਦੀਆਂ ਕਮੀਆਂ ਦੇਖਣੀਆਂ ਬੰਦ ਕਰੋ, ਦੂਸਰੇ ਨਾਲ ਨਫ਼ਰਤ ਕਰਨੀ ਬੰਦ ਕਰੋ, ਆਪਣੇ ਆਪ ਨੂੰ ਉੱਚਾ ਦੂਜਿਆਂ ਨੂੰ ਨੀਵਾਂ ਸਮਝਣਾ ਬੰਦ ਕਰੀਏ, ਸਭ ਨਾਲ ਪ੍ਰੇਮ ਕਰਨਾ ਸ਼ੁਰੂ ਕਰੀਏ ਔਰ ਸ਼ੁਕਰਾਨਾ ਕਰੀਏ ਆਪਣੇ ਮਾਲਿਕ ਦਾ। ਕਿਉਂਕਿ ਉਹ ਮਾਲਿਕ ਦੇਖ ਵੀ ਰਿਹਾ ਹੈ, ਹਰ ਜਗ੍ਹਾ ਸੁਣ ਵੀ ਰਿਹਾ ਹੈ। ਇਸ ਲਈ ਕਦੇ ਵੀ ਇਹ ਨਾ ਸੋਚੋ ਕਿ ਮੈਂ ਮੰਦਿਰ ਚਲਾ ਗਿਆ, ਮਸਜਿਦ ਚਲਾ ਗਿਆ ਤਾਂ ਉੱਥੇ ਹੀ ਰੱਬ ਦੇਖਦਾ ਹੈ। ਉਹ ਹਰ ਜਗ੍ਹਾ ਸਾਨੂੰ ਦੇਖ ਰਿਹਾ ਹੈ, क्योंकि वो ना कागज रखता है, वो यानी मालिक, ओ परमात्मा, ओ प्रभु, वो ना कागज रखता है और ना किताब रखता है। वो मालिक ना कागज रखता है ना किताब रखता है, मगर फिर भी वो हम सबका हिसाब रखता है। ये गल याद रखना। ਜੇ ਬੰਦਾ ਕਵੇ ਨਾ ਕਾਗਜ਼ ਕਲਮ ਲੈ ਕੇ ਕੋਈ ਬੈਠਾ ਲਿਖੀ ਜਾਂਦਾ ਕਿ ਭਾਈ ਕਿਹੜਾ ਮਾੜਾ ਕਰ ਰਿਹਾ ਕਿਹੜਾ ਚੰਗਾ ਕਰ ਰਿਹਾ, ਇਹਨਾਂ ਚੰਗਾ ਕੀਤਾ ਲਿਖ ਲਓ, ਇਹਨਾਂ ਦਾਨ ਕੀਤਾ ਲਿਖ ਲਓ, ਇਹਨਾਂ ਪਾਪ ਕੀਤਾ ਲਿਖ ਲਓ, ਨਹੀਂ, ਨਾ ਉਹਦੇ ਕੋਲ ਕੋਈ ਕਾਗਜ਼ ਹੈ ਨਾ ਹੀ ਉਹਦੇ ਕੋਲ ਕੋਈ ਕਿਤਾਬ ਹੈ। ਜ਼ਰਾ ਧਿਆਨ ਦੇਣਾ। ਪਰ ਫਿਰ ਵੀ ਉਹ ਸਾਡਾ ਸਾਰਿਆਂ ਦਾ ਹਿਸਾਬ ਰੱਖਦਾ ਹੈ, ਕਿਉਂਕਿ ਉਹਨੂੰ ਹਿਸਾਬ ਰੱਖਣ ਵਾਸਤੇ ਕਾਗਜ਼ਾਂ ਕਿਤਾਬਾਂ ਦਾ ਮੁਹਤਾਜ ਹੈ ਨਹੀਂ। ਉਹਦੀ ਤਾਂ ਰਹਿਮਤ ਹੀ ਹੈ, ਉਹਦੀ ਬਖਸ਼ਿਸ਼ ਹੈ, ਉਹਦੀ ਤਾਂ ਨਜ਼ਰ ਹੀ ਹਰ ਜਗ੍ਹਾ ਸਾਨੂੰ ਦੇਖ ਰਹੀ ਹੈ। ਇਸ ਲਈ ਆਪਣੇ ਕਰਮ ਐਸੇ ਬਣਾਈਏ ਕਿ ਜਦੋਂ ਮਾਲਿਕ ਸਾਡਾ ਹਿਸਾਬ ਲਿਖੇ ਤਾਂ ਪਿਆਰਿਆਂ 'ਚ ਲਿਖੇ ਕਿ ਇਹ ਮੇਰਾ ਪਿਆਰਾ ਹੈ, ਇਹ ਉਹ ਕਰਮ ਕਰ ਰਿਹਾ ਜਿਹੜਾ ਮੇਰੀ ਖੁਸ਼ੀ ਵਾਲਾ ਹੈ, ਜਿਹ 'ਚ ਮੇਰੀ ਖੁਸ਼ੀ ਹੈ, ਜਿਹਦੇ 'ਚ ਮੈਂ ਖੁਸ਼ ਹਾਂ, ਇਹ ਉਹ ਕਰਮ ਕਰ ਰਿਹਾ ਹੈ। ਕਿਉਂਕਿ ਉਹ ਹਿਸਾਬ ਤਾਂ ਰੱਖਦਾ ਹੀ ਹੈ। ਜੇ ਮਾੜੇ ਹਿਸਾਬ ਬਣਾਈ ਜਾਵਾਂਗੇ ਤਾਂ ਇਹ ਮਾੜਾ ਕੀਤਾ ਸਾਨੂੰ ਹੀ ਸਾਡੇ ਮਾਲਿਕ ਤੋਂ, ਸਾਡੀ ਮੰਜ਼ਿਲ ਤੋਂ ਦੂਰ ਕਰ ਦਿੰਦਾ ਹੈ। ਇਸ ਲਈ ਅੱਛਾ ਕਰਦੇ ਚਲੇ ਜਾਈਏ, ਨੇਕ ਕਰਮ ਕਰਦੇ ਚਲੇ ਜਾਈਏ, ਕਿਉਂਕਿ ਸਾਡੀ ਕੀਤੀ ਹੋਈ ਨੇਕੀ ਹੀ ਸਾਡੇ ਜੀਵਨ 'ਚ ਸਾਰੀਆਂ ਖੁਸ਼ੀਆਂ ਲੈ ਕੇ ਆਉਂਦੀ ਹੈ। ਸਾਡੀ ਕੀਤੀ ਹੋਈ ਨੇਕੀ ਹੀ ਸਾਡੇ ਜੀਵਨ 'ਚ ਕਾਮਯਾਬੀ ਲੈ ਕੇ ਆਉਂਦੀ ਹੈ, ਸਫਲਤਾ ਲੈ ਕੇ ਆਉਂਦੀ ਹੈ। ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਦੁਨੀਆ ਦੇ ਪਦਾਰਥ ਜਿੰਨੇ ਮਰਜ਼ੀ ਇਕੱਠੇ ਕਰ ਲਓ, ਉਹਨਾਂ ਖੁਸ਼ੀਆਂ ਨਹੀਂ ਲਿਆਣੀਆਂ।
ਜਦੋਂ ਤੁਸੀਂ ਇੱਕ ਨੇਕੀ ਕਰਦੇ ਹੋ ਨਾ, ਤਾਂ ਜਿਹੜੀਆਂ ਖੁਸ਼ੀਆਂ ਨੇਕੀ ਨੇ ਤੁਹਾਨੂੰ ਦੇ ਦੇਣੀਆਂ ਹੈ, ਜਿਹੜਾ ਆਨੰਦ ਇੱਕ ਨੇਕੀ ਨੇ ਤੁਹਾਡੇ ਜੀਵਨ 'ਚ ਲੈ ਆਣਾ ਹੈ, ਉਹ ਆਨੰਦ ਤੁਹਾਨੂੰ ਧਨ ਦੌਲਤ ਪਦਾਰਥ ਹੀਰੇ ਮੋਤੀ ਵੀ ਨਹੀਂ ਦੇ ਸਕਦੇ। ਇੱਥੇ ਇੱਕ ਛੋਟੀ ਜਿਹੀ ਕਹਾਣੀ ਸਾਨੂੰ ਯਾਦ ਆ ਗਈ। ਉਹ ਕਹਾਣੀ ਦੱਸਣਾ ਚਾਹਾਂਗੇ ਕਿ ਮਹਾਤਮਾ ਬੁੱਧ ਇੱਕ ਦਿਨ ਇੱਕ ਨਗਰ 'ਚ ਪਹੁੰਚੇ, ਦੁਨੀਆ ਨੂੰ ਤਾਰਦੇ ਤਾਰਦੇ। ਤਾਂ ਉਸ ਨਗਰ ਦਾ ਇੱਕ ਰਾਜਾ, ਜਦੋਂ ਉਹਨੂੰ ਪਤਾ ਲੱਗਾ ਮਹਾਤਮਾ ਬੁੱਧ ਦੇ ਦਰਸ਼ਨ ਕਰਨ ਆਇਆ, ਜਦੋਂ ਦਰਸ਼ਨ ਕਰਨ ਆ ਰਿਹਾ ਸੀ ਰਾਜਾ, ਤਾਂ ਦੇਖਿਆ ਕਿ ਰਸਤੇ 'ਚ ਕਈ ਦੁਖੀ ਕਈ ਪਰੇਸ਼ਾਨ ਉਹ ਵੀ ਮਹਾਤਮਾ ਬੁੱਧ ਵੱਲ ਜਾ ਰਹੇ। ਸੋ ਰਾਜੇ ਨੇ ਜਦੋਂ ਦੇਖਿਆ ਜਾਂਦੇ ਕਿੰਨੇ ਦੁਖੀ, ਰਾਜਾ ਕਹਿੰਦਾ ਇੰਨੇ ਦੁਖੀ ਮੇਰੇ ਰਾਜਿਆਂ ਵਿੱਚ ਕਦੀ ਦੇਖੇ ਹੀ ਨਹੀਂ। ਕਹਿੰਦੇ ਗਿਆ ਜਦੋਂ ਮਹਾਤਮਾ ਬੁੱਧ ਦੇ ਕੋਲ ਜਾ ਕੇ ਚਰਨਾਂ 'ਚ ਨਮਸਕਾਰ ਕੀਤੀ, ਤਾਂ ਮਹਾਤਮਾ ਬੁੱਧ ਨੇ ਪੁੱਛਿਆ ਹੋਰ ਰਾਜਾ ਕੀ ਹਾਲ ਹੈ? ਕਹਿੰਦਾ ਮਹਾਰਾਜ ਬਾਕੀ ਠੀਕ ਹੈ, ਮੇਰੇ ਮਨ 'ਚ ਇੱਕ ਸਵਾਲ ਹੈ। ਮਹਾਤਮਾ ਬੁੱਧ ਕਹਿੰਦੇ ਦੱਸ ਕੀ ਸਵਾਲ ਹੈ? ਉਹ ਕਹਿੰਦਾ ਮਹਾਰਾਜ ਮੇਰੇ ਮਨ 'ਚ ਇਹ ਸਵਾਲ ਹੈ, ਲੋਕ ਇੰਨੇ ਦੁਖੀ ਕਿਉਂ ਹੈ? ਤਾਂ ਮਹਾਤਮਾ ਬੁੱਧ ਕਹਿੰਦੇ ਰਾਜਾ ਜੇ ਇਦਾਂ ਸਮਝਾਈਏ ਤਾਂ ਸ਼ਾਇਦ ਤੈਨੂੰ ਸਮਝ ਨਾ ਆਵੇ, ਇਸ ਲਈ ਤੈਨੂੰ ਕੀ ਲੱਗਦਾ ਹੈ ਕਿ ਬੰਦਾ ਕਿੱਦਾਂ ਸੁਖੀ? ਕਹਿੰਦਾ ਜੇ ਇਹਨਾਂ ਕੋਲ ਧਨ ਹੋਣ ਪਦਾਰਥ ਹੋਣ ਸਭ ਕੁਝ ਹੋਵੇ ਸੁਖ, ਪਰ ਇੰਨੇ ਦੁਖੀ ਕਿਉਂ ਹੈ? ਕਹਿੰਦੇ ਤੈਨੂੰ ਕੌਣ ਲੱਗਦਾ ਕਿ ਸਭ ਤੋਂ ਦੁਖੀ ਇੱਥੇ ਹੈ? ਇੱਕ ਬੰਦਾ ਸਾਨੂੰ ਦੱਸ ਦੇ ਕਿਹੜਾ ਤੈਨੂੰ ਲੱਗਦਾ ਸਭ ਤੋਂ ਦੁਖੀ? ਰਾਜੇ ਨੇ ਦੇਖਿਆ ਨਜ਼ਰ ਮਾਰ ਕੇ, ਤਾਂ ਦੇਖਿਆ ਕਿ ਇੱਕ ਬਜ਼ੁਰਗ ਜਿਹਾ ਸਿਆਣਾ ਜਿਹਾ ਹੈ, ਪੈਰਾਂ ਜੁੱਤੀ ਵੀ ਨਹੀਂ ਹੈ, ਹੱਥ 'ਚ ਡੰਡਾ ਪਕੜਿਆ ਹੋਇਆ ਹੈ, ਤੁਰਿਆ ਵੀ ਨਹੀਂ ਜਾਂਦਾ। ਕਹਿੰਦਾ ਜੀ ਮੈਨੂੰ ਲੱਗਦਾ ਉਹ ਸਭ ਤੋਂ ਦੁਖੀ ਹੈ। ਕਹਿੰਦੇ ਹੁਣ ਤੈਨੂੰ ਕਿੱਦਾਂ ਲੱਗਦਾ ਹੈ ਕਿ ਇਹਦਾ ਦੁੱਖ ਦੂਰ ਹੋ ਸਕਦਾ ਹੈ? ਕਹਿੰਦਾ ਜੀ ਅਗਰ ਇਹਨੂੰ ਧਨ ਮਿਲ ਜਾਵੇ ਤਾਂ ਦੁੱਖ ਦੂਰ ਹੋ ਸਕਦਾ ਹੈ। ਕਹਿੰਦੇ ਚੱਲ ਫਿਰ ਰਾਜਾ ਅਸੀਂ 2 ਦਿਨ ਵਾਸਤੇ ਇੱਥੇ ਹਾਂ, ਅਸੀਂ 2 ਦਿਨ ਵਾਸਤੇ ਇੱਥੇ ਹਾਂ, ਤੂੰ ਇਹਨੂੰ ਧਨ ਦੇ ਦੇ, ਤੈਨੂੰ ਤਾਂ ਧਨ ਦੀ ਕਮੀ ਕੋਈ ਨਹੀਂ। ਕਹਿੰਦੇ ਰਾਜੇ ਨੇ ਉਸ ਨੂੰ ਬੁਲਾਇਆ, ਉਸ ਬਜ਼ੁਰਗ ਨੂੰ ਬੁਲਾਇਆ, ਔਰ ਸੋਨੇ ਦੀਆਂ ਮੋਹਰਾਂ ਦੀ ਥੈਲੀ, ਅਸ਼ਰਫੀਆਂ ਦੀ ਥੈਲੀ ਬਜ਼ੁਰਗ ਦੇ ਹੱਥ ਦੇ ਦਿੱਤੀ ਕਿ ਲੈ ਬਜ਼ੁਰਗੋ ਹੁਣ ਤੁਹਾਨੂੰ ਮੰਗਣ ਦੀ ਲੋੜ ਨਹੀਂ, ਕਿਉਂਕਿ ਇਹ ਤੁਹਾਡੀ ਪੂਰੀ ਜ਼ਿੰਦਗੀ ਵਾਸਤੇ ਬਹੁਤ ਹੈ, ਤੁਸੀਂ ਇਕੱਲੇ ਤਾਂ ਹੋ ਬਜ਼ੁਰਗ ਹੋ। ਰਾਜੇ ਨੇ ਉਸ ਨੂੰ ਬੁਲਾਇਆ, ਉਸ ਬਜ਼ੁਰਗ ਨੂੰ ਬੁਲਾਇਆ, ਔਰ ਸੋਨੇ ਦੀਆਂ ਮੋਹਰਾਂ ਦੀ ਥੈਲੀ, ਅਸ਼ਰਫੀਆਂ ਦੀ ਥੈਲੀ ਬਜ਼ੁਰਗ ਦੇ ਹੱਥ ਦੇ ਦਿੱਤੀ ਕਿ ਲੈ ਬਜ਼ੁਰਗੋ ਹੁਣ ਤੁਹਾਨੂੰ ਮੰਗਣ ਦੀ ਲੋੜ ਨਹੀਂ, ਕਿਉਂਕਿ ਇਹ ਤੁਹਾਡੀ ਪੂਰੀ ਜ਼ਿੰਦਗੀ ਵਾਸਤੇ ਬਹੁਤ ਹੈ, ਤੁਸੀਂ ਇਕੱਲੇ ਤਾਂ ਹੋ ਬਜ਼ੁਰਗ ਹੋ। ਬਜ਼ੁਰਗ ਖੁਸ਼ ਹੋ ਗਿਆ, ਕਹਿੰਦਾ ਜੀ ਹੁਣ ਕਾਹਦੇ ਮੰਗਣਾ, ਇੰਨਾ ਧਨ ਤਾਂ ਮੈਂ ਪੂਰੀ ਜ਼ਿੰਦਗੀ 'ਚ ਨਹੀਂ ਦੇਖਿਆ, ਹੁਣ ਮੈਨੂੰ ਮੰਗਣ ਦੀ ਕੀ ਲੋੜ ਹੈ? ਰਾਜੇ ਦੀ ਜੈ ਜੈਕਾਰ ਕਰਦਾ ਬਜ਼ੁਰਗ ਥੈਲੀ ਲੈ ਕੇ ਤੁਰ ਪਿਆ। ਜਦੋਂ ਥੈਲੀ ਲੈ ਕੇ ਤੁਰ ਪਿਆ ਬਜ਼ੁਰਗ, ਚੱਲਦਾ ਜਾ ਰਿਹਾ ਹੈ, ਤਾਂ ਹੁਣ ਜਿੱਥੇ ਸੰਗਤ ਦੇ ਵਿੱਚ ਨੇਕ ਰੂਹਾਂ ਹੁੰਦੀਆਂ ਹੈ, ਪ੍ਰਭੂ ਦਾ ਸਿਮਰਨ ਕਰਨ ਵਾਲੀਆਂ, ਸੰਤਾਂ ਦੇ ਦਰਸ਼ਨ ਕਰਨ ਵਾਲੀਆਂ, ਉੱਥੇ ਕੁਝ ਐਸੀਆਂ ਵੀ ਹੁੰਦੀਆਂ ਜਿਹੜੀਆਂ ਸ਼ਰਾਰਤੀ ਹੁੰਦੀਆਂ ਕਿ ਇੱਥੇ ਭੀੜ ਜ਼ਿਆਦਾ, ਇਹਦਾ ਅਫਸਰ ਉਠਾਈਏ, ਕਿਸੇ ਜੇਬ ਕੱਟ ਲਈਏ, ਕਿਸੇ ਨੂੰ ਲੁੱਟ ਲਈਏ। ਇੱਕ ਠੱਗ ਨੇ ਵੀ ਉੱਥੇ ਦੇਖ ਲਿਆ ਕਿ ਰਾਜੇ ਨੇ ਇਸ ਬਜ਼ੁਰਗ ਨੂੰ ਸੋਨੇ ਨਾਲ ਭਰੀ ਹੋਈ ਮੋਹਰਾਂ ਦੀ ਥੈਲੀ ਦਿੱਤੀ ਹੈ, ਬਜ਼ੁਰਗ ਇਕੱਲਾ ਹੈ, ਮੌਕਾ ਹੈ। ਬਜ਼ੁਰਗ ਤੁਰਿਆ ਜਾ ਰਿਹਾ, ਜਦੋਂ ਦੇਖਿਆ ਇਕੱਲਾ ਮੌਕਾ ਪਾਇਆ, ਉਸ ਠੱਗ ਨੇ ਜਾ ਕੇ ਬਜ਼ੁਰਗ ਕੋਲੋਂ ਥੈਲੀ ਖੋ ਕੇ ਧੱਕਾ ਦੇ ਕੇ ਦੌੜ ਗਿਆ। ਬਜ਼ੁਰਗ ਨੇ ਦੇਖ ਲਿਆ, ਪਰ ਕਰ ਕੀ ਸਕਦਾ ਸੀ? ਜਿਹੜਾ ਚੋਰ ਸੀ ਉਹ ਨੌਜਵਾਨ, ਬਜ਼ੁਰਗ ਵਿਚਾਰਾ ਬਿਰਧ ਲਾਠੀ ਫੜ ਕੇ ਤੁਰ ਰਿਹਾ, ਤੁਰ ਵੀ ਨਹੀਂ ਸਕਦਾ। ਬਜ਼ੁਰਗ ਵਿਚਾਰਾ ਗਿਰਿਆ, ਉਹਨੂੰ ਦੇਖਦਾ ਹੀ ਰਹਿ ਗਿਆ। ਕਹਿੰਦਾ ਕਾਸ਼ ਮੇਰੇ 'ਚ ਤਾਕਤ ਹੁੰਦੀ, ਮੈਂ ਜਵਾਨ ਹੁੰਦਾ, ਮੈਂ ਤੈਨੂੰ ਫੜ ਲੈਂਦਾ, ਤੂੰ ਚੋਰੀ ਕਰਕੇ ਦੌੜਿਆ, ਤੈਨੂੰ ਫੜ ਲੈਂਦਾ। ਕਹਿੰਦੇ ਨੇ ਇੱਕ ਵਾਰ ਨੱਥੂ ਲਾਲ ਦੇ ਘਰ ਚੋਰ ਆ ਗਿਆ, ਨੱਥੂ ਲਾਲ ਦੇ ਘਰ ਚੋਰ ਆਇਆ, ਸਮਾਨ ਚੋਰੀ ਕਰਕੇ ਜਦੋਂ ਚੋਰ ਦੌੜਿਆ, ਨੱਥੂ ਲਾਲ ਨੇ ਦੇਖ ਲਿਆ, ਨੱਥੂ ਲਾਲ ਵੀ ਮਗਰ ਦੌੜਿਆ, ਦੌੜਦਾ ਗਿਆ, ਦੌੜਦਿਆਂ ਚੋਰ ਤੋਂ ਅੱਗੇ ਨਿਕਲ ਕੇ ਪਤਾ ਕੀ ਕਹਿੰਦਾ, ਲੈ ਇੱਕ ਤਾਂ ਚੋਰ, ਦੂਜੀ ਮੇਰੇ ਨਾਲ ਰੇਸ ਲਾਉਂਦਾ, ਦੇਖ ਲੈ ਮੈਂ ਜਿੱਤ ਗਿਆ। ਦੱਸੋ ਕਮਾਲ ਦੀ ਗੱਲ ਹੈ, ਚੋਰ ਨੂੰ ਫੜਨ ਦੀ ਬਜਾਏ ਉਹ ਤੋਂ ਅੱਗੇ ਦੌੜ ਗਿਆ। ਕਹਿੰਦਾ ਇੱਕ ਤਾਂ ਚੋਰੀ, ਦੂਜਾ ਰੇਸ, ਜਿੱਤਣ ਦਿੰਦਾ ਮੈਂ ਤੈਨੂੰ, ਦੇਖ ਲੈ ਮੈਂ ਜਿੱਤ ਗਿਆ। ਹੁਣ ਏਦਾਂ ਦੇ ਮੂਰਖ ਵੀ ਹੁੰਦੇ ਆ। ਪਰ ਇਹ ਬਜ਼ੁਰਗ ਵਿਚਾਰਾ ਕਹਿੰਦਾ ਕਾਸ਼ ਮੈਂ ਨੌਜਵਾਨ ਹੁੰਦਾ ਤਾਂ ਦੌੜ ਕੇ ਫੜ ਲੈਂਦਾ। ਜ਼ਰਾ ਹੁਣ ਧਿਆਨ ਦੇਣਾ। ਪਰ ਬਜ਼ੁਰਗ ਦੇਖਦਾ ਰਹਿ ਗਿਆ ਬਜ਼ੁਰਗ, ਤਾਂ ਲਾਠੀ ਲੈ ਕੇ ਤੁਰਦਾ ਵਾਪਸ ਉੱਥੇ ਆ ਗਿਆ। ਉਹ ਰਾਜੇ ਨੇ ਦੇਖਿਆ, ਹਾਲੇ ਵੀ ਰਾਜਾ ਮਹਾਤਮਾ ਬੁੱਧ ਦੇ ਕੋਲ ਬੈਠਾ ਹੈ। ਉਹ ਰਾਜੇ ਨੇ ਦੇਖਿਆ ਹੁਣੀ ਤਾਂ ਇਹਨੂੰ ਸੋਨੇ ਦੀਆਂ ਮੋਹਰਾਂ ਦੀ ਥੈਲੀ ਦਿੱਤੀ ਸੀ, ਇਹ ਬਜ਼ੁਰਗ ਫੇਰੇ ਦੇ ਘੁੰਮ ਰਿਹਾ ਹੈ। ਰਾਜੇ ਨੇ ਪੁੱਛਿਆ ਬਜ਼ੁਰਗੋ ਥੈਲੀ ਕਿੱਥੇ ਗਈ? ਉਹਦੀ ਤਾਂ ਤੁਹਾਨੂੰ ਪੂਰੀ ਜ਼ਿੰਦਗੀ ਆਰਾਮ ਨਾਲ ਗੁਜ਼ਰ ਸਕੇ ਇੰਨਾ ਧਨ ਸੀ, ਕਿੱਥੇ ਗਈ ਥੈਲੀ? ਤਾਂ ਬਜ਼ੁਰਗ ਨੇ ਦੱਸਿਆ ਜੀ ਉਹ ਤਾਂ ਚੋਰ ਚੋਰੀ ਕਰਕੇ ਲੈ ਗਿਆ। ਮਹਾਤਮਾ ਬੁੱਧ ਮੁਸਕਰਾਏ, ਕਹਿੰਦੇ ਰਾਜਾ ਹੁਣ ਦੱਸ, ਤੂੰ ਕਹਿੰਦਾ ਧਨ ਮਿਲ ਜਾਵੇ ਸੁੱਖ ਆ ਜਾਏਗਾ, ਆਇਆ ਸੁੱਖ? ਤੂੰ ਤਾਂ ਧਨ ਦਿੱਤਾ ਸੀ, ਸੁੱਖ ਆਇਆ? ਰਾਜਾ ਕਹਿੰਦਾ ਜੀ ਇੱਕ ਕੋਸ਼ਿਸ਼ ਹੋਰ ਕਰ ਲੈਂਦੇ ਆ, ਉਹ ਤਾਂ ਚੋਰ ਲੈ ਗਿਆ, ਇੱਕ ਕੋਸ਼ਿਸ਼ ਹੋਰ ਕਰ ਲੈਂਦੇ ਆ। ਮਹਾਤਮਾ ਬੁੱਧ ਕਹਿੰਦੇ ਕੀ ਕਰੇਗਾ?
ਤਾਂ ਰਾਜੇ ਨੇ ਜਿਹੜੀ ਮਾਲਾ ਪਾਈ ਸੀ ਨਾ, ਉਹਦੇ 'ਚ ਬਹੁਤ ਕੀਮਤੀ ਰਤਨ ਜੜਿਆ ਸੀ। ਰਾਜੇ ਨੇ ਉਹ ਰਤਨ ਕੱਢਿਆ, ਬਜ਼ੁਰਗ ਦੇ ਹੱਥੇ ਰੱਖਤਾ ਕਿ ਲੈ ਇਹ ਬਹੁਤ ਕੀਮਤੀ ਹੀਰਾ ਹੈ, ਇਹਦੀ ਕੀਮਤ ਲੱਖਾਂ ਹੀ ਹੈ। ਬਜ਼ੁਰਗਾ ਇਹਨੂੰ ਵੇਚ ਕੇ ਤੂੰ ਸਾਰੀ ਜ਼ਿੰਦਗੀ ਆਰਾਮ ਨਾਲ ਕੱਟ ਸਕਦਾ ਹੈ। ਬਜ਼ੁਰਗ ਨੇ ਫੜਿਆ, ਉਹਨੂੰ ਪੋਥਰੀ 'ਚ ਬੰਨ੍ਹ ਲਿਆ ਕਿ ਹੁਣ ਕਿਤੇ ਫੇਰ ਨਾ ਚੋਰ ਲੈ ਜਾਵੇ। ਪਰ ਕੁਦਰਤ ਆਪਦੀ ਚੋਰ ਕਰਨ ਵਾਲਾ ਚੋਰੀ ਕੀਤਾ ਧਨ ਲੈ ਕੇ ਦੌੜ ਗਿਆ ਸੀ। ਹੁਣ ਬਜ਼ੁਰਗ ਆਪਣੇ ਘਰ ਪਹੁੰਚਿਆ, ਉਹ ਰਤਨ ਲੈ ਕੇ ਘਰ ਪਹੁੰਚਿਆ ਤਾਂ ਮਨ ਦੇ ਵਿੱਚ ਸਵਾਲ ਆਇਆ ਕਿ ਇਹ ਰਤਨ ਨੂੰ ਰੱਖਾਂ ਕਿੱਥੇ? ਮੇਰੇ ਕੋਲ ਤਾਂ ਤਿਜੋਰੀ ਵੀ ਹੈ ਨਹੀਂ ਕੋਈ। ਹੁਣ ਰਾਤ ਹੋਣ ਵਾਲੀ ਹੈ, ਸ਼ਾਮ ਹੋਣ ਵਾਲੀ ਹੈ, ਮੇਰੇ ਕੋਲ ਤਾਂ ਕੋਈ ਤਿਜੋਰੀ ਵੀ ਹੈ ਨਹੀਂ, ਇਹਨੂੰ ਰੱਖਾਂ ਕਿੱਥੇ ਮੈਂ? ਕਿਉਂਕਿ ਬੰਦਾ ਦੇਖਦਾ ਕੀਮਤੀ ਚੀਜ਼ ਹੈ, ਘਰ 'ਚ ਸੇਫ 'ਚ ਰੱਖ ਦਿੰਦਾ ਲੌਕ ਲਾ ਕੇ। ਬਜ਼ੁਰਗ ਨੇ ਕੀ ਕੀਤਾ, ਉਹ ਰਤਨ ਦੇਖਿਆ ਕਿ ਹੋਰ ਤਾਂ ਕਿਤੇ ਰੱਖ ਨਹੀਂ ਸਕਦਾ। ਇੱਕ ਘੜਾ ਪਿਆ ਸੀ ਘਰ ਦੇ ਵਿੱਚ, ਉਹ ਘੜੇ ਦੇ ਵਿੱਚ ਪਾ ਦਿੱਤਾ, ਘੜੇ ਦੇ ਵਿੱਚ ਰਤਨ ਪਾ ਦਿੱਤਾ। ਕਿਉਂਕਿ ਗਰੀਬ ਘਰ ਹੈ, ਕੱਖਾਂ ਦੀ ਕੁੱਲੀ, ਛੋਟਾ ਜਿਹਾ ਘਰ, ਕੋਈ ਜ਼ਿਆਦਾ ਇਹ ਵੀ ਨਹੀਂ ਕਿ ਦਰਵਾਜ਼ੇ ਮਜ਼ਬੂਤ ਹੋਣ, ਕੁਛ ਵੀ ਸੇਫਟੀ ਹੋਵੇ, ਨਹੀਂ। ਹੁਣ ਰਤਨ ਉਹਦੇ 'ਚ ਰੱਖ ਦਿੱਤਾ ਘੜੇ ਦੇ ਵਿੱਚ। ਔਰ ਬਜ਼ੁਰਗ ਸੋਚਦਾ ਹੈ ਕਿ ਕੋਈ ਨਹੀਂ, ਜਦੋਂ ਸਵੇਰ ਹੋਏਗੀ, ਦੁਕਾਨਾਂ ਖੁੱਲਣਗੀਆਂ, ਇਹ ਰਤਨ ਲਿਜਾਊਂਗਾ, ਜਾ ਕੇ ਵੇਚ ਦਊਂਗਾ। ਹੁਣ ਤਾਂ ਰਾਤ ਹੋ ਚੁੱਕੀ ਹੈ। ਹੁਣ ਜਦੋਂ ਕਹਾਣੀ ਕਹਿੰਦੀ ਹੈ ਕਿ ਸਵੇਰ ਹੋਈ, ਕਹਿੰਦੇ ਬਜ਼ੁਰਗ ਕਹਿੰਦਾ ਨਾਲੇ ਇਸ਼ਨਾਨ ਕਰ ਆਈਏ, ਨਾਲੇ ਫਿਰ ਸਮਾਂ ਹੋ ਜਾਏਗਾ ਦੁਕਾਨਾਂ ਖੁੱਲਣ ਦਾ। ਇਹਲੇ ਲੋਟਾ ਚੱਕਿਆ ਔਰ ਜੰਗਲ ਪਾਣੀ ਚਲਾ ਗਿਆ। ਹੁਣ ਕਹਾਣੀ ਕੀ ਕਹਿੰਦੀ ਹੈ ਕਿ ਗੁਆਂਢ ਵਿੱਚ ਜਿਹੜਾ ਉਹਦੇ ਇੱਕ ਪਰਿਵਾਰ ਸੀ, ਉਹ ਅੱਗੇ ਵੀ ਕਈ ਵਾਰ ਬਜ਼ੁਰਗ ਦਾ ਘੜਾ ਲੈ ਜਾਂਦਾ ਸੀ ਪਾਣੀ ਭਰਨ ਵਾਸਤੇ। ਹੁਣ ਕਹਿੰਦੇ ਔਰਤ ਗਈ, ਉਹਨਾਂ ਉਹੀ ਘੜਾ ਚੱਕ ਲਿਆ ਜਿਹਦੇ 'ਚ ਉਹ ਰਤਨ ਪਾਇਆ ਹੋਇਆ ਸੀ। ਹੁਣ ਉਹਨੂੰ ਵੀ ਨਹੀਂ ਪਤਾ ਕਿ ਇਹਦੇ 'ਚ ਇੰਨਾ ਕੀਮਤੀ ਰਤਨ ਹੈ। ਉੱਦਾਂ ਹੀ ਘੜਾ ਲੈ ਕੇ ਨਦੀ ਤੇ ਚਲੀ ਗਈ। ਨਦੀ ਤੇ ਜਾ ਕੇ ਘੜਾ ਭਰਨ ਵਾਸਤੇ ਜਦੋਂ ਮੂੰਹਦਾ ਕੀਤਾ, ਉਹ ਰਤਨ ਨਦੀ 'ਚ ਗਿਰ ਗਿਆ। ਘੜਾ ਪਾਣੀ ਦਾ ਭਰ ਕੇ ਆਪਣਾ ਘਰ ਨੂੰ ਲਿਆਂਦਾ, ਫਿਰ ਬਜ਼ੁਰਗ ਨੂੰ ਵੀ ਘੜਾ ਭਰ ਕੇ ਅੰਦਰ ਰੱਖ ਦਿੱਤਾ। ਇੱਧਰ ਬਜ਼ੁਰਗ ਜਦੋਂ ਆਇਆ, ਆਂਦੇ ਨੇ ਦੇਖਿਆ ਘੜਾ ਹੈ ਨਹੀਂ, ਤਾਂ ਜਦੋਂ ਦੇਖਿਆ ਔਰਤ ਪਾਣੀ ਲੈ ਕੇ ਤੁਰੀ ਹੈ, ਬਜ਼ੁਰਗ ਨੂੰ ਤਾਂ ਦਿਲ ਦਾ ਦੌਰਾ ਪੈਣ ਨੂੰ ਫਿਰੇ। ਘੜਾ ਤੂੰ ਲੈ ਗਈ, ਇਹਦੇ 'ਚੋਂ ਕੁਝ ਮਿਲਿਆ? ਉਹ ਕਹਿੰਦੀ ਇਹ 'ਚੋਂ ਕੀ ਮਿਲਣਾ ਸੀ, ਪਾਣੀ ਭਰ ਕੇ ਲਿਆਂਦਾ। ਕਿਉਂਕਿ ਬਜ਼ੁਰਗ ਨੇ ਦੱਸਿਆ ਵੀ ਨਹੀਂ, ਦੱਸਣਾ ਵੀ ਕਿਹਨੂੰ ਸੀ ਰਾਤ ਨੂੰ, ਕਿਤੇ ਆਪਣੀ ਨਾ ਚੋਰੀ ਕਰ ਲੈਣ, ਇਸ ਲਈ ਡਰ ਹੁੰਦਾ ਬੰਦੇ ਨੂੰ। ਉਹ ਬਜ਼ੁਰਗ ਨੇ ਹੱਥ ਹੁੱਥ ਪਾ ਕੇ ਦੇਖਿਆ। ਉਹ ਕਹਿੰਦੀ ਬਾਬਾ ਕੀ ਲੱਭਦਾ ਵਿੱਚੋਂ? ਉਹ ਕਹਿੰਦਾ ਇਹਦੇ 'ਚ, ਹੁਣ ਬੋਲ ਵੀ ਨਹੀਂ ਸਕਦਾ ਇਹਦੇ 'ਚ ਕੀ ਸੀ। ਕਹਿੰਦਾ ਨਹੀਂ ਕੋਈ ਚੀਜ਼ ਸੀ ਮੇਰੀ। ਉਹ ਕਹਿੰਦੇ ਮੈਨੂੰ ਤਾਂ ਕੋਈ ਦਿਸਿਆ ਨਹੀਂ, ਮੈਂ ਤਾਂ ਭਰ ਕੇ ਲਿਆਈ ਹਾਂ। ਬਜ਼ੁਰਗ ਨੇ ਫੇਰ ਮੱਥੇ ਹੱਥ ਮਾਰਿਆ ਕਿ ਰਾਜੇ ਨੇ ਧਨ ਦਿੱਤਾ ਤਾਂ ਨਹੀਂ, ਹੁਣ ਰਤਨ ਦਿੱਤਾ ਤਾਂ ਨਹੀਂ, ਫੇਰ ਜਾਵਾਂ ਮਹਾਤਮਾ ਬੁੱਧ ਦੇ ਕੋਲ। ਹੁਣ ਕਹਿੰਦੇ ਸਵੇਰ ਹੋਈ, ਫਿਰ ਮਹਾਤਮਾ ਬੁੱਧ ਦੇ ਕੋਲ ਤੁਰ ਪਿਆ। ਉਧਰ ਰਾਜਾ ਵੀ ਕੁਦਰਤੀ ਆਇਆ ਹੋਇਆ ਸੀ, ਕਿਉਂਕਿ 2 ਦਿਨ ਮਹਾਤਮਾ ਬੁੱਧ ਨੇ ਰੁਕਣਾ ਸੀ। ਤਾਂ ਵੈਸੇ ਵੀ ਰਾਜੇ ਨੂੰ ਕਿਹਾ ਸੀ 2 ਦਿਨ ਇੱਥੇ ਹੀ ਆ, ਤੂੰ ਕਰਕੇ ਦੇਖ ਲੈ। ਇੱਧਰ ਰਾਜਾ ਵੀ ਆ ਗਿਆ। ਜਦੋਂ ਦੇਖਿਆ ਬਜ਼ੁਰਗ ਫਿਰ ਲਾਈਨ 'ਚ ਲੱਗਾ ਹੈ, ਉਹ ਰਾਜਾ ਦੇਖ ਕੇ ਹੈਰਾਨ ਰਹਿ ਗਿਆ, ਇਹ ਤਾਂ ਉਹੀ ਬਜ਼ੁਰਗ ਹੈ, ਹੁਣ ਇਹ ਲਾਈਨ 'ਚ ਕਿਉਂ ਲੱਗਾ ਹੈ? ਮਹਾਤਮਾ ਬੁੱਧ ਮੁਸਕਰਾਏ, ਕਹਿੰਦੇ ਰਾਜਾ ਉਹ ਦੇਖ ਲੈ ਬਜ਼ੁਰਗ। ਕਹਿੰਦਾ ਮਹਾਰਾਜ ਉਹੀ ਤਾਂ ਮੈਂ ਸੋਚ ਰਿਹਾ, ਹੁਣ ਵੀ ਦੁਖੀਆਂ ਵਾਲੀ ਲਾਈਨ 'ਚ ਲੱਗਾ ਹੋਇਆ ਹੈ। ਪਹਿਲਾਂ ਧਨ ਦਿੱਤਾ ਉਹ ਨਿਕਲ ਗਿਆ, ਹੁਣ ਰਤਨ ਦਾ ਇਹਨਾਂ ਕੀ ਕੀਤਾ? ਕਹਿੰਦੇ ਬੁਲਾ ਕੇ ਪੁੱਛ ਲੈ। ਰਾਜੇ ਨੇ ਬਜ਼ੁਰਗ ਨੂੰ ਬੁਲਾਇਆ, ਪੁੱਛਿਆ ਬਜ਼ੁਰਗੋ ਰਤਨ? ਉਹ ਬਜ਼ੁਰਗ ਕਹਿੰਦਾ ਮਹਾਰਾਜ ਕੀ ਦੱਸਾਂ, ਮੇਰੇ ਘਰ 'ਚ ਕਿਹੜੀਆਂ ਤਿਜੋਰੀਆਂ ਸੀ, ਮੈਂ ਘੜੇ 'ਚ ਰੱਖਿਆ। ਮੈਂ ਆਪ ਸਵੇਰੇ ਜ਼ਰੂਰਤ ਪੂਰੀ ਕਰਨ ਸਰੀਰ ਦੀ ਬਾਹਰ ਚਲਾ ਗਿਆ, ਵਾਪਸ ਆਇਆ, ਉਹ ਗੁਆਂਢਣ ਰੋਜ਼ ਪਾਣੀ ਭਰ ਕੇ ਮੇਰੇ ਘੜੇ 'ਚ ਰੱਖ ਜਾਂਦੀ ਸੀ, ਕਿਉਂਕਿ ਇਹਨੂੰ ਪਤਾ ਬਜ਼ੁਰਗ ਤੋਂ ਚੱਕਿਆ ਨਹੀਂ ਜਾਂਦਾ। ਉਹ ਘੜਾ ਲੈ ਗਈ ਤਾਂ ਪਾਣੀ ਭਰਦੀ ਨੇ ਪਤਾ ਨਹੀਂ ਰਤਨੀ ਵਿੱਚ ਸਿੱਟ ਦਿੱਤਾ, ਇਸ ਲਈ ਮੈਂ ਫਿਰ ਖਾਲੀ। ਉਹ ਰਾਜਾ ਕਹਿੰਦਾ ਮਹਾਰਾਜ ਇਹ ਕੀ? ਉਹ ਕਹਿੰਦੇ ਰਾਜਾ ਹੁਣ ਤੂੰ 2 ਕੋਸ਼ਿਸ਼ਾਂ ਕਰ ਲਈ, ਹੁਣ ਇੱਕ ਕੋਸ਼ਿਸ਼ ਸਾਨੂੰ ਕਰਨ ਦੇ, ਕਿਉਂਕਿ ਤੂੰ ਕਹਿੰਦਾ ਇਹਦਾ ਦੁੱਖ ਦੂਰ ਕਰਨਾ ਹੈ, ਔਰ ਅਸੀਂ ਤੈਨੂੰ ਪੁੱਛਿਆ ਸੀ ਕਿੱਦਾਂ ਹੋਏਗਾ, ਤੂੰ ਕਿਹਾ ਜੀ ਧਨ ਮਿਲ ਜਾਵੇ ਇਹਦਾ ਦੁੱਖ ਦੂਰ ਹੋ ਜਾਏਗਾ, ਇਹਦੀ ਪਰੇਸ਼ਾਨੀ ਦੂਰ ਹੋ ਜਾਏਗੀ। ਧਨ ਦੇ ਕੇ ਦੇਖ ਲਿਆ, ਰਤਨ ਦੇ ਕੇ ਦੇਖ ਲੈ, ਹੁਣ ਇੱਕ ਕੋਸ਼ਿਸ਼ ਸਾਨੂੰ ਕਰਨ ਦੇ, ਅਸੀਂ ਤੈਨੂੰ ਦੱਸਦੇ ਹਾਂ ਦੁੱਖ ਕਿੱਦਾਂ ਦੂਰ ਹੁੰਦੇ ਆ। ਉਸ ਲਈ ਮਹਾਤਮਾ ਬੁੱਧ ਨੇ ਕੋਲ ਕਿਸੇ ਨੇ ਮੱਥਾ ਟੇਕਿਆ ਸੀ 2 ਪੈਸੇ, ਕੋਈ ਲੱਖਾਂ ਨਹੀਂ, ਕੋਈ ਕਰੋੜਾਂ ਨਹੀਂ, 2 ਪੈਸੇ ਚੱਕੇ ਔਰ ਬਜ਼ੁਰਗ ਦੇ ਹੱਥੇ ਰੱਖ ਦਿੱਤੇ। ਉਹ ਰਾਜਾ ਕਹਿੰਦਾ ਮਹਾਰਾਜ ਮੈਂ ਇੱਥੇ ਸ਼ਰਫੀਆਂ ਦਿੱਤੀਆਂ ਸੋਨੇ ਦੀਆਂ, ਮੈਂ ਐਡਾ ਕੀਮਤੀ ਲੱਖਾਂ ਦਾ ਰਤਨ ਦਿੱਤਾ, ਉਹਦੇ ਨਾਲ ਕੁਝ ਨਹੀਂ ਬਣਿਆ, 2 ਪੈਸੇ ਨਾਲ ਕੀ ਬਣਨਾ ਹੈ? ਇਹ ਤਾਂ ਇੱਕ ਦਿਨ ਦਾ ਭੋਜਨ ਵੀ ਨਹੀਂ ਆਣਾ, ਇਹਦਾ ਇੱਕ ਦਿਨ ਦਾ ਪੇਟ ਭਰਨ ਨਾਲ ਭੋਜਨ ਵੀ ਨਹੀਂ ਆਣਾ, 2 ਪੈਸਿਆਂ ਦਾ ਨੂੰ ਕੀ ਮਿਲਣਾ ਹੈ? ਕਹਿੰਦੇ ਦੇਖੀ ਜਾ, ਹੁਣ ਦੇਖੀ ਜਾ ਤੂੰ। ਕਹਿੰਦੇ ਬਜ਼ੁਰਗੋ ਇਹ 2 ਪੈਸੇ
ਅਸੀਂ ਦੇ ਰਹੇ ਹਾਂ, ਲੈ ਜਾਓ। ਪਰ ਯਾਦ ਰੱਖਿਓ, ਇਹ 2 ਪੈਸਿਆਂ ਦੀ ਤੁਸੀਂ ਕੋਈ ਨੇਕੀ ਕਰਨੀ ਹੈ, ਆਪ ਨਹੀਂ ਕੁਝ ਖਾਣਾ, ਆਪਣੇ ਤੇ ਨਹੀਂ ਖਰਚਣੇ, ਕੋਈ ਨੇਕੀ ਕਰਨੀ ਹੈ। ਬਸ ਕੋਈ ਨੇਕੀ, ਜੋ ਵੀ ਤੁਹਾਨੂੰ ਲੱਗੇ ਆਹ ਨੇਕ ਕੰਮ ਹੈ ਉਹ ਕਰਨਾ ਹੈ, ਜੋ ਵੀ ਤੁਹਾਨੂੰ ਠੀਕ ਲੱਗੇ। ਅਸੀਂ ਨਹੀਂ ਕਹਿੰਦੇ ਆਹ ਕਰੋ ਉਹ ਕਰੋ, ਬਸ ਤੁਹਾਨੂੰ ਇਹ ਲੱਗਣਾ ਚਾਹੀਦਾ ਹੈ ਕਿ ਇਹ ਇੱਕ ਨੇਕ ਕੰਮ ਮੈਂ ਕਰ ਰਿਹਾ ਹਾਂ, ਬਸ ਉਹ ਕਰਨਾ ਹੈ। ਬਜ਼ੁਰਗ ਕਹਿੰਦਾ ਜੀ ਠੀਕ ਹੈ, ਪਰ ਮੈਨੂੰ ਕੀ ਮਿਲਿਆ? ਮਹਾਤਮਾ ਬੁੱਧ ਕਹਿੰਦੇ ਸ਼ਾਮ ਨੂੰ ਵਾਪਸ ਆ ਜਾਈਂ, ਫਿਰ ਤੈਨੂੰ ਪਤਾ ਲੱਗੇਗਾ ਤੈਨੂੰ ਕੀ ਮਿਲਿਆ। ਬਸ ਤੂੰ ਇਹ 2 ਪੈਸੇ ਨੇਕੀ 'ਚ ਖਰਚ ਕਰਨੇ ਆ, ਯਾਨੀ ਨੇਕ ਕੰਮ ਕਰਨਾ ਹੈ। ਜਾ। ਬਜ਼ੁਰਗ ਲੈ ਕੇ ਚਲਾ ਗਿਆ। ਸੋਚ ਰਿਹਾ ਹੈ ਕਿ ਮਹਾਤਮਾ ਬੁੱਧ ਨੇ ਕਿਹਾ ਹੈ ਇਹ 2 ਪੈਸੇ ਨੇਕ ਕੰਮ 'ਚ ਖਰਚ ਕਰਨੇ ਹੈ, ਕੋਈ ਨੇਕੀ ਕਰਨੀ ਹੈ, ਕੀ ਕਰਾਂ, ਕਿਹੜੀ ਨੇਕੀ ਕਰਾਂ? ਸੋਚਦਾ ਜਾ ਰਿਹਾ ਹੈ। ਚਲਦੇ ਚਲਦੇ ਆਪਣੇ ਘਰ ਦੇ ਲਾਗੇ ਨਦੀ ਦੇ ਕਿਨਾਰੇ ਆ ਗਿਆ। ਜਦੋਂ ਨਦੀ ਦੇ ਕਿਨਾਰੇ ਆ ਗਿਆ ਤਾਂ ਦੇਖਿਆ ਕਿ ਨਦੀ ਵਿੱਚ ਇੱਕ ਮਛੁਆਰਾ ਜਾਲ ਪਾ ਕੇ ਬੈਠਾ ਹੈ। ਉਹਨੇ, ਉਹ ਟਾਈਮ ਸੀ ਜਦੋਂ ਬਜ਼ੁਰਗ ਆ ਰਿਹਾ ਤਾਂ ਜਾਲ ਕੱਢਣ ਦਾ। ਉਹਨੇ ਜਾਲ ਕੱਢਿਆ ਤਾਂ ਦੇਖਿਆ ਜਾਲ ਵਿੱਚ ਇੱਕੋ ਹੀ ਮੱਛੀ ਫਸੀ ਹੋਈ ਹੈ, ਇੱਕੋ ਹੀ ਮੱਛੀ ਫਸੀ ਹੋਈ ਹੈ, ਜਾਲ ਖਾਲੀ। ਇੱਧਰ ਉਹ ਕਹਿ ਰਿਹਾ ਹੈ ਕਿ ਇਹ ਇੱਕ ਮੱਛੀ ਦਾ ਮੈਂ ਕੀ ਕਰਨਾ ਹੈ। ਤਾਂ ਬਜ਼ੁਰਗ ਦੇ ਮਨ 'ਚ ਉਸਲੇ ਖਿਆਲ ਆਇਆ ਕਿ ਮਹਾਤਮਾ ਬੁੱਧ ਨੇ ਕਿਹਾ ਕੋਈ ਨੇਕ ਕੰਮ ਕਰਨਾ ਹੈ, ਕਿ ਇਹ ਮੱਛੀ ਵਿਚਾਰੀ ਤੜਫ ਰਹੀ ਹੈ, ਅਗਰ ਮੈਂ ਮਛੁਆਰੇ ਕੋਲੋਂ ਇਹਨੂੰ ਲੈ ਕੇ ਵਾਪਸ ਨਦੀ 'ਚ ਸੁੱਟ ਦੇਵਾਂ, ਕਿਸੇ ਦੀ ਜਾਨ ਬਚਾਉਣਾ ਵੀ ਨੇਕੀ ਹੈ। ਜ਼ਰਾ ਗੌਰ ਕਰਨਾ। ਇਹ ਬਜ਼ੁਰਗ ਗਿਆ ਮਛੁਆਰੇ ਦੇ ਕੋਲ, ਮਛਲੀ ਤੜਫ ਰਹੀ ਹੈ। ਮਛੁਆਰੇ ਨੂੰ ਕਹਿੰਦਾ ਇਹ ਮਛਲੀ ਮੈਨੂੰ ਦੇ ਦੇ ਜਲਦੀ, ਇਸ ਤੋਂ ਪਹਿਲਾਂ ਕਿ ਮਰ ਜਾਵੇ। ਮਛੁਆਰਾ ਕਹਿੰਦਾ ਮੈਂ ਕਿਉਂ ਦੇਵਾਂ, ਸਵੇਰ ਦੀ ਮਿਹਨਤ ਕਰਕੇ ਇੱਕ ਮੱਛੀ ਫੜੀ, ਉਹ ਦੇ ਦੇਵਾਂ। ਉਹ ਕਹਿੰਦਾ 2 ਪੈਸੇ ਮੇਰੇ ਕੋਲ, ਲੈ ਜਾ, ਇਹ ਲੈ ਲੈ, ਮੱਛੀ ਦੇ ਦੇ। ਮਛੁਆਰਾ ਕਹਿੰਦਾ ਕੁਛ ਤਾਂ ਮਿਲੇ, 2 ਪੈਸੇ ਹੀ ਮਿਲਣ, ਕੁਛ ਤਾਂ ਮਿਲੇ। ਉਹਨਾਂ ਕਿਹਾ ਲੈ ਲੈ। ਉਹਨਾਂ ਫਟਾਫਟ ਮੱਛੀ ਚੱਕੀ ਤਾਂ ਉਹਦੇ ਕੋਲ ਕਮੰਡਲ ਸੀ, ਉਹਦੇ 'ਚ ਉਹਨਾਂ ਪਾਣੀ ਭਰਿਆ ਹੋਇਆ ਸੀ। ਉਹ ਕਮੰਡਲ ਦੇ ਵਿੱਚ ਬਜ਼ੁਰਗ ਨੇ ਮੱਛੀ ਪਾ ਦਿੱਤੀ ਕਿ ਤਾਂ ਕਿ ਮਰੇ ਨਾ। ਛੋਟੀ ਜਿਹੀ ਮੱਛੀ ਸੀ, ਜਿੰਨੀ ਕੋਈ ਕਮੰਡਲ 'ਚ ਆ ਜਾਵੇ। ਕਹਿੰਦੇ ਛੋਟੀ ਜਿਹੀ ਮੱਛੀ ਉਹਦੇ ਕਮੰਡਲ 'ਚ। ਹੁਣ ਉਹ ਮੱਛਲੀ ਲੈ ਕੇ ਜਾ ਰਿਹਾ ਹੈ ਕਿ ਇਹਨੂੰ ਨਦੀ 'ਚ ਸੁੱਟ ਦੇਵਾਂ। ਹੁਣ ਜਿੱਦਾਂ ਹੀ ਬਜ਼ੁਰਗ ਨੇ ਉਹ ਮੱਛਲੀ ਨੂੰ ਨਦੀ ਦੇ ਕਿਨਾਰੇ ਜਾ ਕੇ ਸੁੱਟਣ ਦੀ ਕੋਸ਼ਿਸ਼ ਕੀਤੀ, ਯਾਨੀ ਕੱਢ ਕੇ ਹੱਥਾਂ 'ਚ ਲੈ ਕੇ ਸੁੱਟਣ ਦੀ ਕੋਸ਼ਿਸ਼ ਕੀਤੀ, ਜਿੱਦਾਂ ਹੀ ਵਿੱਚ ਦੇਖਿਆ ਹੈਰਾਨ ਰਹਿ ਗਿਆ ਕਿ ਮੱਛਲੀ ਦੇ ਪੇਟ 'ਚੋਂ ਰਤਨ ਨਿਕਲ ਕੇ ਕਮੰਡਲ 'ਚ ਪਿਆ ਹੋਇਆ ਸੀ, ਜਿਹੜਾ ਰਤਨ ਗੁਆਚਾ ਹੋਇਆ ਸੀ। ਉਹ ਕਹਿੰਦਾ ਹੈ ਹੁਣ ਮੱਛਲੀ ਤਾਂ ਸੁੱਟ ਦਿੱਤੀ, ਜਦੋਂ ਰਤਨ ਦੇਖਿਆ ਰਤਨ ਵਿੱਚ ਕਮੰਡਲ ਦੇ ਪਿਆ ਹੋਇਆ ਹੈ, ਤਾਂ ਬਜ਼ੁਰਗ ਨੂੰ ਸਮਝਦੇ ਨੂੰ ਢੇਰ ਨਹੀਂ ਲੱਗੀ ਕਿ ਲੱਗਦਾ ਉਸ ਔਰਤ ਨੇ ਇਹ ਘੜਾ ਇਸ ਨਦੀ 'ਚ ਪਾਇਆ ਸੀ, ਇਹ ਰਤਨ ਗਿਰਿਆ, ਮੱਛੀ ਨੇ ਖਾਣ ਵਾਲੀ ਚੀਜ਼ ਸਮਝ ਕੇ ਖਾ ਲਿਆ ਔਰ ਹੁਣ ਬਾਹਰ ਆ ਗਿਆ। ਹੁਣ ਜਿੱਦਾਂ ਹੀ ਰਤਨ ਦੇਖਿਆ ਬਜ਼ੁਰਗ ਨੇ ਉੱਚੀ ਉੱਚੀ ਰੌਲਾ ਪਾਤਾ, ਮਿਲ ਗਿਆ ਮਿਲ ਗਿਆ ਮਿਲ ਗਿਆ, ਜਿੱਦਾਂ ਕੋਈ ਗੁਆਚੀ ਚੀਜ਼ ਮਿਲ ਜਾਵੇ। ਜਿੱਦਾਂ ਹੀ ਬਜ਼ੁਰਗ ਨੇ ਰੌਲਾ ਪਾਇਆ ਮਿਲ ਗਿਆ ਮਿਲ ਗਿਆ, ਕੁਦਰਤ ਰੱਬ ਦੀ ਉਸ ਵੇਲੇ ਉੱਥੋਂ ਦੀ ਇੱਕ ਉਹੀ ਠੱਗ, ਉਹੀ ਚੋਰ ਵੀ ਜਾ ਰਿਹਾ ਸੀ। ਉਹ ਚੋਰ ਕਹਿੰਦਾ ਲੈ ਨਾ, ਮੈਨੂੰ ਪਛਾਣ ਲਿਆ, ਕਹਿੰਦਾ ਮਿਲ ਗਿਆ ਮਿਲ ਗਿਆ ਮਿਲ ਗਿਆ। ਕਿਉਂਕਿ ਚੋਰ ਨੇ, ਜਿਹਨੇ ਉਹਦੇ ਕੋਲ ਥੈਲੀ ਖੋਈ ਸੀ ਸੋਨੇ ਦੀਆਂ ਮੋਹਰਾਂ ਦੀ, ਜਿਹਨੇ ਥੈਲੀ ਖੋਈ ਸੀ, ਹੁਣ ਬਜ਼ੁਰਗ ਦਾ ਕਹਿ ਰਿਹਾ ਰਤਨ ਨੂੰ ਮਿਲ ਗਿਆ ਮਿਲ ਗਿਆ ਮਿਲ ਗਿਆ, ਉਹ ਰਤਨ ਮਿਲ ਗਿਆ। ਉਹ ਚੋਰ ਦੇ ਮਨ 'ਚ ਆ ਗਿਆ, ਲੱਗਦਾ ਬਜ਼ੁਰਗ ਨੇ ਮੈਨੂੰ ਪਛਾਣ ਲਿਆ, ਇਹਨੂੰ ਪਤਾ ਲੱਗ ਗਿਆ ਕਿਤੇ ਰਾਜੇ ਨੂੰ ਨਾ ਦੱਸ ਦੇਵੇ। ਉਹ ਚੋਰ ਦੌੜਾ ਦੌੜਾਇਆ, ਥੈਲੀ ਦੇ ਕੇ ਕਹਿੰਦਾ ਲੈ ਬਾਬਾ ਜੀ ਰੱਖ ਲਓ, ਮੈਨੂੰ ਕੁਛ ਨਾ ਕਿਹੋ। ਉਹ ਬਜ਼ੁਰਗ ਹੈਰਾਨ, ਬਜ਼ੁਰਗ ਪਰੇਸ਼ਾਨ, ਮੈਂ ਤਾਂ ਕਿਹਾ ਰਤਨ ਮਿਲ ਗਿਆ ਤਾਂ ਧਨ ਵੀ ਮਿਲ ਗਿਆ। ਚੋਰ ਕਹਿੰਦਾ ਦੱਸਿਓ ਨਾ ਕਿਸੇ ਨੂੰ, ਮੈਂ ਹੀ ਕੀਤਾ ਸੀ, ਅੱਗੇ ਤੋਂ ਨਹੀਂ ਕਰਦਾ, ਆਪਣੀ ਥੈਲੀ ਰੱਖੋ, ਰੋਲਾ ਨਾ ਪਾਇਓ। ਤੁਸੀਂ ਕਹਿੰਦੇ ਮਿਲ ਗਿਆ ਮਿਲ ਗਿਆ। ਬਜ਼ੁਰਗ ਕਹਿੰਦੇ ਜਾ ਜਾ ਠੀਕ ਹੈ, ਪਰ ਮੁੜ ਕੇ ਨਾ ਕਰੀ। ਚੋਰ ਚਲਾ ਗਿਆ, ਹੁਣ ਥੈਲੀ ਵੀ ਕੋਲ, ਰਤਨ ਵੀ ਕੋਲ। ਥੈਲੀ ਵੀ ਧਨ ਦੀ ਮਿਲ ਗਈ, ਰਤਨ ਵੀ ਮਿਲ ਗਿਆ। ਬਜ਼ੁਰਗ ਬੜਾ ਖੁਸ਼ ਹੈ ਕਿ ਸਭ ਕੁਝ ਹੀ ਮਿਲ ਗਿਆ, ਪਹਿਲਾਂ ਜਾ ਕੇ ਮਹਾਤਮਾ ਬੁੱਧ ਦਾ ਸ਼ੁਕਰਾਨਾ ਕਰਾਂ। ਰਾਜਾ ਉੱਥੇ ਹੀ ਬੈਠਾ ਹੈ, ਬਜ਼ੁਰਗ ਗਿਆ, ਉਹੀ ਰਤਨ ਹੱਥ ਵਿੱਚ ਹੈ, ਉਹੀ ਥੈਲੀ ਹੱਥ ਵਿੱਚ ਹੈ, ਜਾ ਕੇ ਸਿਰ ਝੁਕਾਇਆ। ਰਾਜਾ ਦੇਖ ਕੇ ਹੈਰਾਨ, ਉਹ ਬਜ਼ੁਰਗੋ ਤੁਸੀਂ ਤਾਂ ਕਹਿੰਦੇ ਸੀ ਥੈਲੀ ਚੋਰੀ ਹੋ ਗਈ, ਰਤਨ ਨਦੀ ਚਲਾ ਗਿਆ, ਇਹ ਕਿਦਾਂ? ਤਾਂ ਬਜ਼ੁਰਗ ਨੇ ਸਾਰੀ ਕਹਾਣੀ ਦੱਸ ਦਿੱਤੀ। ਇਸ ਤਰ੍ਹਾਂ ਰਾਜਾ ਮਹਾਤਮਾ ਬੁੱਧ ਵੱਲ ਦੇਖੇ, ਕਹਿੰਦਾ ਮਹਾਰਾਜ ਇਹ ਕਿਸ ਤਰ੍ਹਾਂ, ਪਹਿਲਾਂ ਸਭ ਕੁਝ ਚਲਾ ਗਿਆ, ਹੁਣ ਸਭ ਕੁਝ ਆ ਗਿਆ, ਇਹ ਕਿਸ ਤਰ੍ਹਾਂ? ਤਾਂ ਮਹਾਤਮਾ ਬੁੱਧ ਕਹਿੰਦੇ ਇਹੀ ਤਾਂ ਕਿਹਾ ਰਾਜਾ, ਤੂੰ ਕਹਿੰਦਾ ਸੀ ਇਹਦਾ ਦੁੱਖ ਦੂਰ ਕਰਨਾ ਹੈ, ਇਹ ਸੁਖੀ ਕਰਨਾ ਹੈ,
ਤਾਂ ਅਸੀਂ ਤੈਨੂੰ ਕਿਹਾ ਸੀ ਕਿੱਦਾਂ ਸੁਖੀ ਹੋਏਗਾ, ਤੂੰ ਕਹਿੰਦਾ ਧਨ ਦੇ ਕੇ। ਤੂੰ ਧਨ ਦੇ ਕੇ ਦੇਖ ਲਿਆ, ਪਰ ਇਹਦਾ ਦੁੱਖ ਦੂਰ ਨਹੀਂ ਹੋਇਆ। ਪਰ ਜਿੱਦਾਂ ਹੀ ਇਹਨਾਂ ਨੇਕੀ ਕੀਤੀ, ਉਹ ਇੱਕ ਨੇਕੀ ਨੇ ਇਹਦੇ ਜੀਵਨ ਦੇ ਸਾਰੇ ਦੁੱਖ ਦੂਰ ਕਰ ਦਿੱਤੇ। ਕਿਉਂਕਿ ਜਦੋਂ ਇਹ ਧਨ ਲੈ ਕੇ ਜਾ ਰਿਹਾ ਸੀ, ਆਪਣੇ ਬਾਰੇ ਸੋਚ ਰਿਹਾ ਸੀ, ਇਹ ਧਨ ਨਾਲ ਮੈਂ ਕੱਪੜੇ ਖਰੀਦਣੇ ਆ, ਇਹ ਧਨ ਨਾਲ ਮੈਂ ਘਰ ਬਣਾਉਣਾ ਹੈ, ਇਹ ਧਨ ਦੇ ਨਾਲ ਮੈਂ ਅੱਛਾ ਭੋਜਨ ਕਰਨਾ ਹੈ, ਆਹ ਲੈਣਾ ਉਹ ਲੈਣਾ। ਉਦੋਂ ਸਿਰਫ ਇਹਦੀ ਸੋਚ ਆਪਣੇ ਬਾਰੇ ਸੀ। ਫਿਰ ਤੂੰ ਰਤਨ ਦਿੱਤਾ, ਉਦੋਂ ਸਿਰਫ ਇਹਦੀ ਸੋਚ ਆਪਣੇ ਬਾਰੇ ਸੀ। ਪਰ ਜਦੋਂ ਅਸੀਂ ਇਹਨੂੰ 2 ਪੈਸੇ ਦੇ ਕੇ ਕਿਹਾ ਕੋਈ ਨੇਕ ਕਰਮ ਕਰਨਾ ਹੈ, ਤਾਂ ਉਦੋਂ ਇਹਦੀ ਸੋਚ ਆਪਣੇ ਬਾਰੇ ਨਹੀਂ ਸੀ। ਉਦੋਂ ਇਹਦੀ ਇਹ ਸੋਚ ਸੀ ਕਿ ਮੈਂ ਕੋਈ ਐਸਾ ਕਰਮ ਕਰਨਾ ਜਿਹ 'ਚ ਦੂਸਰੇ ਦਾ ਭਲਾ ਹੋਵੇ, ਜਿਹ 'ਚ ਨੇਕੀ ਹੋਵੇ। ਔਰ ਆਪਣੇ ਵਾਸਤੇ ਤੁਸੀਂ ਜੋ ਮਰਜ਼ੀ ਕਰੀ ਜਾਓ, ਉਹ ਸਵਾਰਥ ਹੈ। ਤੁਸੀਂ ਆਪ 10 ਰੋਟੀਆਂ ਪੇਟ ਭਰ ਕੇ ਖਾ ਲੀਆਂ, ਉਹ ਸਵਾਰਥ ਹੈ। ਪਰ 1 ਰੋਟੀ ਤੁਸੀਂ ਇੱਕ ਫਕੀਰ ਨੂੰ ਦੇ ਦਿੱਤੀ, ਉਹ ਨੇਕੀ ਹੈ। ਆਪਣੇ ਤੇ ਤੁਸੀਂ ਹਜ਼ਾਰਾਂ ਰੁਪਇਆ ਖਰਚ ਕਰ ਲਿਆ, ਉਹ ਤੁਹਾਡਾ ਸਵਾਰਥ ਹੈ, ਉਹਦਾ ਫਲ ਨਹੀਂ ਮਿਲਣਾ। ਪਰ 1 ਰੁਪਇਆ ਵੀ ਤੁਸੀਂ ਦਾਨ 'ਚ ਕਰ ਦਿੱਤਾ, ਸੇਵਾ 'ਚ ਲਾ ਦਿੱਤਾ, ਉਹ ਨੇਕੀ ਹੈ, ਉਹਦਾ ਫਲ ਤੁਹਾਨੂੰ ਮਿਲਣਾ ਹੈ। ਦੌਲਤ ਨਾਲ ਭਰੀਆਂ ਹੋਈਆਂ ਤਿਜੋਰੀਆਂ ਵੀ ਤੁਹਾਨੂੰ ਮਿਲ ਜਾਣ ਤਾਂ ਸੁੱਖ ਨਹੀਂ ਦੇ ਸਕਦੀਆਂ। ਜਰਾ ਗੌਰ ਕਰਨਾ, ਹੀਰੇ ਮੋਤੀਆਂ ਨਾਲ ਭਰੇ ਹੋਏ ਘੜੇ ਵੀ ਤੁਹਾਨੂੰ ਮਿਲ ਜਾਣ, ਤੁਹਾਨੂੰ ਸੁਖੀ ਨਹੀਂ ਕਰ ਸਕਦੇ। ਪਰ ਅਗਰ ਤੁਸੀਂ ਇੱਕ ਨੇਕੀ ਕਰਨੀ ਸ਼ੁਰੂ ਕਰ ਦੇਵੋ ਕਿ ਮੈਂ ਨੇਕ ਕਰਮ ਕਰਨਾ ਹੈ, ਮੈਂ ਆਪਣੇ ਮਾਲਿਕ ਦੀ ਖੁਸ਼ੀ ਵਾਲਾ ਕਰਮ ਕਰਨਾ ਹੈ, ਤਾਂ ਤੁਹਾਡੇ ਜੀਵਨ 'ਚ ਕੋਈ ਕਮੀ ਨਹੀਂ ਰਹੇਗੀ। ਤੁਹਾਡੀਆਂ ਸਾਰੀਆਂ ਤਕਲੀਫਾਂ ਵੀ ਦੂਰ ਹੋ ਜਾਣਗੀਆਂ, ਔਰ ਤੁਹਾਡੇ ਘਰ 'ਚ ਵੀ ਖੁਸ਼ੀਆਂ ਆ ਜਾਣਗੀਆਂ। ਜਰਾ ਗੌਰ ਕਰਨਾ। ਇਸ ਲਈ ਮਹਾਤਮਾ ਬੁੱਧ ਨੇ ਕਿਹਾ, ਹੁਣ ਇਹਨਾਂ ਦੂਜੇ ਬਾਰੇ ਸੋਚਿਆ ਸੀ, ਨੇਕੀ ਕੀਤੀ, ਔਰ ਇੱਕ ਨੇਕੀ ਕਰਨ ਨਾਲ ਗਿਆ ਹੋਇਆ ਸਾਰਾ ਧਨ ਯਸ਼ ਵਾਪਸ ਆ ਗਿਆ। ਇਸੇ ਤਰ੍ਹਾਂ ਜਿੰਨਾ ਜ਼ੋਰ ਬੰਦਾ ਧਨ ਦੌਲਤ ਨੂੰ ਵਧਾਉਣ ਤੇ ਲਾਉਂਦਾ ਨਾ, ਉਨਾ ਜ਼ੋਰ ਬੰਦਾ ਨੇਕੀ ਕਰਨ ਤੇ ਲਾਵੇ। ਨੇਕੀ ਕਰਦਾ ਹੈ ਤਾਂ ਖੁਸ਼ੀਆਂ ਤਾਂ ਆਪਣੇ ਆਪ ਹੀ ਮਗਰ ਆ ਜਾਂਦੀਆਂ ਹੈ, ਕਿਉਂਕਿ ਨੇਕ ਕਰਮ ਕੀਤੇ ਹੀ ਖੁਸ਼ੀਆਂ ਆਉਂਦੀਆਂ ਹੈ। ਪਰ ਇੱਥੇ ਅਸੀਂ ਦੇਖਿਆ ਹੈ ਕਿ ਬੰਦਾ ਸੁੱਖ ਲੱਭਦਾ ਦੂਜੇ ਨੂੰ ਦੁਖੀ ਕਰਦਾ ਚਲਾ ਜਾਂਦਾ ਹੈ। ਸੁੱਖ ਲੱਭਣ ਵਿੱਚ ਬੰਦਾ ਦੂਜੇ ਨੂੰ ਪਰੇਸ਼ਾਨ ਕਰਦਾ ਚਲਾ ਜਾਂਦਾ ਹੈ। ਤਾਂ ਜਿੰਨਾ ਦੂਜੇ ਨੂੰ ਪਰੇਸ਼ਾਨ ਕਰਦਾ ਚਲਾ ਜਾਂਦਾ ਹੈ, ਦੂਜੇ ਨੂੰ ਦੁਖੀ ਕਰਦਾ ਚਲਾ ਜਾਂਦਾ ਹੈ, ਮਾੜਾ ਕਰਮ ਕਰਦਾ ਚਲਾ ਜਾਂਦਾ, ਉਨਾ ਉਹ ਦੁੱਖ ਉਹਦੇ ਹੋਰ ਵੱਧਦੇ ਚਲੇ ਜਾਂਦੇ। ਇਸ ਲਈ ਨੇਕੀ ਕਰਨ ਲੱਗਿਆਂ ਪਹਿਲਾਂ ਤਾਂ ਜ਼ਰੂਰ ਥੋੜੀ ਤਕਲੀਫ ਹੁੰਦੀ ਹੈ ਕਿ ਯਾਰ ਮੇਰੀ ਜੇਬ ਚੋਂ ਧਨ ਜਾ ਰਿਹਾ ਹੈ, ਮੇਰੀ ਜੇਬ ਚੋਂ ਰੋਟੀ ਜਾ ਰਹੀ ਹੈ, ਪੈਸਾ ਜਾ ਰਿਹਾ, ਕੱਪੜਾ ਜਾ ਰਿਹਾ ਹੈ। ਪਰ ਯਾਦ ਰੱਖੋ, ਜੇ ਕਿਸਾਨ ਸੋਚੇ ਨਾ ਕਿ ਖੇਤ ਵਿੱਚ ਦਾਣਾ ਜਾ ਰਿਹਾ ਹੈ, ਤਾਂ ਫਿਰ ਤਾਂ ਉਹ ਬੋਰੀ ਇੱਕੋ ਹੀ ਉਹਦੇ ਪੱਲੇ ਰਹਿ ਜਾਏਗੀ। ਪਰ ਜੇ ਸੋਚੇ ਦਵਾਂਗਾ ਫੇਰ ਹੀ 1000 ਗੁਣਾ ਹੋ ਕੇ ਆਏਗਾ, ਤਾਂ ਫੇਰ ਬਰਕਤ ਪੈਂਦੀ ਹੈ। ਇਸੇ ਤਰ੍ਹਾਂ ਜੇ ਮਹਾਤਮਾ ਬੁੱਧ ਨੇ ਉਸ ਨੂੰ ਸਮਝਾਇਆ, ਆਹ 2 ਪੈਸੇ ਲੈ ਜਾ, ਨੇਕ ਕਰਮ ਕਰਨਾ ਹੈ, ਨੇਕੀ ਕੀਤੀ ਤਾਂ ਸਭ ਕੁਝ ਵਾਪਸ ਆ ਗਿਆ। ਇਸੇ ਤਰ੍ਹਾਂ ਅਸੀਂ ਵੀ ਤੁਹਾਨੂੰ ਕਵਾਂਗੇ, ਤੁਸੀਂ ਵੀ ਆਪਣੇ ਜੀਵਨ 'ਚ ਨੇਕ ਕਰਮ ਕਰਨ ਦੀ ਆਦਤ ਬਣਾਓ ਕਿ ਮੈਂ ਨੇਕੀ ਕਰਨੀ ਹੈ, ਨੇਕ ਅਮਲ ਕਰਨਾ ਹੈ, ਮੈਂ ਪ੍ਰਭੂ ਦਾ ਸਿਮਰਨ ਕਰਨਾ ਹੈ, ਮੈਂ ਹਮੇਸ਼ਾ ਭਲਾਈ ਵਾਲਾ ਕਰਮ ਕਰਨਾ ਹੈ, ਮੈਂ ਆਪਣੇ ਮਾਲਿਕ ਦੀ ਸੇਵਾ ਕਰਾਂ, ਸਿਮਰਨ ਕਰਾਂ, ਦਾਨ ਪੁੰਨ ਕਰਾਂ, ਨੇਕ ਮਾਰਗ ਤੇ ਚਲਾਂ। ਤਾਂ ਫਿਰ ਤੁਸੀਂ ਵੀ ਪਾਓਗੇ ਕਿ ਤੁਹਾਡੇ ਜੀਵਨ 'ਚ ਵੀ ਖੁਸ਼ੀਆਂ ਵੱਧਦੀਆਂ ਚਲੀਆਂ ਜਾਣਗੀਆਂ, ਆਪਣੇ ਆਪ ਹੀ ਸਭ ਕੁਝ ਆਉਂਦਾ ਚਲਾ ਜਾਏਗਾ। ਇਸ ਲਈ ਆਓ ਨੇਕ ਮਾਰਗ ਤੇ ਚਲੀਏ। ਔਰ ਇੱਕ ਗੱਲ ਹਮੇਸ਼ਾ ਯਾਦ ਰੱਖੀਏ, ਆਖਰਲੇ ਵਚਨਾਂ 'ਚ ਇਹੀ ਕਵਾਂਗੇ कि बंद किस्मत की कोई ताली नहीं होती, सूखी उम्मीदों की कभी डाली नहीं होती, जो झुक जाता है मेरे मालिक के कदमों में उसकी झोली फिर कभी खाली नहीं होती। ये तुसी बोलना है हुण, उसकी झोली फिर कभी, उसकी झोली फिर कभी, उसकी झोली फिर कभी। बस ये याद रखना कि जेड़ा हो गया उस मालिक दा, ਉਹ ਕਦੀ ਖਾਲੀ ਨਹੀਂ ਰਹਿੰਦਾ, ਉਹ ਭਰਪੂਰ ਹੋ ਜਾਂਦਾ। ਜਾਓ ਤੁਸੀਂ ਵੀ ਹੋ ਗਏ ਭਰਪੂਰ। बस अपने अंदर यकीन रखिए, विश्वास रखिए कि मेरा मालिक मेरे नाल है, और जदों झोलियां भरन वाला दाता मेरे नाल है तो मैनू कादी फिक्र। बस अपनी आदत बनाइए शुकराना करन दी, अपनी आदत बनाइए कि सब दे अंदर उस मालिक नू देखिए, किसी दे अंदर बुराइयां ना देखिए, कमियां ना देखिए, किसी दी निंदा ना करिए, सब दे अंदर उस मालिक नू देखिए, सब दे नाल प्रेम करिए। आदत बनाइए कि साडे दिल च किसी वास्ते नफरत ना होवे। और दूसरी जिहड़ी गल दसी कि अगर जीवन च सुख चाहते हो तो नेकी करन दी भी आदत बनाइए, क्योंकि जिहड़ा नेकियां करदा है फिर खुशियां उहदे द्वार तक आप चल के आंदियां, उहनू खुशियां लभण दी लोड़ नहीं।
ਇਸ ਲਈ ਆਓ ਆਪਣੇ ਮਾਲਿਕ ਨਾਲ ਜੁੜੀਏ, ਉਹ ਮਾਲਿਕ ਦੀ ਬਾਹ ਪਕੜ ਲਈਏ, ਕਿਉਂਕਿ ਜਿਸ ਤਰ੍ਹਾਂ ਦੱਸਿਆ ਹੈ ਕਿ ਜਿਹੜਾ ਉਹਦਾ ਹੋ ਗਿਆ ਉਹ ਦਰਿਆ ਵੀ ਦਰਿਆ ਮੇ ਡੂਬ ਕਰ ਵੀ ਉਸੇ ਮਿਲ ਗਿਆ ਕਿਨਾਰਾ। ਉਹਨੂੰ ਤਾਂ ਫਿਰ ਡੁੱਬਦੇ ਨੂੰ ਵੀ ਕਿਨਾਰਾ ਮਿਲ ਜਾਂਦਾ ਜਿਹੜਾ ਉਹ ਮਾਲਿਕ ਦਾ ਹੋ ਗਿਆ। ਤੇਰਾ ਹੱਥ ਜਿਸਨੇ ਪਕੜਾ ਉਹ ਰਹਾਨਾ ਬੇਸਹਾਰਾ, ਜਿਹਨਾਂ ਉਹਦਾ ਹੱਥ ਪਕੜ ਲਿਆ ਫਿਰ ਉਹ ਬੇਸਹਾਰਾ ਨਹੀਂ ਹੈ। ਇਸ ਲਈ ਅੱਜ ਤੋਂ ਸੋਚ ਲਓ ਕਿ ਮਾਲਕਾਂ ਨੇ ਬਾਹ ਫੜ ਲਈ ਹੈ ਸਾਡੀ, ਸਾਨੂੰ ਸਭ ਤੋਂ ਬੜਾ ਸਹਾਰਾ ਮਿਲ ਗਿਆ, ਹੁਣ ਡਰਨ ਦੀ ਲੋੜ ਨਹੀਂ, ਬੇਸਹਾਰਾ ਨਹੀਂ ਸਮਝਣਾ, ਮਾਲਕ ਨੇ ਬਾਹ ਪਕੜੀ ਹੈ, ਬਸ ਸਭ ਤੋਂ ਬੜਾ ਸਹਾਰਾ ਮਿਲ ਗਿਆ। ਅਸੀਂ ਆਪਣੇ ਮਾਲਕ ਦੇ ਖੁਸ਼ੀ ਦੇ ਮਾਰਗ ਤੇ ਚੱਲੀਏ ਤਾਂ ਫਿਰ ਜਿਹੜਾ ਉਹਦੇ ਦਰ ਤੇ ਝੁਕ ਗਿਆ ਫਿਰ ਉਹਦੀ ਝੋਲੀ ਰਹਿਮਤਾਂ ਬਰਕਤਾਂ ਨਾਲ ਭਰਪੂਰ ਹੋ ਜਾਂਦੀ ਹੈ। ਸੋਹਣਾ ਸੋਹਣਾ ਮੇਰਾ ਮੁਰਸ਼ਿਦ ਸੋਹਣਾ